ਦੇਖੋ ਜੀ, ਕੁਛ ਨਹੀਂ ਕਿਹਾ ਜਾ ਸਕਦਾ। ਹੁਣ ਜੇ ਮੈਂ ਗੱਲ ਕਰਾਂ ਤੇ ਪੰਜਾਬ 'ਚ ਅਜੇ ਸਵੇਰ ਆ ਤੇ ਅਜੇ ਹੋ ਸਕਦਾ ਵੀ ਕਈ ਨਹਾਉਂਦੇ ਧੋਂਦੇ ਹੋਣ, ਕਈ ਤਿਆਰ ਸ਼ਿਆਰ ਹੋ ਗਏ ਹੋਣ, ਕਈਆਂ ਨੇ ਰਾਤ ਦਾ ਹੀ ਕੁੜਤਾ ਪਜਾਮਾ ਪ੍ਰੈਸ ਕਰਾ ਕੇ ਰੱਖਿਆ ਹੋਵੇ ਵੀ ਅੱਜ ਗੱਡੀ ਖਿੱਚਣੀ ਆ, ਪਹੁੰਚਣਾ ਤੇ ਜਦੋਂ ਸ਼ਾਮ ਤੱਕ ਪਿੰਡ ਮੁੜਨਾ ਜਾਂ ਸ਼ਹਿਰ ਮੁੜਨਾ ਜਾਂ ਘਰ ਮੁੜਨਾ ਜਾਂ ਸਮਰਥਕਾਂ ਕੋਲ ਮੁੜਨਾ, ਉਦੋਂ ਕਿਸੇ ਹੋਰ ਪਾਰਟੀ ਦੇ ਮੈਂਬਰ ਹੋ। ਇਹੀ ਤਾਂ ਚੱਲ ਰਿਹਾ। ਸੋ ਇਹ ਸਾਰਾ ਕੁਝ ਜੋ ਕੁਝ ਵੀ ਚੱਲ ਰਿਹਾ ਆਪਾਂ ਉਹਦੀ ਗੱਲ ਵੀ ਕਰਾਂਗੇ। ਇਸ ਤੋਂ ਇਲਾਵਾ ਜਿਹੜੀਆਂ ਪ੍ਰੈਸ ਕਾਨਫਰੰਸਾਂ ਨੇ ਤੇ ਇੱਕ ਦੂਸਰੇ ਦੇ ਉੱਪਰ ਦੋਸ਼ੀ ਹੋਇਆ ਜਾ ਰਿਹਾ ਕੰਮ, ਉਹਦੀ ਗੱਲ ਵੀ ਕਰ ਲਾਂਗੇ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਪ੍ਰੋਗਰਾਮ ਉਹੀ ਪ੍ਰਾਈਮ ਫੋਕਸ। ਮੈਂ ਵੀ ਉਹੀ ਜੀ ਗੁਰਪ੍ਰੀਤ ਸੰਧਾਵਾਲੀਆ ਤੇ ਨਾਲ ਵਾਲਾ ਵੀਰ ਵੀ ਉਹੀ ਪਰਮਵੀਰ ਬਾਠ ਸਾਹਿਬ। ਕੀ ਹਾਲ? ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ, ਠੀਕ ਮਹਾਰਾਜ। ਕਿੱਦਾਂ ਸਿਹਤਾਂ? ਐਨ ਆਨੰਦ ਪੂਰੀਆਂ? ਹਾਂ, ਪੂਰਨ ਆਨੰਦ ਹੈ ਜੀ। ਬਸ ਠੀਕ ਹੈ। ਵੀ ਹੋਰ ਦੱਸੋ ਕੀ ਜੇ? ਮੈਂ ਤਾਂ ਗਿਆ, ਮੈਂ ਕਿਹਾ ਵੀ ਤੁਹਾਨੂੰ ਵੀ ਚੜ੍ਹਾ ਦਈਏ ਬੱਸੇ ਉਸ ਕਿਹੜੀ ਜਿੱਥੇ ਅੱਜ ਬੰਦਾ ਕਹਿੰਦੇ ਜਾਂਦਾ ਹੈ, ਨਾਲ ਹੀ ਦੂਜੀ ਪਾਰਟੀ ਦੇ ਵਿੱਚ ਫਿਰ ਉਹਨੂੰ ਅਚਾਨਕ ਨਜ਼ਰ ਆਉਂਦਾ। ਜਿੱਦਾਂ ਉਹ ਹਰਵਿੰਦਰ ਲਾਡੀ ਹੋਰਾਂ ਨੂੰ ਨਜ਼ਰ ਆਇਆ ਹੈ ਨਾ, ਇੱਕ ਹਫ਼ਤਾ ਨਜ਼ਰ ਆਉਂਦਾ ਰਿਹਾ ਉਹਨਾਂ ਨੂੰ, ਅਚਾਨਕ ਫਿਰ ਉਹਨਾਂ ਨੇ ਐਨਕ ਲਾਈ ਤੇ ਫਿਰ ਉਹ ਵਾਪਸੀ ਕਰ ਲਈ ਉਹਨਾਂ ਨੇ। ਨਹੀਂ ਦੇਖੋ, ਤਾਂ ਤੁਹਾਡੇ ਦਸਤੂਰ ਨੇ ਲੀਡਰਾਂ ਦੇ, ਵੱਡੇ ਬੰਦਿਆਂ ਦੇ। ਆਮ ਬੰਦਾ ਤਾਂ ਜਿੱਥੇ ਖੜ ਜਾਂਦਾ ਉਹ ਸਾਰੀ ਉਮਰ ਚਾਹੇ ਪਾਰਟੀ ਹਰੇ ਚਾਹੇ ਜਿੱਤੇ, ਕਿਉਂਕਿ ਜੇ ਪਾਰਟੀ ਜਿੱਤ ਜਾਂਦੀ ਹੈ ਉਹਨੂੰ ਤਾਂ ਵੀ ਕੁਝ ਨਹੀਂ ਲੱਭਦਾ, ਜੇ ਹਰ ਜਾਂਦੀ ਹੈ ਉਹਨੂੰ ਤਾਂ ਵੀ ਕੁਝ ਨਹੀਂ ਲੱਭਦਾ। ਬਸ ਇੰਨਾ ਕੁ ਹੁੰਦਾ ਕਿ ਜਿੱਥੇ ਖੜੇ ਹੋ ਕੇ ਪਿੰਡ ਵਾਲੇ ਗੱਲਾਂ ਕਰਦੇ ਹੁੰਦੇ, ਜੇ ਉਹਦੀ ਪਾਰਟੀ ਜਿੱਤ ਗਈ ਤਾਂ ਉਹਨੇ ਬੰਨੇ 'ਤੇ ਖੜਾ ਹੋ ਜਾਣਾ, ਉਹ ਕਰ ਦੇਣਾ ਹੀ ਉਹਨਾਂ ਨੇ ਸਾਰਾ ਕੁਝ। ਪਿਛਲੇ ਹੀ ਬਹੁਤ ਖਲਾਰਾ ਪਾ ਗਿਆ। ਜੇ ਪਾਰਟੀ ਹਰ ਜਾਏ ਤਾਂ ਉਹਨੇ ਪੱਲੀ ਦੇ ਵਿੱਚ ਦਾਤੀਆਂ ਲਪੇਟੀ ਹੋਣੀ, ਤਾਂ ਦੂਜੀ ਪਾਰਟੀ ਵਾਲਾ ਬੰਦਾ ਬੰਨੇ 'ਤੇ ਖੜਾ, ਉਹਨੇ ਬੰਨੇ ਥੱਲੇ ਕੀਤਾ ਕੁਛ ਨਹੀਂ। ਫਿਰ ਤੁਹਾਡੇ ਵਾਲਿਆਂ ਨੇ ਵੀ ਸਕੂਲ ਤਾਂ ਆਪਣੇ ਵਾਲਾ ਉੱਦਾਂ ਹੀ ਪਿਆ ਹੀ। ਜਾਣੀ ਦੋਨਾਂ ਪਾਰਟੀਆਂ 'ਚੋਂ ਕੋਈ ਜਿੱਤ ਜਾਏ, ਸਕੂਲ ਉੱਦਾਂ ਹੀ ਹੁੰਦਾ ਹੈ। ਇੱਕ ਤੁਸੀਂ ਦੇਖੋ ਕਮਾਲ ਦੀ ਗੱਲ, ਆਪਣੇ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਇੱਕ ਰਿਪੋਰਟ ਜਿਹੜੀ ਉਹ ਚੱਲੀ ਸੀ ਕਿ ਭਾਈ ਲੋਕ ਕੀ ਚਾਹੁੰਦੇ ਆ। ਮੈਨੂੰ ਲੱਗਾ ਕਿ ਉਹ ਇੱਕ ਕਮਾਲ ਦੀ ਗੱਲ ਸੀ, ਬਹੁਤ ਜ਼ਿਆਦਾ ਕਮਾਲ ਦੀ। ਕਿ ਉਹਨੂੰ ਬੰਦੇ ਨੂੰ ਪੁੱਛਿਆ ਜੀ ਕਿੱਦਾਂ ਫਿਰ ਤੁਹਾਡੇ ਸਕੂਲ ਦਾ? ਕਹਿੰਦੇ ਜੀ ਸਕੂਲ ਬਹੁਤ ਵਧੀਆ, ਕਮਰੇ ਬਣ ਗਏ, ਜ਼ਿਲ੍ਹੇ 'ਚੋਂ ਪਹਿਲੇ ਨੰਬਰ 'ਤੇ ਆਇਆ ਸਫਾਈ 'ਤੇ, ਜਾਣੀ ਵਧੀਆ ਸਕੂਲ ਐ ਸੀ। ਕੋਈ ਗੱਲ ਨਹੀਂ, ਮਾਸਟਰ ਹੈ ਨਹੀਂ ਗੇ, ਬਸ ਟੀਚਰ ਹੈ ਨਹੀਂ। ਤੁਸੀਂ ਦੇਖੋ ਕਿ ਸਫਾਈ 'ਚ ਸਕੂਲ ਪਹਿਲੇ ਨੰਬਰ 'ਤੇ ਆ, ਬਿਲਡਿੰਗ ਵਧੀਆ ਬਣ ਗਈ ਆ, ਸਮਾਰਟ ਲਿਖਿਆ, ਰੰਗ ਰੁੰਗ ਕੀਤਾ ਵਧੀਆ ਸੋਹਣਾ, ਪਰ ਉਹਦੇ ਵਿੱਚ ਟੀਚਰ ਹੈ ਨਹੀਂ। ਇਹ ਪਿੰਡ ਦੇ ਇੱਕ ਆਮ ਬੰਦੇ ਦਾ ਕਹਿਣਾ ਸੀ ਕਿ ਉਹ ਸਫਾਈ ਦੇ ਪੱਖੋਂ ਸਕੂਲ ਪਹਿਲੇ ਨੰਬਰ 'ਤੇ ਆਇਆ। ਮੈਨੂੰ ਉਹਦੀ ਗੱਲ ਪਤਾ ਕਿੱਦਾਂ ਲੱਗੀ? ਕਈ ਵਾਰ ਮਿਲਦੇ ਨੇ ਕਿ ਸਫਾਈ ਦੇ 5 ਨੰਬਰ ਹੋਣਗੇ। ਹੁਣ ਜੇ ਤਾਂ ਮੈਂ ਲਿਖੂੰਗਾ ਤਾਂ ਹੋ ਸਕਦਾ ਆਗੜ ਦੁਗੜਾ ਲਿਖ ਹੋਵੇ, ਹੋ ਸਕਦਾ ਕਿ ਉਹ ਬਹੁਤਾ ਕਿਸੇ ਨੂੰ ਸਮਝ ਨਾ ਆਵੇ, ਕਿਉਂਕਿ ਮੇਰੀ ਸੁੰਦਰ ਲਿਖਾਈ ਤਾਂ ਹੈ ਨਹੀਂ। ਕਦੇ ਕਦੇ ਐਂ ਲੱਗਦਾ ਯਾਰ ਪੇਪਰ ਖਾਲੀ ਛੱਡ ਦਿਓ, ਫਿਰ ਤਾਂ ਸਫਾਈ ਦੇ 5 ਨੰਬਰ ਤਾਂ ਵੱਟ 'ਤੇ ਪੈਣਾ, ਉੱਦਾਂ ਪਤਾ ਨਹੀਂ ਕੋ ਆਉਣਾ ਕਿ ਨਹੀਂ ਆਉਣਾ। ਨਹੀਂ, ਇਹ ਤਾਂ ਗੱਲ ਹੈਗੀ। ਵੈਸੇ ਸਫਾਈ ਨਾਲ ਵੀ ਅੱਜ ਕੱਲ੍ਹ ਲੋਕ ਇੱਕ ਹੀ ਲਾਈਨ ਲਿਖਦੇ, ਉਹ ਕਹਿੰਦੇ ਬਸ ਵੀਰ ਬਣ ਕੇ 5 ਨੰਬਰ ਦੇ ਦੀ, ਬਾਕੀ ਠੀਕ ਹੈ। ਪਰ ਚਲੋ ਇੱਕ ਗੱਲ ਤਾਂ ਪੱਕੀ ਹੈ ਵਾਟ ਸਾਹਿਬ ਵੀ ਇਹਨਾਂ ਰਿਪੋਰਟਾਂ ਤੋਂ ਹੋਰ ਵੀ ਚਲੋ ਆਉਣ ਵਾਲੇ ਦਿਨਾਂ 'ਚ ਆਪਣੇ ਚੈਨਲ 'ਤੇ ਇਹੋ ਜਿਹੀਆਂ ਰਿਪੋਰਟਾਂ ਚੱਲਣਗੀਆਂ, ਲੋਕਾਂ ਦੀ ਨਬਜ਼ ਟੋਲਣ ਦੀ ਕੋਸ਼ਿਸ਼ ਕੀਤੀ ਜਾਊਗੀ। ਪਰ ਜਿੰਨੀਆਂ ਕੁ ਹੁਣ ਤੱਕ ਆਪਾਂ ਦੇਖਦੇ ਹਾਂ, ਇੱਕ ਗੱਲ ਤਾਂ ਹੈਗੀ ਆ ਵੀ ਪਹਿਲਾਂ ਜਿਹੜਾ ਇਹ ਹੁੰਦਾ ਸੀ ਨਾ ਵੀ ਲੋਕ ਬਹੁਤਾ ਨਹੀਂ ਸੀ ਖੁੱਲ੍ਹ ਕੇ ਬੋਲਦੇ। ਹੁਣ ਆਪਾਂ ਜੇ ਦੇਖੀਏ ਤਾਂ ਅਗਲਾ ਯਾਰ ਗੱਲ ਤਾਂ ਕਰਦਾ ਨਾ ਘੱਟੋ ਘੱਟ। ਮਤਲਬ ਆਪਾਂ ਇਹ ਵੀ ਦੇਖਿਆ ਵੀ ਮਤਲਬ ਆਪਸ ਦੇ ਵਿੱਚ ਹੀ ਲਾਗੋ ਲਾਗ ਕੁਰਸੀ 'ਤੇ ਬੈਠੇ ਹੁੰਦੇ ਆ, ਜਾਂ ਉਹ ਇੱਟ ਨਹੀਂ ਦੀ, ਇੱਟ ਦਾ ਲੈ ਕੇ ਢਾਸਣਾ ਜਾਂ ਉੱਤੇ ਬਹਿ ਕੇ ਇੱਕ ਦੋ ਤਾਂ ਮੈਂ ਵੀ ਵੇਖਿਆ ਵੀ ਹੱਥ 'ਚ ਤਾਸ਼ ਦੇ ਪੱਤੇ ਆ, ਮਾਈਕ ਇੱਧਰ ਆਉਂਦਾ ਤੇ ਉਹ ਕਹਿੰਦਾ ਨਹੀਂ ਫਲਾਨਾ ਬਹੁਤ ਵਧੀਆ, ਦੂਜਾ ਉਹ ਜਾ ਯਾਰ ਤੈਨੂੰ ਜ਼ਿਆਦਾ ਪਤਾ, ਉਹ ਤੇ ਕੁਛ ਵੀ ਨਹੀਂ, ਪੱਤਾ ਸੈੱਟ ਹੋ ਕੇ ਤੇ ਕੰਮ ਦਾ ਬੰਦਾ ਹੀ ਆਹੋ ਹੈ ਨਾ। ਮਤਲਬ ਜਿਹੜੀ ਇਸ ਹੱਦ ਤੱਕ ਮਤਲਬ ਦਿਮਾਗ ਦੇ ਵਿੱਚ ਕਲੈਰਿਟੀ ਹੋ ਗਈ, ਕਲੈਰਿਟੀ ਕਹਿ ਸਕਦੇ ਹਾਂ ਆਪਾਂ ਵੀ ਪਿੰਡ ਉਹੀ ਹੈ, ਥਾਂ ਉਹੀ ਹੈ, ਮਿਲਣਾ ਗਿਲਣਾ ਰੋਜ਼ ਆ, ਤਾਸ਼ ਇਕੱਠਿਆਂ ਖੇਡਣੀਆਂ। ਦਿਮਾਗ ਦੇ ਵਿੱਚ ਇੱਕ ਮੁੱਦੇ ਨੂੰ ਲੈ ਕੇ ਕਲੈਰਿਟੀ ਹੈ, ਦੂਜੇ ਦੇ ਦਿਮਾਗ ਦੇ ਵਿੱਚ ਕੁਛ ਡਿਫਰੈਂਟ ਤਰ੍ਹਾਂ ਦੀ ਕਲੈਰਿਟੀ। ਇਹਦੇ ਵਿੱਚ ਕੋਈ ਦੂਰ ਆਏ ਨਹੀਂ। ਸੰਧਾਲੀਆ ਸਾਹਿਬ, ਕਈ ਵਾਰੀ ਹੁੰਦਾ ਕਿ ਆਮ ਬੰਦੇ ਦੀ ਕੋਈ ਨਾ ਕੋਈ ਗੱਲ ਨਾ ਤੁਹਾਡੇ ਦਿਮਾਗ ਦੇ ਵਿੱਚ ਚੂੰਡੀ ਵੜਦੀ ਹੈ। ਇਸੇ ਰਿਪੋਰਟ ਦੇ ਵਿੱਚ ਇੱਕ ਹੋਰ ਬੰਦੇ ਨੂੰ ਪੁੱਛਿਆ ਪੱਤਰਕਾਰਾਂ ਨੇ ਜਾ ਕੇ ਕਿ ਕਿੱਦਾਂ, ਕੋਈ ਕਵੇ ਜੀ ਮੈਂ ਅਕਾਲੀਆਂ ਨੂੰ ਪਾਉਣੀ, ਕੋਈ ਕਹਿੰਦਾ ਜੀ ਕਾਂਗਰਸ ਨੂੰ, ਕੋਈ ਆਪ ਵਾਲਾ। ਦੋ ਕੁ ਬੰਦਿਆਂ ਨੇ ਬੜਾ ਸਪਸ਼ਟ ਕਿਹਾ, ਜਾਣੀ ਉਹ ਇੱਕ ਸ਼ੀਸ਼ਾ ਸਾਡੇ ਲੀਡਰਾਂ ਦੇ ਲਈ। ਉਹ ਕਹਿੰਦੇ ਜੀ ਯਾਰ ਜਿਹਨੂੰ ਮਰਜ਼ੀ ਪਾ ਦੇਣੀ, ਕਿਸੇ ਪੁਰਾਣੇ ਨੂੰ ਨਹੀਂ ਪਾਉਣੀ। ਇਹਦਾ ਮਤਲਬ ਕਿ ਉਹ ਬੰਦਾ ਕਿਸੇ ਪਾਰਟੀ ਨਾਲ ਨਹੀਂ ਬੱਝਾ, ਉਹ ਦੁਖੀ ਆਤਮਾ, ਉਹ ਤੰਗ ਹੀ ਇੰਨਾ, ਜਿਹੜਾ ਕਹਿੰਦਾ ਯਾਰ ਮੈਂ ਕਿਸੇ ਪੁਰਾਣੇ ਨੂੰ ਨਹੀਂ ਪਾਉਣੀ। ਕਿਉਂਕਿ ਇਹ ਤਾਂ ਗੱਲ ਪੱਕੀ ਆ ਕਿ ਪੰਜਾਬ ਦੇ ਤਕਰੀਬਨ 90-95% ਵਿਧਾਨ ਸਭਾ ਹਲਕਿਆਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿੱਤ ਕੇ ਗਏ ਆ, ਸਰਕਾਰਾਂ ਵੱਖ-ਵੱਖ ਧਿਰਾਂ ਦੀਆਂ ਬਣੀਆਂ। ਇਹਦਾ ਮਤਲਬ ਕਿ ਉਹਦੀਆਂ ਆਸਾਂ ਦੇ ਉੱਤੇ ਕੋਈ ਵੀ ਖਰਾ ਨਹੀਂ ਉਤਰਿਆ। ਉਹ ਨਵਾਂ ਕਿਹਨੂੰ ਮੰਨਦਾ ਹੈ, ਅਸੀਂ ਉਸ ਬਹਿਸ ਦੇ ਵਿੱਚ ਨਹੀਂ ਪੈਂਦੇ। ਪਰ ਉਸ ਬੰਦੇ ਦੀ ਟਿੱਪਣੀ ਤੋਂ ਇਹ ਗੱਲ ਤਾਂ ਕਲੀਅਰ ਹੈ ਨਾ ਕਿ ਹੁਣ ਪੰਜਾਬ ਦੇ ਸਾਰੇ ਲੋਕ ਪਾਰਟੀਆਂ ਦੇ ਨਾਲ ਨਹੀਂ ਜੁੜੇ, ਸਾਰੇ ਲੋਕ ਪਾਰਟੀਆਂ ਦੇ ਪੈਰੋਕਾਰ, ਵਰਕਰ, ਸਮਰਥਕ ਜਾਂ ਚਮਚੇ ਕੜਛ ਨਹੀਂ ਹੈਗੇ। ਲੋਕਾਂ ਦਾ ਇੱਕ ਧੜਾ ਇੱਦਾਂ ਦਾ ਕਾਇਮ ਹੋ ਗਿਆ ਜਿਹੜੇ ਕਹਿੰਦੇ ਯਾਰ ਵੀ ਕੰਮ ਕੀਤਾ ਤਾਂ ਪਾਉਣੀ ਹੈ, ਜੇ ਨਹੀਂ ਕੀਤਾ ਨਹੀਂ ਪਾਉਣੀ। ਪਰ ਐਤਕੀ ਕੋਈ ਵੀ ਬੰਦਾ ਇੱਦਾਂ ਦਾ ਨਹੀਂ ਅਜੇ ਤੱਕ ਲੱਭਾ ਜਿਹੜਾ ਕਹਿੰਦਾ ਯਾਰ ਮੈਂ ਵੋਟ ਹੀ ਨਹੀਂ ਪਾਉਣ ਜਾਣਾ। ਇੱਕ ਵੱਖਰਾ ਆਸਪੈਕਟ ਹੈ, ਨਹੀਂ ਤਾਂ ਬਹੁਤ ਸਾਰੇ ਲੋਕ ਹੁੰਦੇ ਕਹਿੰਦੇ ਇੱਥੇ ਕਿਹੜਾ ਕੁਛ ਬਣਨਾ, ਵੋਟ ਨਹੀਂ ਪਾਉਣੀ।
ਫਿਰ ਇੱਕ ਵਾਰੀ ਨੋਟਾਂ ਦੀ ਲਹਿਰ ਚੱਲੀ ਸੀ ਕਿ ਨੋਟਾਂ ਨੂੰ ਪਾ ਦੇਣੀ ਹੈ। ਪਰ ਐਤਕੀ ਕਿਉਂਕਿ ਲੋਕਾਂ ਦੇ ਕੋਲ ਆਪਸ਼ਨ ਵਧੀਆ ਤੇ ਲੋਕ ਹੁਣ ਕਹਿੰਦੇ ਆ ਜੀ ਕੋਈ ਗੱਲ ਨਹੀਂ, ਦੇਖਾਂਗੇ, ਸੋਚ ਸਮਝ ਕੇ ਵੋਟ ਪਾਵਾਂਗੇ, ਬੜੇ ਬੰਦੇ ਪਰਖੇ ਨੇ, ਉਹਨਾਂ ਚੋਂ ਕਿਸੇ ਨੂੰ ਪਰਖ ਲਾਂਗੇ ਜਾਂ ਨਵਾਂ ਪਰਖ ਲਾਂਗੇ। ਇਹਦੇ ਨਾਲ ਲੱਗਦਾ ਹੈ ਕਿ ਕੁਝ ਵਿਧਾਨ ਸਭਾ ਹਲਕਿਆਂ ਦੇ ਵਿੱਚ ਐਤਕੀ ਵੱਡੇ ਉਲਟ ਫਿਰ ਵੀ ਹੋ ਸਕਦੇ ਆ। ਨਹੀਂ ਹੋ ਸਕਦੇ ਆ, ਪਰ ਦੇਖੋ ਨਵੇਂ ਤੇ ਸਾਰੇ ਹੀ ਆ। ਹੁਣ ਜਿੱਦਾਂ ਮੰਨ ਲਓ ਆਹ ਸਟੇਟਮੈਂਟ ਹੈ ਨਾ, ਤੇ ਜੇ ਮੰਨ ਲਓ ਮੈਂ ਲੀਡਰ ਹਾਂ, ਤੁਸੀਂ ਮੈਨੂੰ ਪੁੱਛੋ, ਮੰਨ ਲਓ ਵੀ ਮੈਂ ਹੁਣ ਅਕਾਲੀ ਦਲ ਦਾ ਲੀਡਰ, ਮੈਂ ਕਿਹਾ ਜੀ ਬਿਲਕੁਲ ਅਸੀਂ ਨਵੇਂ ਆ, ਪਹਿਲਾਂ ਸਾਡਾ ਗੱਠਜੋੜ ਬੀਜੇਪੀ ਨਾਲ ਹੁੰਦਾ ਸੀ, ਹੁਣ ਸਾਡਾ ਬਸਪਾ ਨਾਲ, ਸਾਡਾ ਗੱਠਜੋੜ ਹੀ ਨਵਾਂ, ਫਿਰ ਸਾਨੂੰ ਪਾਉਣੀ ਵੋਟ ਬੰਦੇ ਨੇ। ਜੇ ਮੰਨ ਲਓ ਮੈਂ ਕਾਂਗਰਸ ਵਾਲੇ ਪਾਸਿਓਂ ਆ, ਉਹ ਯਾਰ ਇੱਕ ਉਹ ਪੁਰਾਣੀ ਕਾਂਗਰਸ ਸੀਗੀ ਕੈਪਟਨ ਸਾਹਿਬ ਦੇ ਵੇਲੇ, ਉਹਨਾਂ ਦਾ ਕੰਮ ਨਿਕਲ ਗਿਆ। ਤੁਸੀਂ ਦੇਖੋ 100 ਤੋਂ ਵੱਧ ਦਿਨ ਹੋ ਗਏ, ਉਹਨਾਂ ਦੇ ਵਿੱਚ ਜਿਹੜਾ ਕੰਮ ਅਸੀਂ ਕਰਕੇ ਦਿੱਤੇ ਆ ਨਾ, ਹੁਣ ਇਸ ਨਵੀਂ ਕਾਂਗਰਸ ਨੂੰ ਵੋਟ ਪੈਣੀ, ਪ੍ਰਧਾਨ ਨਵਾਂ, ਮੁੱਖ ਮੰਤਰੀ ਨਵਾਂ, ਚਿਹਰੇ ਨਵੇਂ। ਜੇ ਆਪਾਂ ਆਪ ਵਾਲਿਆਂ ਨੂੰ ਪੁੱਛ ਲਈਏ, ਉਹ ਕਹਿੰਦੇ ਜੀ ਪਾਰਟੀ ਸਾਡੀ ਨਵੀਂ ਹੈ, ਸਭ ਤੋਂ ਨਵੇਂ ਅਸੀਂ, ਕੋਈ 100 ਸਾਲ ਪੁਰਾਣੀ, ਕੋਈ 125 ਸਾਲ ਪੁਰਾਣੀ ਪਾਰਟੀ, ਤੇ ਵੋਟ ਤੇ ਸਾਡੀ ਬਣਦੀ ਹੈ। ਬੀਜੇਪੀ ਵਾਲਿਆਂ ਆਖਣਾ ਜੀ ਦੇਖੋ ਸਭ ਤੋਂ ਨਵਾਂ ਨਕੋਰ ਭਾਂਡਾ ਸਾਡਾ, ਇੱਕ ਹੁੰਦਾ ਨਾ ਵੀ ਜਿਹੜੀ ਗੜਵੀ ਜਿੱਤੇ ਨਾਂ ਲਿਖਿਆ ਹੁੰਦਾ, ਜੇ ਚਿਰ ਕਰਕੇ ਮਸ਼ੀਨ ਨਾਲ ਲਿਖਾਇਆ ਹੁੰਦਾ, ਉਹ ਵਾਲੇ ਅਸੀਂ ਆ, ਤੇ ਇਸ ਕਰਕੇ ਵੋਟ ਸਾਡੀ। ਜੇ ਕਿਸਾਨਾਂ ਨੂੰ ਪੁੱਛ ਲਿਆ, ਕਹਿੰਦੇ ਪਹਿਲੀ ਵਾਰ ਹੀ ਅਸੀਂ ਆਏ ਹਾਂ, ਤੇ ਦੱਸੋ ਇਹ ਤੋਂ ਪਹਿਲਾਂ ਕਦੇ ਅਸੀਂ ਇਲੈਕਸ਼ਨ ਨਹੀਂ ਲੜੀ, ਵੋਟ ਤੇ ਸਾਡੀ। ਸੰਧਾਲ ਇਹ ਸਭ ਕਈ ਘਰਾਂ ਦੇ ਵਿੱਚ ਨਲਕੇ ਅਜੇ ਵੀ ਹੈਗੇ ਆ, ਪਰ ਪਾਣੀ ਹੈ ਨਹੀਂ। ਜਾਣੀ ਉਹਨਾਂ ਨੇ ਕਿਹਾ ਨਲਕਾ ਚਲੋ ਪਟਾ ਦਾਂਗੇ ਯਾਰ, ਗੱਲ ਕਿਹੜੀ, ਨਿਆਣੇ ਹੋਰ ਨਹੀਂ, ਕੋਈ ਤਾਂ ਖੇਡ ਖੂਡ ਹੀ ਲੈਂਦੇ ਲਮਕ ਕੇ ਨਾ। ਪੰਜਾਬ ਦੀ ਡਿਵੈਲਪਮੈਂਟ ਵੀ ਨਲਕੇ ਚੋਂ ਮੁੱਕੇ ਪਾਣੀ ਵਰਗੀ ਆ। ਡਿਵੈਲਪਮੈਂਟ ਪੋਸਟਰਾਂ ਤੇ ਹੈਗੀ ਆ, ਚਾਹੇ 2017 ਵਾਲੀ, 12 ਵਾਲੀ, 7 ਵਾਲੀ, 2 ਵਾਲੀ, 97 ਵਾਲੀ, ਚਾਹੇ ਹੁਣ ਵਾਲੀ ਜਿਹੜੀ ਮਰਜ਼ੀ ਸਰਕਾਰ ਹੈ, ਉਹ ਨਹੀਂ ਨਜ਼ਰ ਆਉਂਦੀ। ਤੁਸੀਂ ਦੇਖੋ ਜਿਹੜੀ ਤੁਸੀਂ ਜਿੰਨੀ ਸਫਾਈ ਦੇ ਨਾਲ ਨਾ, ਮੈਨੂੰ ਚੇਤਾ ਆ ਗਿਆ, ਅੱਗੇ ਆਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਡੁਗ 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 ਮਦਾਰੀ, ਉਹਨਾਂ ਨੇ ਬੜੀ ਸਫਾਈ ਦੇ ਨਾਲ ਉਹ ਪੈਸੇ ਜਾਂ ਐਂ ਦਿਖਾਉਣੇ, ਮੁੜ ਕੇ ਕਿਸੇ ਦੀ ਪੈਂਟ ਚੋਂ ਕੱਢ ਦੇਣੇ। ਅੱਜ ਤੱਕ ਪਤਾ ਨਹੀਂ ਲੱਗਾ, ਆਹ ਦੇਖੋ ਜੀ ਪੈਸੇ ਐਂ ਕਰਕੇ ਪਤਾ ਨਹੀਂ ਕਿੱਧਰਲੇ ਪਾਸਿਓਂ, ਉਹ ਦੇਖੋ ਜੀ ਤੁਸੀਂ ਆਪਣੀ ਜੇਬ 'ਚ ਦੇਖੋ, ਆਂਡਾ ਤੁਹਾਡੀ ਜੇਬ 'ਚ ਹੋਊਗਾ। ਮੈਨੂੰ ਤੁਸੀਂ ਉਸ ਬੰਦੇ ਵਰਗੇ ਲੱਗੇ ਹੋ, ਤੁਸੀਂ ਤੋਂ ਭਾਵ ਲੀਡਰ ਹੈ, ਉਹਦਾ ਕਾਰਨ ਦੱਸਦਾ ਹੀ। ਯਾਨੀ ਹਰ ਇੱਕ ਲੀਡਰ ਦੇ ਕੋਲ ਪੰਜਾਬ ਦੇ 2 ਕਰੋੜ ਤੇ 12 ਲੱਖ ਵੋਟਰ ਐਂ ਬੈਠੇ ਆ, ਉਹਨਾਂ ਦੇ ਸਾਹਮਣੇ ਹਰ ਇੱਕ ਬੰਦਾ ਆਉਂਦਾ। ਤੁਸੀਂ ਦੇਖੋ ਸਫਾਈ ਕਿੰਨੀ ਆ, ਹੱਥ ਕੀ ਸਫਾਈ ਹੈ ਨਾ, ਜਾਦੂਗਰ ਫਲਾਨਾ ਸਮਰਾਟ, ਸਾਰੇ ਜਾਦੂਗਰ ਹੀ ਨੇ। ਕੋਈ ਵੀ ਬੰਦਾ ਉਸ ਗੱਲ ਦੇ ਵੱਲ ਨਹੀਂ ਆਉਂਦਾ ਜਿੱਥੇ ਉਹਦੀ ਹੇਠੀ ਹੈ। ਆਪਾਂ ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰਕੇ ਉੱਪਰ ਨੂੰ ਚੱਲਦੇ ਹਾਂ। ਆਮ ਆਦਮੀ ਪਾਰਟੀ ਵਾਲੀ ਇਹ ਗੱਲ ਨਹੀਂ ਦੱਸਦੇ ਕਿ 4 ਦੇ ਵਿੱਚੋਂ 3 MP ਉਹਨਾਂ ਦੇ ਅਗਲੀ ਵਾਰੀ ਚੁਣੇ ਕਿਉਂ ਨਹੀਂ ਗਏ, ਜਾਂ 2 ਬੰਦੇ ਕਿੱਥੇ ਚਲੇ ਗਏ ਸੀ, ਜਾਂ 10 MLA ਕਿੱਥੇ ਨੇ, ਜਾਂ ਜਿਹੜੇ ਦੋਸ਼ ਪਿਛਲੀ ਵਾਰ ਲੱਗੇ ਸੀ ਕਿ ਭਾਈ ਟਿਕਟਾਂ ਇੱਧਰ ਉੱਧਰ ਹੋਈਆਂ, ਉਹਨਾਂ ਦੇ ਬਾਬਤ ਕੋਈ ਗੱਲ ਨਹੀਂ ਕਰਦੇ। ਕਹਿੰਦੇ ਜੀ ਐਤਕੀ ਵੋਟਾਂ ਪਾਓ, ਠੀਕ ਹੈ, ਹੱਕ ਬਣਦਾ ਤੁਹਾਡਾ, ਵੋਟਾਂ ਮੰਗੋ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਬਣੇ, ਉਹ ਕਹਿੰਦੇ ਮੇਰੇ 111 ਦਿਨਾਂ ਦਾ ਹਿਸਾਬ ਲੈ ਲਓ, ਪਿਛਲਾ ਰਹਿਣ ਦਿਓ, ਭਾਵੇਂ ਮੈਂ ਕੈਬਨਿਟ ਮਿਨਿਸਟਰ ਸੀ। ਜਾਣੀ ਹੱਥ ਕੀ ਸਫਾਈ ਹੈ ਨਾ ਜੀ। ਸਿੱਧੂ ਸਾਹਿਬ ਕਹਿੰਦੇ ਜੀ ਅਜੇ ਤਾਂ ਸੰਗਠਨ ਦੀ ਜ਼ਿੰਮੇਵਾਰੀ ਮਿਲੀ ਹੈ, ਸਰਕਾਰ ਦੀ ਥੋੜ੍ਹੋ ਮਿਲੀ ਹੈ, ਭਾਵੇਂ ਸਾਡੀ ਆਪਣੀ ਪਾਰਟੀ ਦੀ ਸਰਕਾਰ ਸੀ। ਉਧਰ ਦੂਸਰੇ ਪਾਸੇ ਤੁਸੀਂ ਦੇਖੋ ਕਮਾਲ ਦੀ ਗੱਲ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ ਤਾਂ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਜੀ ਸਾਡੀ ਵਾਰੀ ਤਾਂ 10 ਸਾਲਾਂ 'ਚ ਵਿਕਾਸ ਹੀ ਵਾਹ ਹੋਇਆ ਸੀ, ਐਸਾ ਪਾਣੀ ਆੜ 'ਚ ਛੱਡਿਆ ਸੀ ਜਿਹਦਾ ਨਕਾਲ 5 ਸਾਲਾਂ 'ਚ ਟੁੱਟ ਗਿਆ। ਯਾਨੀ ਕੁਛ ਨਾ ਕੁਛ ਤਾਂ ਨਜ਼ਰ ਆਉਣੇ ਚਾਹੀਦੇ ਸੀ ਚਬੂਤਰੇ, ਕੁਛ ਨਾ ਕੁਛ ਤਾਂ ਇਮਾਰਤ ਦੇ ਵਿੱਚ ਤੁਸੀਂ 20 ਸਾਲ ਨਾ ਰਹੋ, ਮਾੜਾ ਮੋਟਾ ਖੰਡਰ ਨਜ਼ਰ ਆਉਂਦਾ ਹੁੰਦਾ। ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਤਾਂ ਸਫਾਈ ਬੜੀ ਕਮਾਲ ਦੀ ਹੈ, ਉਹਨੇ ਸਾਨੂੰ ਤਾਂ ਅਜੇ ਤੱਕ ਮੌਕਾ ਨਹੀਂ ਮਿਲਿਆ। ਜਦ ਕਿ ਮੈਨੂੰ ਲੱਗਦਾ ਕਿ ਕਾਗਜ਼ ਬੋਲਦੇ ਆ ਕਿ 2007 ਤੋਂ ਲੈ ਕੇ 17 ਤੱਕ ਸਰਕਾਰ ਦੇ ਵਿੱਚ ਉਹ ਵੀ ਸੀਗੀ। ਸਾਨੂੰ ਤਾਂ ਐਂ ਵੀ ਲੱਗਦਾ ਕਿ 2004 ਤੋਂ ਲੈ ਕੇ ਤਾਂ 2022 ਆ ਗਿਆ, ਕੇਂਦਰ ਦੇ ਵਿੱਚ ਵੀ ਸਰਕਾਰ ਉਹਨਾਂ ਦੀ ਹੈ, ਪੈਕੇਜ ਪੂਕੇਜ ਵਾਲਾ ਸਿਸਟਮ ਕੋਈ ਨਾ ਕੋਈ ਹੋ ਸਕਦਾ ਸੀ। ਜਾਣੀ ਹਰ ਇੱਕ ਬੰਦੇ ਦੇ ਕੋਲੇ ਐਕਸਕਿਊਜ਼ ਆ, ਸੱਤਾ ਸਾਰਿਆਂ ਨੇ ਮਾੜੀ ਮੋਟੀ ਇੱਧਰ ਆ ਕੇ ਭੋਗੀ ਕਿਤੇ ਨਾ ਕਿਤੇ ਜ਼ਰੂਰ ਹੈ, ਪਰ ਆਹ ਜਿਹੜੀ ਹੱਥ ਦੀ ਸਫਾਈ ਆ ਨਾ, ਹੁਣ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਕਈ ਜਿਹੜੇ ਆਲੇ ਦੁਆਲੇ ਲੋਕ ਬੈਠੇ ਹੁੰਦੇ ਆ, ਉਹ ਇਹ ਨਹੀਂ ਦੇਖਦੇ ਕਿ ਜਾਦੂਗਰ ਕਿਹੜਾ ਹੱਥ ਹਿਲਾਉਂਦਾ ਹੈ, ਉਹ ਦੇਖਦੇ ਆ ਕਿ ਸਮਾਨ ਦੂਜੇ ਹੱਥ ਦੇ ਵਿੱਚ ਉਹਨੇ ਲੁਕੋਇਆ ਹੈ। ਇਸ ਕਰਕੇ ਹੁਣ ਤੁਸੀਂ ਹੱਥ ਜਿੰਨੇ ਮਰਜ਼ੀ ਹਿਲਾਈ ਜਾਓ, ਬਹੁਤ ਸਾਰੇ ਲੋਕਾਂ ਦੀ ਨਜ਼ਰਾਂ ਐਸਾ ਹੱਥ ਹੱਲਾ। ਚਲੋ ਇਹ ਤਾਂ ਟਾਈਮ ਦੱਸੂਗਾ, ਆਪਾਂ ਲੋਹੜੀ ਡੀਕਦੇ ਹਾਂ, ਲੋਹੜੀ ਨੂੰ ਆਪਾਂ ਸ਼ਰਤ ਲਾਉਣੀ ਦੋਵਾਂ ਭਰਾਵਾਂ ਨੇ, ਫੇਰ ਉਦੋਂ ਬਾਅਦ ਫਿਰ ਲਾਵਾਂਗੇ ਵੀ ਕਿਸ ਹਿਸਾਬ ਨਾਲ ਕਿੱਧਰ ਨੂੰ ਜਾਂਦੀ ਕਹਾਣੀ। ਨਹੀਂ ਆਪਾਂ ਸ਼ਰਤ ਲਾਉਣ ਨੂੰ ਕਹਿਣਾ ਤੁਹਾਡੀ ਡਿਊਟੀ ਹੈ, ਲਾਉਣੀ ਕਿ ਨਹੀਂ ਲਾਉਣੀ ਉਹ ਮੇਰੀ ਮਰਜ਼ੀ ਹੈ। ਨਹੀਂ ਭੱਜਣ ਨਹੀਂ ਦਿਆਂਗੇ। ਨਹੀਂ ਭੱਜਦੇ ਨਹੀਂ, ਸਾਡੇ 5 ਜਿਹੜੇ ਦਬਲੇ ਆ ਨਾ। ਅੱਛਾ ਆਪਾਂ ਖਬਰਾਂ ਵਾਲੇ ਪਾਸੇ ਆਈਏ। ਬਸ ਬੜੇ ਦਿਨ ਉਡੀਕਿਆ, ਅਕਾਲੀ ਦਲ ਨੂੰ ਐਂ ਲੱਗਿਆ ਵੀ ਯਾਰ ਇੱਦਾਂ ਕਿੱਦਾਂ ਗੱਡੀ ਚੱਲੂ, ਵੀ ਇਹ ਸਾਡਾ ਲੀਡਰ ਨਾ ਹੋਊਗਾ ਸਾਡੇ 'ਚ, ਤੇ ਫਿਰ ਕਰਾਂਗੇ ਕੀ। ਅਖੀਰ ਅਗਾਊਂ ਜ਼ਮਾਨਤ ਮਿਲੀ ਤੇ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਦੁਬਾਰਾ ਪ੍ਰੈਸ ਕਾਨਫਰੰਸ ਕੀਤੀ, ਤੇ ਜਿੱਦਾਂ ਦੀ ਪ੍ਰੈਸ ਕਾਨਫਰੰਸ ਉਡੀਕੀ ਜਾ ਰਹੀ ਸੀ ਪਿਛਲੇ ਕਾਫੀ ਦਿਨਾਂ ਤੋਂ, ਲਗਭਗ ਉੱਦਾਂ ਦੀ ਕੀਤੀ। ਤੇ ਜਿਹੜਾ ਆਪਣੇ ਵਾਲਾ ਭਾਈਚਾਰਾ ਉਹ ਤੇ ਅੱਜ ਕੱਲ੍ਹ ਸਗੋਂ ਇਹ ਆਂਦਾ ਵੀ ਯਾਰ ਮਜੀਠੀਆ ਸਾਹਿਬ ਆਪਣੀ ਗੱਲ ਨਿਬੇੜ ਲੈਣ, ਜਦੋਂ ਸਵਾਲ ਜਵਾਬ ਜੇ ਤੇ ਆਉਣ ਥੋੜ੍ਹਾ ਚਿਰ ਹੱਸ ਖੇਡ ਲਵਾਂਗੇ ਜੀ। ਸੋ ਉਹਦੇ 'ਚ ਵੀ ਉਹਨਾਂ ਨੇ ਨਿਰਾਸ਼ ਨਹੀਂ ਕੀਤਾ।
ਹੁਣ ਜਿਸ ਹਿਸਾਬ ਨਾਲ ਮਜੀਠੀਆ ਸਾਹਿਬ ਆਏ ਤੇ ਉਹਨਾਂ ਨੇ ਆਣ ਕੇ ਇਹ ਦੋਸ਼ ਲਾਤਾ ਵੀ ਝੂਠਾ ਕੇਸ ਸੀਗਾ, ਨਾ ਕੋਈ ਅਫਸਰ ਜ਼ਿੰਮੇਵਾਰ ਆ ਤੇ ਨਾ ਕੋਈ ਹੋਰ, ਅਸਲ 'ਚ ਬੰਦੇ ਹੋਰ ਹੀ ਸੀਗੇ ਤੇ ਕੋਈ ਨਹੀਂ ਸਾਡੀ ਨਿਗਾਹ 'ਚ ਆ ਲੈਣ ਦਿਓ, ਟਾਈਮ ਕਰਾਂਗੇ ਗੱਲ। ਨਹੀਂ, ਤੁਸੀਂ ਇਹ ਦੇਖੋ ਕਿ ਦੋ ਬੰਦੇ ਅੱਜ ਕੱਲ੍ਹ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਨਾ, ਉਹ ਬੜੇ ਵੱਖਰੇ ਤਰੀਕੇ ਦੇ ਨਾਲ ਕਰਦੇ ਆ। ਇੱਕ ਉਹਨਾਂ ਦੇ ਵਿੱਚੋਂ ਹੈਗੇ ਆ ਸੰਯੁਕਤ ਸਮਾਜ ਮੋਰਚੇ ਵਾਲੇ ਬਲਵੀਰ ਸਿੰਘ ਰਾਜੇਵਾਲ ਸਾਹਿਬ। ਉਹ ਹਮੇਸ਼ਾ ਕਹਿੰਦੇ ਮੇਰੇ ਮੂੰਹ 'ਚ ਨਾ ਗੱਲ ਪਾਓ, ਇਹ ਸ਼ਬਦ ਮੇਰੇ ਮੂੰਹ 'ਚ ਨਾ ਪਾਓ, ਮੈਂ ਨਹੀਂ ਕਹਿੰਦਾ, ਇਹ ਤੁਸੀਂ ਕਹਿੰਦੇ ਹੋ। ਉਹ ਬਾਰ-ਬਾਰ ਇਹ ਕਹਿੰਦੇ ਹੁੰਦੇ, ਕਈ ਐਸੇ ਮੁੱਦੇ ਨੇ। ਜਦੋਂ ਬਿਕਰਮ ਸਿੰਘ ਮਜੀਠੀਆ ਸਾਹਿਬ ਨਾਲ ਗੱਲ ਕਰਦੇ, ਪੱਤਰਕਾਰ ਕੋਈ ਵੀ ਸਵਾਲ ਪੁੱਛਦੇ, ਉਹ ਕਹਿੰਦੇ ਤੁਸੀਂ ਯਾਰ ਇੰਨੇ ਸੀਨੀਅਰ ਬੰਦੇ ਹੋ, ਤੁਹਾਨੂੰ ਕਿਹੜਾ ਪਤਾ ਨਹੀਂ? ਜੇ ਤੁਹਾਨੂੰ ਨਹੀਂ ਪਤਾ, ਤੁਹਾਡੇ ਪਿਛਲੇ ਵਾਲਿਆਂ ਨੂੰ ਪਤਾ, ਉਹਨਾਂ ਤੋਂ ਪੁੱਛ ਲਓ। ਜਾਣੀ ਬਹੁਤ ਸਾਰੀਆਂ ਗੱਲਾਂ ਅੱਜ ਕੱਲ੍ਹ ਰਾਜਨੀਤਿਕ ਲੀਡਰ ਗੋਲ ਕਰਦੇ ਆ। ਹੁਣ ਮਜੀਠੀਆ ਸਾਹਿਬ ਪਹਿਲਾਂ ਨਾਢਾ ਸਾਹਿਬ ਗੁਰੂ ਘਰ ਨਜ਼ਰ ਆਏ ਕਿ ਉਹਨਾਂ ਨੇ ਉੱਥੇ ਨਤਮਸਤਕ ਹੋ ਕੇ ਮੱਥਾ ਟੇਕਿਆ, ਉਹਦੇ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ। ਅਸੀਂ ਫੇਰ ਕਹਿੰਦੇ ਹਾਂ ਕਿ 20 ਦਿਨ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਜਦੋਂ ਕਿ ਪੰਜਾਬ ਦੇ ਵਿਕਾਸ ਦੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਸੀ, ਜਦੋਂ ਪੰਜਾਬ ਦੇ ਮੁੰਡੇ ਕੁੜੀਆਂ ਟੈਂਕੀਆਂ ਤੇ ਚੜ੍ਹੇ ਹੋ ਸੀ, ਬੇਰੁਜ਼ਗਾਰ, ਕੱਚੇ ਕਾਮੇ, ਨੌਕਰੀਆਂ ਭਾਲਦੇ, ਪਾੜੇ ਸਾਰੇ ਬੰਦੇ, ਉਹ 20 ਦਿਨ ਉਹਨਾਂ ਦੀ ਗੱਲ ਨਹੀਂ ਹੋਈ। ਕਾਂਗਰਸੀ ਕਹਿੰਦੇ ਸੀ ਪੱਟਾਂ ਦੇ ਥਾਪੀ ਮਾਰ ਕੇ ਕਿ ਆਹ ਦੇਖੋ ਕਰਤੀ FIR, ਅਕਾਲੀ ਕਹਿੰਦੇ ਸੀ ਗਲਤ ਕੀਤੀ ਹੈ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਕਮਜ਼ੋਰ ਕੀਤੀ ਹੈ FIR ਜਿਹੜੀ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਉੱਤੇ। ਇੱਕ ਸੱਚ ਤਾਂ ਕੰਧ ਦੇ ਉੱਤੇ ਲਿਖਿਆ ਕਿ ਪੰਜਾਬ 'ਚ ਨਸ਼ਾ ਵਿਕਿਆ ਤੇ ਬੰਦ ਹੀ ਨਹੀਂ ਹੋਇਆ, ਨਾ ਪਹਿਲੀਆਂ ਵਾਰੀ ਨਾ ਦੂਸਰਿਆਂ ਵਾਰੀ। ਹੁਣ ਉਹ ਨਸ਼ਾ ਇੱਕ ਬੰਦੇ ਦੀ ਖੇਡ ਨਹੀਂ, ਕੋਈ ਬਣਾਉਂਦਾ, ਕੋਈ ਲਿਆਉਂਦਾ, ਕੋਈ ਛੋਟੇ ਪੈਕਟਾਂ ਦੇ ਵਿੱਚ ਬੰਦ ਕਰਦਾ, ਮਗਰੋਂ ਕੋਈ ਸਪਲਾਈ ਕਰਦਾ। ਉਹ ਛੋਟੀ ਸਪਲਾਈ ਤੋਂ ਪੈਸੇ ਵੱਡਿਆਂ ਕੋ ਜਾਂਦੇ, ਵੱਡਿਆਂ ਕੋ ਉੱਥੇ ਜਾਂਦੇ, ਉੱਥੋਂ ਪਤਾ ਨਹੀਂ ਕਿੱਥੇ ਕਿੱਥੇ ਜਾਂਦੇ। ਹੁਣ ਉਹ ਚੇਨ ਹੋ ਗਈ ਨਾ ਪੂਰੀ। ਪਰ ਸੈਂਟਰਲ ਇੱਕ FIR ਦੇ ਉੱਤੇ ਕਰ ਦਿੱਤਾ ਗਿਆ, ਇੱਕ ਬੰਦੇ ਤੇ ਕਰ ਦਿੱਤਾ ਗਿਆ। ਉਹ ਕਹਿੰਦੇ ਜੀ ਝੂਠਾ ਕਰਦੇ ਆ। ਇਹਦਾ ਮਤਲਬ ਹੈ ਕਿ ਉਹ 20 ਦਿਨਾਂ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੇ ਖੱਟਿਆ ਕੀ? ਜਦੋਂ ਹਰ ਸਟੇਜ ਤੋਂ ਕਾਂਗਰਸੀ ਕਹਿੰਦੇ ਸੀ ਐ ਹੁੰਦੀ ਇਹ ਗੱਲ, ਦੂਜੇ ਵਾਲੇ ਧਰਨੇ, ਪ੍ਰਦਰਸ਼ਨ, ਜੇ ਉਹ ਸਾਰਾ ਕੁਝ, ਉਹਦੇ ਵਿੱਚੋਂ ਹੋ ਸਕਦਾ ਜੇ ਜ਼ਮਾਨਤ ਨਾ ਮਿਲਦੀ, ਅੱਜ ਕਾਂਗਰਸੀ ਪੱਟਾਂ ਤੇ ਥਾਪੀਆਂ ਮਾਰਦੇ ਕਿ ਦੇਖਿਆ ਭੱਜਾ ਹੀ ਫਿਰਦਾ ਹੀ ਬਿਕਰਮ ਸਿੰਘ ਮਜੀਠੀਆ। ਜ਼ਮਾਨਤ ਮਿਲ ਗਈ ਆ ਤਾਂ ਉਹ ਕਹਿੰਦੇ ਕਿ ਝੂਠਾ ਕੇਸ ਪਾਇਆ, ਆ ਗਿਆ ਕਿ ਨਹੀਂ ਬਾਹਰ। ਨਾ ਤਾਂ ਨਸ਼ੇ ਦੇ ਮੁੱਦੇ ਤੇ ਇਨਸਾਫ ਮਿਲਿਆ, ਤੇ ਸਗੋਂ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ 20 ਦਿਨ ਜਿਹੜੇ ਆਮ ਲੋਕਾਂ ਦੇ ਮੁੱਦੇ ਮੀਡੀਆ ਦੇ ਵਿੱਚ ਛਾਏ ਰਹਿਣੇ ਸੀ, ਉਹ ਦੱਬੇ ਹੀ ਗਏ ਸੀ, ਪੱਲੇ ਕੱਖ ਵੀ ਨਾ ਪਿਆ। ਹਾਂ, ਇੱਕ ਗੱਲ ਜ਼ਰੂਰ ਹੋਈ ਹੈ, ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਰਾਹੂ ਕੇਤੂ ਸ਼ਬਦ ਵਰਤੇ। ਉਹ ਕਹਿੰਦੇ ਇੱਥੇ ਹੀ ਸੀ, ਕਿੱਥੇ ਗਿਆ? ਰਾਹੂ ਕੇਤੂ ਨੂੰ ਸਭ ਪਤਾ ਸੀ ਮੈਂ ਕਿੱਥੇ ਆ। ਹੁਣ ਉਹ ਰਾਹੂ ਕੇਤੂ ਸ਼ਬਦ ਤੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਗੱਲ ਚੱਕ ਲਈ। ਇੱਥੋਂ ਤੱਕ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਫਿਰ ਕਹਿ ਦਿੱਤਾ, ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ, ਅਫਸਰਾਂ ਨੂੰ ਧਮਕਾਉਂਦੇ ਸੀ, ਅਫਸਰਾਂ ਨੂੰ ਦਬਾਅ ਪਾਉਂਦੇ ਸੀ ਕਿ FIR ਦਰਜ ਕਰੋ, ਗੱਲ ਵਿੱਚੋਂ ਕੁਝ ਨਹੀਂ ਸੀ। ਇਹ ਬੰਦੇ ਤਾਂ ਕਹਿੰਦੇ ਜਿੱਥੇ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ, ਅਸੈਸੀਨੇਸ਼ਨ ਸ਼ਬਦ ਵਰਤਿਆ ਉਹਨਾਂ ਨੇ। ਉਹ ਕਹਿੰਦੇ ਜੀ ਜਿਸ ਸੂਬੇ 'ਚ, ਜਿਸ ਸਰਕਾਰ ਦੇ ਅਧੀਨ, ਜਿਸ ਕਾਰਜਕਾਰੀ DGP ਦੇ ਅਧੀਨ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ, ਮਜੀਠੀਆ ਕੀ ਚੀਜ਼ ਹੈ? ਕਹਿੰਦੇ ਤੁਸੀਂ ਆਪ ਹਿਸਾਬ ਕਿਤਾਬ ਲਾਓ ਕਿ ਕਿੱਡਾ ਵੱਡਾ ਇਹਨਾਂ ਨੇ ਖਤਰਾ ਪੈਦਾ ਕਰ ਦਿੱਤਾ ਸੀ। ਯਾਨੀ ਆਉਂਦੇ ਬਿਕਰਮ ਸਿੰਘ ਮਜੀਠੀਆ ਸਾਹਿਬ ਤੋਂ ਜਿੱਦਾਂ ਦੇ ਬਿਆਨ ਦੀ ਉਮੀਦ ਸੀ ਉਹਨਾਂ ਨੇ ਦੇ ਦਿੱਤਾ ਹੀ ਨਹੀਂ, ਦਿੱਤਾ ਪੂਰਾ। ਉਹਨਾਂ ਦੇ ਦੇਖੋ ਇਹ ਵੀ ਗੱਲ ਕਹੀ, ਉਹ ਕਹਿੰਦੇ ਵੀ ਮੈਂ ਇੱਥੇ ਦੇਖਦਾ ਵੀ ਇੱਧਰ ਮੁਰਦਾਬਾਦ ਹੁੰਦੀ ਆ ਤੇ ਨਾਲ ਹੀ ਰੂਟ ਬਣ ਜਾਂਦਾ ਵੀ ਮੁੱਖ ਮੰਤਰੀ ਸਾਹਿਬ ਦਾ ਰੂਟ ਡਾਇਵਰਟ ਜੀ, ਪ੍ਰਧਾਨ ਸਾਹਿਬ ਦਾ ਰੂਟ ਡਾਇਵਰਟ ਜੀ। ਕਹਿੰਦੇ ਜੇ ਪ੍ਰਧਾਨ ਸਾਹਿਬ ਦਾ ਜਾਂ ਮੰਨ ਲਓ ਮੁੱਖ ਮੰਤਰੀ ਸਾਹਿਬ ਦਾ ਰੂਟ ਡਾਇਵਰਟ ਹੋ ਸਕਦਾ ਤੇ ਯਾਰ ਪ੍ਰਧਾਨ ਮੰਤਰੀ ਇਹਨਾਂ ਸੜਕ ਨਹੀਂ ਲੱਭੀ ਤੁਹਾਨੂੰ। ਹੁਣ ਇਹ ਜਿਸ ਹਿਸਾਬ ਨਾਲ ਉਹਨਾਂ ਨੇ ਆਪਣੇ ਹਿਸਾਬ ਨਾਲ ਗੱਲ ਨਿਸ਼ਾਨਾ ਮਾਰਿਆ, ਉਹ ਤੇ ਫਿਰ ਹੁਣ ਜਵਾਬ ਤੇ ਬਣਦਾ ਸੀ ਨਾ। ਜਵਾਬ ਫਿਰ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਦਿੱਤਾ, ਗ੍ਰਹਿ ਮੰਤਰੀ ਨੇ। ਅਗਲੇ ਕਿਵੇਂ ਦਾ? ਉਹ ਕਹਿੰਦੇ ਆਹ ਦੇਖ ਲਓ ਗੱਲ ਕਲੀਅਰ ਹੋ ਗਈ ਨਾ, ਹੁਣ ਤੁਹਾਨੂੰ ਅੱਜ ਤੇ ਕਲੀਅਰ ਹੋ ਗਈ ਨਾ, ਹੁਣ ਤੇ ਕੋਈ ਸ਼ੱਕ ਨਹੀਂ ਨਾ ਰਿਹਾ। ਉਹ ਕਹਿੰਦੇ ਵੀ ਅਸਲ ਦੇ ਵਿੱਚ BJP ਤੇ ਅਕਾਲੀ ਦਲ ਇਕੱਠੇ ਹੀ ਹੈ। ਇਸੇ ਕਰਕੇ ਇਹਨਾਂ ਨੇ ਆਹ ਦੇਖੋ ਆਉਂਦੇ ਹੀ ਇਸ ਹਿਸਾਬ ਨਾਲ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕਰ ਰਹੇ, ਸਿਰਫ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣਾ ਵੀ BJP ਨੇ ਅੱਡ ਇਲੈਕਸ਼ਨਾਂ ਲੜਨੀਆਂ, ਅਕਾਲੀ ਦਲ ਨੇ ਅੱਡ ਲੜਨੀਆਂ। ਜਿੱਦਣ ਇਹ ਕੰਮ ਨਿਬੜ ਗਿਆ ਉਦੋਂ ਬਾਅਦ ਇਹਨੇ ਫਿਰ ਇਕੱਠੇ ਹੋਣਾ। ਇਹਨਾਂ ਦਾ ਲੁਕਵਾਂ ਗੱਠ ਜੋੜਿਆ ਬਸ। ਠੀਕ ਹੈ, ਗ੍ਰਹਿ ਮੰਤਰੀ ਨੇ ਅਗਲੇ ਕਹਿ ਸਕਦੇ ਨਹੀਂ ਕਹਿਤਾ, ਕਿਉਂਕਿ ਇੱਕ ਦੂਜੇ ਤੇ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ। ਲੋਕਾਂ ਦੇ ਸਾਹਮਣੇ ਬੈਲੈਂਸ ਹੋ ਕੇ ਰਹਿਣਾ ਕਿ ਨਹੀਂ ਬਈ ਉਹਨੇ ਵੀ ਮੋਹਰਿਓਂ ਕਿਹਾ। ਨਾਲੇ ਜੇ ਲੀਡਰ ਬਿਆਨ ਨਾ ਦੇਣ ਤਾਂ ਫਿਰ ਅਸੀਂ ਸੁਣਾਉਣਾ ਕੀ ਆ? ਨਹੀਂ, ਆਪਾਂ ਤਾਂ ਸੁਣਾਉਣਾ ਕੀ ਨਹੀਂ ਸੁਣਾਉਣਾ। ਮੈਨੂੰ ਲੱਗਦਾ ਜਸਵੀਰ ਸਿੰਘ ਗੜੀ ਹੋਣੀ ਕੀ ਜਵਾਬ ਦਿੰਦੇ ਹੋਣਗੇ ਆਪਣੇ ਲੀਡਰਾਂ ਨੂੰ। ਹੋ ਸਕਦਾ ਉਹਨਾਂ ਨੂੰ ਫੋਨ ਆ ਗਿਆ ਵੇ, ਗੜੀ ਸਾਹਿਬ ਤੁਸੀਂ ਯਾਰ ਉਹ ਗੱਲ ਨਾ ਆਖੀ ਜਾਓ, ਉਹ ਗ੍ਰਹਿ ਮੰਤਰੀ ਸਾਹਿਬ ਕਹਿੰਦੇ ਵੀ ਉਹਨਾਂ ਦਾ BJP ਨੇ ਸਮਝੌਤਾ, ਫਿਰ ਆਪਾਂ ਕਾਹਦੇ ਜਾ? ਉਹ ਕਹਿੰਦੇ ਕੋਈ ਨਹੀਂ ਮੈਂ ਕਰਦਾ ਗੱਲ ਪ੍ਰਧਾਨ ਜੀ ਨਾਲ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਬਿਕਰਮ ਸਿੰਘ ਮਜੀਠੀਆ ਹੋਰਾਂ ਨੇ
ਕਈ ਗੱਲਾਂ ਉੱਥੇ ਆਖੀਆਂ। ਉਹ ਕਹਿੰਦੇ ਜੀ ਸਾਜ਼ਿਸ਼ ਘੜੀ ਗਈ ਹੈ, ਸਿੱਧੂ ਸਾਹਿਬ ਬੈਠੇ, ਰੰਧਾਵਾ ਸਾਹਿਬ ਬੈਠੇ, ਚਟੋਪਧਿਆਏ ਸਾਹਿਬ ਬੈਠੇ, ਤੇ ਚੰਨੀ ਸਾਹਿਬ ਦਾ ਜ਼ਿਕਰ ਤਾਂ ਕਰਨਾ ਹੀ ਸੀ ਕਿ ਇਹਨਾਂ ਨੇ ਰਲ ਮਿਲ ਕੇ ਪ੍ਰਧਾਨ ਮੰਤਰੀ ਸਾਹਿਬ ਦੇ ਖਿਲਾਫ ਸਾਜ਼ਿਸ਼ ਰਚੀ। ਮੇਰੇ ਖਿਲਾਫ ਤਾਂ ਕਹਿੰਦੇ ਸਾਜ਼ਿਸ਼ ਹੈਗੀ ਆ, ਪੰਜਾਬ ਦੇ ਲੋਕਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ। ਪਰ ਇੱਕ ਵਾਰੀ ਫੇਰ ਕਈ ਵਾਰੀ ਕਰਦੇ ਹੋ ਤੁਹਾਡੇ ਵਰਗੇ ਬੰਦੇ ਆ ਮਿੱਟੀ ਲਾ ਕੇ ਆਪਣੇ ਲਾਉਣੀ, ਪੱਟਾਂ ਪੁੱਟਾਂ ਤੇ ਲਾਉਣੀ, ਦੂਜਿਆਂ ਦੇ ਮਾਰਨੀ। ਉਹਨਾਂ ਨੂੰ ਫਿਰ ਪੱਤਰਕਾਰਾਂ ਨੇ ਪੁੱਛ ਲਿਆ ਜੀ, ਕਹਿੰਦੇ ਸਿੱਧੂ ਸਾਹਿਬ ਦੇ ਖਿਲਾਫ ਚੋਣ ਲੜਨੀ ਹੈ। ਉਹ ਕਹਿੰਦੇ ਯਾਰ ਅੱਜ ਤਾਂ ਆਇਆ, ਅਜੇ ਤਾਂ ਬਾਹਰ ਆਏ ਆ, ਇੱਕ ਅੱਧਾ ਦਿਨ ਤਾਂ ਰੁਕ ਲਓ। ਬਾਕੀ ਜੇ ਪਾਰਟੀ ਕਹੂਗੀ, ਵਰਕਰ ਕਹਿਣਗੇ, ਜਿੱਥੇ ਮਰਜ਼ੀ ਖਲੋ ਜਾਾਂਗੇ ਜਾ ਕੇ। ਗੱਲ ਕਿਹੜੀ ਹੈ? ਆਪਣੇ ਨਾਲ ਕਹਿੰਦੇ ਬੰਦੇ ਬਹੁਤ ਨੇ। ਹੁਣ ਤੁਸੀਂ ਦੇਖੋ ਕਿ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਆਪਣਾ ਮਜੀਠਾ ਹਲਕਾ ਵੀ ਖਾਲੀ ਹੈ। ਮੋਹਰਿਓ ਜਿਹੜੇ ਲਾਲੀ ਮਜੀਠੀਆ ਸਾਹਿਬ 15 ਸਾਲਾਂ ਤੋਂ ਮੁਕਾਬਲਾ ਕਰਦੇ ਸੀ, ਉਹ ਆਮ ਆਦਮੀ ਪਾਰਟੀ ਜਾ ਵੜੇ ਆ। ਹੁਣ ਮਜੀਠੀਆ ਸਾਹਿਬ ਉਧਰ ਨੂੰ ਜਾਂਦੇ ਆ ਕਿ ਉਧਰੋਂ ਕੋਈ ਇੱਧਰਲੇ ਪਾਸੇ ਨੂੰ ਆਉਂਦਾ। ਦੇਖਣ ਵਾਲੀ ਗੱਲ ਹੋਊਗੀ। ਇਹ ਵੀ ਚਰਚਾ ਜਿਹਾ ਜੇ ਦੇਖੋ, ਸਿੱਧੂ ਸਾਹਿਬ ਨੇ ਕਹੀ ਤਾਂ ਨਹੀਂ ਗੱਲ ਕਲੀਅਰ, ਪਰ ਚਰਚਾ ਵੀ ਸ਼ਾਇਦ ਸਿੱਧੂ ਸਾਹਿਬ ਕਿਤੇ ਮਜੀਠੀਆ ਨਾਲ ਲੜ ਪੈਣ। ਕੋਈ ਵੱਡੀ ਗੱਲ ਨਹੀਂ, ਪਰ ਚਲੋ ਜੇ ਇਦਾਂ ਦਾ ਰੌਣਕ ਮੇਲਾ ਕਰਨਾ ਤੇ ਕਰ ਲੈਣ, ਕਿਉਂਕਿ ਜਦੋਂ ਦੀ ਇਹ ਚਰਚਾ ਚੱਲੀ ਹੈ ਨਾ ਵੀ ਯਾਰ ਵੱਡੇ ਲੀਡਰਾਂ ਨੂੰ ਵੱਡੇ ਲੀਡਰ ਹੀ ਟੱਕਰਨ, ਫਿਰ ਪਤਾ ਲੱਗਦਾ ਵੀ ਫਲਾਨਾ ਲੀਡਰ ਵੱਡਾ ਵੀਰ। ਮੈਨੂੰ ਇੱਕ ਹੋਰ ਲੱਗਦਾ ਅੱਜ ਫਿਰ ਇੱਕ ਵਾਰੀ ਚਰਚਾ ਚੱਲਦੀ ਸੀ, ਕਿਉਂਕਿ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਨਾ ਕਾਂਗਰਸੀ ਬਦਲ ਕੇ ਬੰਦੇ ਲਿਆਉਂਦੇ। ਪਹਿਲਾਂ ਮਹਿੰਦਰ ਸਿੰਘ KP ਹੋਰੀ ਚੋਣ ਲੜੀ, ਉਹਨਾਂ ਤੋਂ ਪਹਿਲਾਂ ਸਤਨਾਮ ਸਿੰਘ ਕੈਂਥ ਹੋਰਾਂ ਨੂੰ ਉਮੀਦਵਾਰ ਬਣਾਇਆ, ਪਹਿਲਾਂ ਸਰਬਜੀਤ ਸਿੰਘ ਮੱਕੜ ਹੋਰਾਂ ਦੇ ਮੁਕਾਬਲੇ ਕਈ ਬੰਦੇ ਜਿਹੜੇ ਕਾਂਗਰਸ ਦੇ ਕਮਲਜੀਤ ਸਿੰਘ ਲਾਲੀ ਹੋਰੀ ਆਉਂਦੇ ਰਹੇ। ਐਤਕੀ ਹਲਕੇ ਦੇ ਕਾਂਗਰਸੀਆਂ ਨੇ ਇਕੱਠੇ ਹੋ ਕੇ ਕਹਿਤਾ ਯਾਰ ਬਾਹਰਲਾ ਬੰਦਾ ਨਾ ਇੱਥੇ ਬੜੇ, ਚਾਹੇ ਜਿੱਤ ਜਾ ਚਾਹੇ ਹਰ ਜਾ, ਮੁੜ ਕੇ ਆਉਂਦਾ ਹੀ ਨਹੀਂ। ਕਹਿੰਦੇ ਕੋਈ ਅਸੀਂ ਫੇਰ ਇਕੱਲੇ ਹੀ ਰਹਿ ਜਾਂਦੇ ਹਾਂ, ਸਥਾਨਕ ਬੰਦੇ ਨੂੰ ਟਿਕਟ ਦਿਓ। ਚਰਚਾ ਚੱਲਦੀ ਹੈ ਕਿ ਦੁਆਬੇ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਵੀ ਲੜ ਸਕਦੇ ਆ, ਤੋਂ ਹੀ ਨਹੀਂ ਕਿ ਇਕੱਲੇ ਇੱਥੋਂ ਨਹੀਂ, ਚਮਕੌਰ ਸਾਹਿਬ ਤੋਂ ਤਾਂ ਲੜਨਗੇ। ਮੈਨੂੰ ਹੋਰ ਲੱਗਦਾ ਕਿ ਜੇ ਐਸੀ ਗੱਲ ਹੈ, ਜੇ ਇਸ ਤਰੀਕੇ ਹੋਣਾ, ਜੇ ਦੂਜੇ ਹਲਕੇ ਤੋਂ ਲੜਨਾ ਹੀ ਆ, ਉੱਥੋਂ ਚਮਕੌਰ ਸਾਹਿਬ ਤੋਂ ਤੁਰਨਾ ਹੀ ਆ, ਆਦਮਪੁਰ ਜੋ ਰੁਕਣਾ ਮਜੀਠੇ ਜਾ ਵਜਣ। ਇਹ ਵੀ ਗੱਲ ਠੀਕ ਹੈ, ਵੈਸੇ ਗੱਲ ਇਹ ਕਰਦੇ ਇਹ ਤੇ ਸਭ ਤੋਂ ਵਧੀਆ ਵੀ ਉਰੇ ਕੱਲ ਹੀ ਰੁਕਣਾ ਐਵੇਂ। ਇਹ ਹੁਣ ਦਰਿਆ ਇੱਕ ਤੇ ਕਹਿੰਦੇ ਟੱਪਣਾ, ਦੂਜਾ ਵੀ ਟੱਪ ਜੋ ਜੀ। ਦੋ ਦਰਿਆਵਾਂ ਦੀ ਗੱਲ ਹੈ। ਨਾਲੇ ਆਖਣਗੇ ਵੀ ਜੇ ਉੱਥੇ ਜਾ ਕੇ ਮਤਲਬ ਗੱਲ ਬਣ ਗਈ, ਮੈਂ ਨਹੀਂ ਕਹਿੰਦਾ ਵੀ ਬਣਨੀ ਆ, ਜੇ ਬਣ ਗਈ ਫਿਰ ਉਹਨੇ ਕਹਿੰਦਾ 2 ਦਰਿਆ ਟੱਪ ਕੇ ਜਾ ਕੇ ਜਰਨੈਲ ਢਾਇਆ ਹੀ ਮਾਝੇ ਦਾ। ਨਹੀਂ ਦੇਖੋ ਇਹਦੇ ਵਿੱਚ ਇਹ ਵੀ ਗੱਲ ਹੈ ਨਾ, ਉਹ ਕਹਿੰਦੇ ਕਿ ਪਰਚਾ ਕੀਤਾ ਹੀ, ਵੀ ਮੈਂ ਕੀਤਾ ਹੀ, ਕਿਸੇ ਤੋਂ ਨਹੀਂ ਹੋਇਆ, ਤੇ ਚਲੋ ਜ਼ਮਾਨਤ ਮਿਲ ਗਈ ਫਿਰ ਇੱਧਰਲੇ ਪਾਸੇ। ਜਾਣੀ ਕੋਈ ਪਤਾ ਨਹੀਂ ਕਿੱਧਰਲੇ ਪਾਸੇ ਕੁੰਡੀਆਂ ਦੇ ਸਿੰਘ ਫਸ ਜਾਣੇ ਆ। ਵੜੇਵੇਂ ਖਾਣੀ ਨਿੱਤਰ ਦੀ ਕਿੱਥੇ ਆ, ਕੌਣ ਆ, ਕਿੱਦਾਂ ਕਿੱਦਣ ਨੂੰ ਬਾਅਦ 'ਚ ਪਤਾ ਲੱਗੂਗਾ। ਪਰ ਇੱਕ ਗੱਲ ਤਾਂ ਹੈਗੀ, ਇਹਦੇ 'ਚ ਇੱਕ ਚੀਜ਼ ਤੇ ਹੈ ਵੀ ਲੀਡਰਾਂ ਦੀ ਆਪਸੀ ਟੱਸਲ ਜਿਹੜੀ ਹੈ ਨਾ, ਉਹ ਇੱਥੋਂ ਤੱਕ ਵੱਧ ਚੁੱਕੀ ਆ ਵੀ ਮੈਨੂੰ ਲੱਗਦਾ ਵੀ ਹੁਣ ਉਹ ਜਿਹੜਾ ਮਾੜਾ ਮੋਟ ਹੁੰਦਾ ਨਾ ਪਹਿਲਾਂ ਜਿਹਾ ਵੀ ਯਾਰ ਚਲੋ ਆਪਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਵਰਤਣੀ, ਉਹ ਵਾਲਾ ਮਰਿਆਦਾ ਮਰੂਦਾ ਵਾਲਾ ਕੰਮ ਹੋ ਗਿਆ। ਹੁਣ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮਜੀਠੀਆ ਸਾਹਿਬ ਨੇ ਜਿਹੜਾ, ਕਿਉਂਕਿ ਇੱਕ ਪਾਸੇ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ, ਦੂਜੇ ਪਾਸੇ ਸਿੱਧੂ ਸਾਹਿਬ ਦੀ ਸੀਗੀ। ਸਿੱਧੂ ਸਾਹਿਬ ਪੰਜਾਬ ਮਾਡਲ ਦੱਸਦੇ ਸੀ ਤੇ ਮਜੀਠੀਆ ਸਾਹਿਬ ਨੇ ਪੰਜਾਬ ਮਾਡਲ ਨੂੰ ਕੁਝ ਹੋਰ ਮਾਡਲ ਹੀ ਦੱਸ ਦਿੱਤਾ। ਦੱਸ ਚਲੋ ਉਹ ਤਾਂ ਉਹਨਾਂ ਨੇ ਸਿੱਧਾ ਹੀ ਕਹਿਤਾ ਕਿ ਭਾਈ ਉਹ ਮੈਂ ਦੀ ਗੱਲ ਬਹੁਤ ਕਰਦੇ ਆ, ਹਉਮੈ 'ਚ ਰਹਿੰਦੇ ਆ ਨਾ, ਵੀ ਮੈਂ ਕਰਦੇ ਰਹਿੰਦੇ ਆ, ਕਿਉਂਕਿ ਉਹਨਾਂ ਨੇ ਬੱਕਰੀ ਕਈ ਕੁਝ ਸ਼ਬਦ ਵਰਤੇ। ਨਹੀਂ ਪੂਰਾ ਸ਼ਬਦ ਵਰਤਿਆ, ਬੱਕਰੀ ਮਾਡਲ ਕਿਹਾ ਹੋਊਗਾ, ਤੇ ਬੱਕਰੀ ਮਾਡਲ ਹੈ ਬਈ, ਪੰਜਾਬ ਮਾਡਲ ਨਹੀਂ ਹੈਗਾ। ਦੱਸੋ। ਨਹੀਂ ਠੀਕ ਹੈ, ਚਲੋ ਹੋ ਸਕਦਾ ਕਿ ਉਹ ਬੱਕਰੀ ਮਾਡਲ ਹੀ ਹੋਵੇ, ਪੰਜਾਬ ਮਾਡਲ। ਅਸੀਂ ਤਾਂ ਇੱਕੋ ਹੀ ਬੇਨਤੀ ਕਰਦੇ ਹਾਂ, ਜੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਛੇੜ ਹੀ ਲਈ ਹੈ, ਸੇਮ ਟਾਈਮ ਤੇ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਸੀ, ਮਜੀਠੀਆ ਸਾਹਿਬ ਆ ਗਏ, ਉਹਨਾਂ ਨੇ ਹੁਣ ਮੈਦਾਨ ਦੇ ਵਿੱਚ ਨਿੱਤਰ ਆਉਣਾ। ਅਕਾਲੀ ਦਲ ਦਾ ਭਾਰ ਥੋੜ੍ਹਾ ਜਿਹਾ ਹੌਲਾ ਹੋ ਗਿਆ। ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ 5-7 ਚੀਜ਼ਾਂ ਦੱਸੀਆਂ। ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਕੁਝ ਲਿਖਤੀ ਦਿੱਤਾ ਹੀ ਕਿ ਆ ਦੇਖੋ ਜੀ, ਐਕਸਾਈਜ਼ ਡਿਪਾਰਟਮੈਂਟ ਕਾਰਪੋਰੇਸ਼ਨ ਬਣਾ ਦੇਣੀ ਆ, ਆਪ ਹੀ ਕੱਢਾਂਗੇ, ਆਪ ਹੀ ਵੇਚਾਂਗੇ, ਠੇਕਿਆਂ ਦੇ ਉੱਤੇ ਨੌਜਵਾਨਾਂ ਨੂੰ ਕੰਮ ਵੀ ਮਿਲੂਗਾ, ਇੰਨੇ ਪੈਸੇ। ਆਪ ਹੀ ਰੇਤਾ ਕੱਢਾਂਗੇ, ਆਪ ਹੀ ਵੇਚਾਂਗੇ, ਆਪ ਹੀ ਪਹੁੰਚਾਵਾਂਗੇ, ਇੰਨੇ ਪੈਸੇ ਸੂਬੇ ਦੇ, ਇੰਨੇ ਲੋਕਾਂ ਨੂੰ ਕੰਮ। ਟਰਾਂਸਪੋਰਟ ਪਾਲਿਸੀ ਦਾ ਦੱਸਤਾ ਜੀ, ਇਹਨਾਂ ਰੂਟਾਂ ਤੇ ਪ੍ਰਾਈਵੇਟ ਬੱਸਾਂ ਨਹੀਂ ਚੱਲਣਗੀਆਂ, ਇੱਥੇ ਚੱਲਣਗੀਆਂ, ਇੰਨੇ ਬੰਦਿਆਂ ਨੂੰ ਕੰਮ, ਇੰਨੇ ਰੁਪਈਏ। ਕੇਬਲ ਪਾਲਿਸੀ ਦਾ ਦੱਸ ਦਿੱਤਾ। ਕਈ ਹੋਰ ਨੀਤੀਆਂ ਕਿ ਆ ਮੇਰੇ ਕੋਲੇ ਪਾਲਿਸੀਆਂ ਨੇ। ਉਹ ਕਹਿੰਦੇ ਇਹਨਾਂ ਦੇ ਸਿਰ ਦੇ ਉੱਤੇ ਪੰਜਾਬ ਪੈਰਾਂ ਸਿਰ ਆਜੂ। ਉਹ ਕਹਿੰਦੇ ਕਈਆਂ ਨੇ ਕਈ ਸਾਲ ਰਾਜ ਕੀਤਾ, ਚੰਨੀ ਸਾਹਿਬ ਨੇ 125 ਦਿਨ ਰਾਜ ਕੀਤਾ, ਤੇ ਮੈਂ 5 ਸਾਲ ਦੀ ਪਾਲਿਸੀ ਪੰਜਾਬ ਦੇ ਲੋਕਾਂ ਨੂੰ ਦੇ ਰਿਹਾ। ਅਸੀਂ ਇਹ ਬੇਨਤੀ ਕਰਦੇ ਹਾਂ ਸਾਰੀਆਂ ਸਿਆਸੀ ਧਿਰਾਂ ਨੂੰ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਦਾ ਮਾਡਲ ਦੇ ਦਿੱਤਾ। ਉਹ ਮਾਡਲ ਫਲੋਪ ਹੋ ਸਕਦਾ, ਉਹ ਸੁਪਰ ਹਿੱਟ ਹੋ ਸਕਦਾ, ਉਹ ਔਸਤ ਹੋ ਸਕਦਾ। ਜਿੱਦਾਂ ਕਹਿੰਦੇ ਠੀਕ ਠਾਕ ਕਮਾਈ ਕੀਤੀ ਫਿਲਮ ਨੇ। ਉਹਨਾਂ ਨੇ ਇੱਕ ਫਿਲਮ ਦਿਖਾਤੀ, 1 ਦਿਨ ਲੈ ਲਓ, 2 ਦਿਨ ਲੈ ਲਓ, 3 ਦਿਨ ਲੈ ਲਓ, ਹਫ਼ਤਾ ਬੀਤਣ ਤੋਂ ਪਹਿਲਾਂ ਜਾਂ ਤਾਂ ਸਾਰੀਆਂ ਸਿਆਸੀ ਪਾਰਟੀਆਂ ਲਿਖਤੀ ਤੌਰ ਦੇ ਉੱਤੇ ਪੰਜਾਬ ਵਿੱਤੀ ਤੌਰ ਤੇ ਪੈਰਾਂ ਸਿਰ ਕਿੱਦਾਂ ਲਿਆਉਣਾ ਉਹਦਾ ਮਾਡਲ ਇਦਾਂ ਹੀ ਲਿਖਤੀ ਦੇ ਦੇਣ, ਜਾਂ ਆਪਣਾ ਮਾਡਲ ਨਹੀਂ ਵੀ ਦੇਣਾ ਤਾਂ ਲਿਖਤੀ ਰੂਪ ਦੇ ਵਿੱਚ ਕੱਲੀ ਮੱਦ, ਜਿੱਦਾਂ ਸੰਯੁਕਤ ਕਿਸਾਨ ਮੋਰਚੇ ਵਾਲੇ ਕਰਦੇ ਹੁੰਦੇ ਸੀ ਕਿ ਆਹ ਤੁਹਾਡੇ ਕਾਨੂੰਨ ਨੇ,
ਇਹਦੀ ਕੱਲੀ ਮੱਦ ਦਾ ਸਾਡੇ ਕੋਲੇ ਆਹ ਤੋੜਿਆ ਕਿ ਇੱਥੇ ਗਲਤ ਆ, ਇੱਥੇ ਗਲਤ ਕਰਦੇ ਸੀ ਨਾ। ਜਾਂ ਆਪਣਾ ਵੱਖਰਾ ਮਾਡਲ ਦੇ ਦਿਓ ਕਿ ਆਹ ਮਾਡਲ ਸਹੀ ਹੈ, ਜਾਂ ਘੱਟੋ ਘੱਟ ਨਵਜੋਤ ਸਿੰਘ ਸਿੱਧੂ ਵਾਲੇ ਮਾਡਲ ਨੂੰ ਮੱਦ ਦਰ ਮੱਦ ਕਿ ਪਹਿਲੇ ਨੰਬਰ ਤੇ ਆਇਆ ਤੇ ਉਹ ਇੱਥੋਂ ਗਲਤ ਹੈ, ਪ੍ਰੈਕਟੀਕਲ ਨਹੀਂ। ਘੱਟੋ ਘੱਟ ਉਹਨਾਂ ਦੇ ਪੰਜਾਬ ਮਾਡਲ ਨੂੰ ਡਿਨਾਈ ਕਰੋ, ਪ੍ਰੈਕਟੀਕਲੀ ਡਿਨਾਈ ਕਰੋ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਪ ਦਾ ਮਾਡਲ ਦਿਓਗੇ ਸਾਰੇ ਜਾਣੇ, ਜਾਂ ਉਹਨਾਂ ਦੇ ਮਾਡਲ ਨੂੰ ਡਿਨਾਈ ਕਰੋਗੇ। ਤੇ ਜੇ ਚੁੱਪ ਰਹੋਗੇ ਫਿਰ ਉਹਦਾ ਅਰਥ ਕੀ ਸਮਝਿਆ ਜਾਵੇ, ਜਾਂ ਫਿਰ ਇਹ ਦੱਸ ਦਿਓ। ਨਹੀਂ, ਗੱਲ ਤਾਂ ਠੀਕ ਹੈ, ਕਿਉਂਕਿ ਇਸ ਚੀਜ਼ ਦੇ ਵਿੱਚ ਮਜੀਠੀਆ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਵੀ ਦੇਖੋ ਯਾਰ ਤੁਸੀਂ ਮੈਨੂੰ ਨਾ ਪੁੱਛੋ, ਮੈਂ ਤੇ ਬਾਹਰ ਆ ਨਾ, ਮੇਰੀ ਤਾਂ ਗੱਲ ਹੀ ਕੋਈ ਨਹੀਂ। ਜੇ ਮੈਂ ਬੋਲਦਾ ਤੇ ਫਿਰ ਮੁੜ ਕੇ ਮੇਰੇ ਦਿਵਾਲੇ ਹੋ ਜਾਂਦੇ ਆ। ਉਹਨਾਂ ਦੇ ਆਪਣੇ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਬਾਦਲ ਸਾਹਿਬ ਜੀ, ਉਹਨਾਂ ਕੋਲੋਂ ਸਹੀ ਪਵਾ ਲਓ ਵੀ ਯਾਰ ਜੋ ਪ੍ਰਧਾਨ ਜੀ ਕਹਿੰਦੇ ਕੀ ਉਹ ਅੰਕੜੇ ਸਹੀ ਹੈ। ਜੇ ਉਹ ਕਹਿ ਦਿੰਦੇ ਫਿਰ ਆਪਾਂ ਮੰਨ ਲਵਾਂਗੇ। ਹੁਣ ਮੈਂ ਵੈਸੇ ਸੋਚਦਾ ਜਿਹੜੀ ਗੱਲ ਤੁਸੀਂ ਕੀਤੀ, ਜੇ ਸਿੱਧੂ ਸਾਹਿਬ ਗੱਲ ਕਰਦੇ ਆ ਤੇ ਮਜੀਠੀਆ ਸਾਹਿਬ ਕਹਿੰਦੇ ਵੀ ਨਹੀਂ ਯਾਰ ਇਹ ਕਿਹੜੇ ਚੁੱਕੀ ਫਿਰਦਾ ਅੰਕੜੇ, ਕਿਤੇ ਨਹੀਂ ਗੱਲ ਬਣਦੀ। ਜੇ ਆਪਾਂ ਉਧਰੋਂ ਆਮ ਆਦਮੀ ਪਾਰਟੀ ਦੇ ਅੰਕੜਿਆਂ ਦੀ ਗੱਲ ਕਰੀਏ ਤੇ ਸਿੱਧੂ ਸਾਹਿਬ ਨਕਾਰ ਦਿੰਦੇ, ਉਹ ਕਿਹੜਾ 20,000 ਕਰੋੜ ਰੇਤ ਤੋਂ ਆਉਣਾ, 2,000 ਕਰੋੜ ਮਿਲਣਾ ਸਾਰਾ, ਤੁਸੀਂ ਮੇਰੇ ਨਾਲ ਬਹਿਸ ਕਰ ਲਓ। ਭਗਵੰਤ ਮਾਨ ਸਾਹਿਬ ਉਧਰ ਲੈ ਇੱਦਾਂ ਕਿਦਾਂ ਤੁਸੀਂ ਮੇਰੇ ਨਾਲ ਬਹਿਸ ਕਰ ਲਓ। ਇੱਥੇ ਜੇ ਗਰਾਰੀ ਫਸਾ ਕੇ ਰੱਖਣੀ ਫਿਰ ਕੋਈ ਫਾਇਦਾ ਨਹੀਂ। ਉਹ ਮੇਰੇ ਖਿਆਲ ਨਾਲ ਆਪੋ ਆਪਣੀ ਗੱਲ ਜੇ ਬੰਦਾ ਕਰ ਲਵੇ ਵੀ ਯਾਰ ਸਾਡੇ ਹਿਸਾਬ ਨਾਲ 2+2 4 ਇੱਦਾਂ ਹੀ, ਅਗਲਾ ਆਖਦੇ ਨਹੀਂ ਮੇਰੇ ਹਿਸਾਬ ਨਾਲ 2+3 5 ਇੱਦਾਂ ਹੁੰਦਾ ਹੀ। ਕੋਈ ਵੱਖਰਾ ਆ ਜਾਊ ਕਹੇ ਨਹੀਂ 1.5 3 ਕਰ ਲੈਂਦੇ ਆਪਾਂ ਭਾਈ, ਪਰ ਕਰੋ ਤੇ ਉੱਦਾਂ ਨਾ ਵੀ ਜਿਹੜੇ ਲੋਕਾਂ ਨੂੰ ਸਮਝ ਆਵੇ। ਜੇ ਆਪਾਂ ਇੱਕ ਦੂਸਰੇ ਨੂੰ ਨਕਾਰੀ ਜਾਣਾ ਉਹਦਾ ਕੀ ਫਾਇਦਾ। ਸੰਧਾਲੀਆ ਸਾਹਿਬ ਬੜਾ ਵਧੀਆ ਤਰੀਕਾ ਹੈ। ਦੇਖੋ ਭਗਵੰਤ ਮਾਨ ਹੋਰਾਂ ਨੇ ਤਾਂ ਆਖਿਆ ਵੀ ਕਿ ਡਿਬੇਟ ਹੋਵੇ, ਬਹਿਸ ਹੋਵੇ, ਲਾਈਵ ਹੋਵੇ, ਸਿੱਧੀ। ਅਸੀਂ ਵੀ ਇਹੀ ਬੇਨਤੀ ਕਰਦੇ ਹਾਂ। ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਸੀ ਕਿ ਥੋੜ੍ਹਾ ਜਿਹਾ ਇਕੱਠ ਕਰਨ ਦੀ ਆਗਿਆ ਦਿਓ। ਚਲੋ ਉਹ ਤਾਂ ਸਿਹਤ ਮੰਤਰਾਲੇ ਨੇ ਤੇ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਹੈ ਕਿ ਕੋਵਿਡ ਦੇ ਪ੍ਰਭਾਵ ਕਿੰਨੇ ਕਿਵੇਂ ਕੀਤਾ ਜਾ ਸਕਦਾ। ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਪੰਜਾਬ ਦੀ ਵਿਧਾਨ ਸਭਾ ਚੋਣ ਨਵੇਂ ਦਸਹਿਦੇ ਸਿਰਜ ਜਾਊ। ਪਾਰਟੀਆਂ ਦੇ ਪ੍ਰਧਾਨ ਡਿਬੇਟ ਕਰਨ, ਉਧਰੋਂ ਨਵਜੋਤ ਸਿੰਘ ਸਿੱਧੂ ਹੋਣ, ਉਧਰੋਂ ਬਲਵੀਰ ਸਿੰਘ ਰਾਜੇਵਾਲ ਹੋਣ, ਉਧਰੋਂ ਭਗਵੰਤ ਮਾਨ ਹੋਣ, ਇੱਧਰਲੇ ਪਾਸਿਓਂ ਸੁਖਬੀਰ ਸਿੰਘ ਬਾਦਲ ਸਾਹਿਬ ਹੋਣ, ਉਧਰੋਂ ਅਸ਼ਵਨੀ ਸ਼ਰਮਾ ਸਾਹਿਬ ਹੋਣ, ਕੈਪਟਨ ਸਾਹਿਬ ਹੋਣ। ਜੇ ਤਾਂ ਸਾਰੇ ਬੰਦੇ 2 ਘੜੀਆਂ ਖੜ ਸਕਦੇ ਆ ਤਾਂ ਡਾਇਸ ਤੇ ਖੜ ਜਾਣ, ਨਹੀਂ ਤਾਂ ਅਸੀਂ ਕੁਰਸੀ ਵੀ ਜਾਣੀ ਕਹਿੰਦੇ ਕੁਰਸੀ ਵੀ ਦਿਓ ਕਿਸੇ ਨਾ ਕਿਸੇ ਨੂੰ, ਕੋਈ ਗੱਲ ਨਹੀਂ। ਇੱਕ ਦੂਜੇ ਦੇ ਵਿੱਚ ਨਹੀਂ ਵੱਜਣਾ। ਜੇ ਤਾਂ ਪੰਜਾਬ ਨੂੰ ਕਰਦੇ ਹੋ ਪਿਆਰ ਸਾਰੇ ਲੀਡਰ, ਗਿਣਵਾ ਟਾਈਮ ਹੋਊਗਾ, ਕਾਗਜ਼ ਪੱਤਰ ਕੋਲ ਲੈ ਕੇ ਆਉਣੇ ਆ, ਆਪੋ ਆਪਣੀ ਪਾਲਿਸੀ ਦੱਸਣੀ ਆ। ਪੰਜਾਬ ਦੇ ਲੋਕਾਂ ਨੇ ਆਪੇ ਹੀ ਹਿਸਾਬ ਲਾ ਲੈਣਾ, ਕੋਈ ਦੱਸਣ ਦੀ ਲੋੜ ਨਹੀਂ। ਰੇਤਾ ਦਾ ਮਾਡਲ ਕੀ ਹੈ, ਪੰਜਾਬ 'ਚੋਂ ਭ੍ਰਿਸ਼ਟਾਚਾਰ ਮੁਕਤ ਦਾ ਕੀ ਹੈ, ਖੇਤੀ ਦਾ ਕੀ ਹੈ, ਇੰਡਸਟਰੀ ਦਾ ਕੀ ਹੈ, ਪਾਣੀ ਕਿੱਦਾਂ ਉੱਪਰ ਲਿਆਉਣਾ, ਬੁੱਢੇ ਨਾਲੇ ਦਾ ਮਾਡਲ ਕੀ ਹੈ। ਤੇ ਜੇ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਤਿਆਰ ਨੇ, ਸਵਾਲ ਅਸੀਂ ਪਹਿਲਾਂ ਦੇ ਦਾਂਗੇ। ਸਵਾਲ ਅਸੀਂ ਪਹਿਲਾਂ ਵੀ ਦੇਣ ਨੂੰ ਤਿਆਰ ਹਾਂ, ਕਿਤੇ ਕਰਨ, ਪਰ ਉਹ ਬਹਿਸ ਲਾਈਵ ਹੋਣੀ ਚਾਹੀਦੀ ਹੈ। ਬਿਲਕੁਲ ਇੱਕ ਦੂਸਰੇ ਦੀ ਗੱਲ ਨਾ ਕੱਟੋ, ਸੀਮਤ ਸਮਾਂ ਹੋਊਗਾ, ਉਹਦੇ ਵਿੱਚ ਆ ਕੇ ਆਪਣੀ ਗੱਲ ਦੱਸੋ। ਵੱਡੀਆਂ ਰੈਲੀਆਂ ਤੇ ਰੁਪਈਏ ਖਰਚਣ ਦੀ ਲੋੜ ਹੀ ਨਹੀਂ। ਤੇ ਜੇ ਤਾਂ ਇਦਾਂ ਕਰ ਲੈਣਗੇ ਸਾਰੇ ਜਣੇ ਤਾਂ ਠੀਕ ਹੈ, ਨਹੀਂ ਤਾਂ ਫਿਰ ਕਪਾਹ 'ਚ ਕਟਾ ਹੀ ਆ ਡਰਾਈਵਰ ਸਾਰੇ ਜਣੇ। ਨਹੀਂ ਉਹਦੇ 'ਚ ਜ਼ਿਆਦਾ ਨਜ਼ਾਰਾ ਨਾ, ਕਿਉਂਕਿ ਦੇਖੋ ਇੱਕ ਤੇ ਕੱਟੇ ਦਾ ਪਤਾ ਨਹੀਂ ਲੱਗਦਾ ਵੀ ਫਿਰਦਾ ਕਿੱਧਰ ਨੂੰ ਹੀ, ਦੂਸਰਾ ਮਤਲਬ ਇੱਕ ਰਾਂ ਕਪਾਹ ਦਾ ਕਿਹੜਾ ਕੁਝ ਵਿਗੜਦਾ, ਕਹਿੰਦੇ ਨਹੀਂ ਹੁਣ ਚੁੱਗ ਤੇ ਲਈ ਆ ਛੇਟੀਆਂ ਹੀ ਆਪੇ ਛਿੱਲਿਆ ਜਾਊਗਾ, ਬਾਹਰ ਨਿਕਲ ਆਊਗਾ। ਪਰ ਇੱਕ ਚੀਜ਼ ਹੈ ਇਹਦੇ 'ਚ, ਇੱਕ ਗੱਲ ਤਾਂ ਹੈਗੀ ਆ ਵੀ ਜੇ ਇੱਥੇ ਜੇ ਆ ਜਾਣ, ਮੈਂ ਨਾ ਚਲੋ ਇਹਨਾਂ ਚੋਣਾਂ 'ਚ ਨਾ ਆਉਣ, 24 ਵਾਲੀਆਂ 'ਚ ਆ ਜਾਣ, 24 'ਚ ਨਹੀਂ 27 ਵਾਲੀਆਂ 'ਚ ਆ ਜਾਣ, ਪਰ ਆ ਜਾਣ। ਪਰ ਮੈਨੂੰ ਇਹ ਜਾਪਦਾ ਵੀ ਜਿਸ ਹਿਸਾਬ ਨਾਲ ਹੌਲੀ ਇੱਧਰ ਨੂੰ ਗੱਲ ਤੁਰ ਪਈ। ਇੱਕ ਗੱਲ ਦੇ ਨਾ ਬੜੇ ਵਾਰ-ਵਾਰ ਕਹਿੰਦੇ ਹੁੰਦੇ, ਦੇਖੋ ਜੀ ਪੰਜਾਬ ਖਾਲੀ ਹੋ ਗਿਆ, ਪੰਜਾਬੀ ਵਿਦੇਸ਼ਾਂ ਚਲ ਗਏ। ਮੈਂ ਕਿਹਾ ਚਲੋ ਜੇ ਪੰਜਾਬੀ ਵਿਦੇਸ਼ਾਂ ਚਲ ਗਏ ਤੇ ਪੰਜਾਬੀਆਂ ਨੇ ਵਿਦੇਸ਼ਾਂ ਵਾਲਾ ਉਹ ਟੀਕਾ ਵੀ ਤੇ ਭਰ ਕੇ ਲਾਉਣਾ ਸ਼ੁਰੂ ਕਰ ਦੇਣਾ। ਨਾ ਸਾਡੇ ਵਾਲਾ ਤਾਂ ਕੋਈ ਇੱਦਾਂ ਕਰਦਾ ਨਹੀਂ ਰੈਲੀ, ਤੁਸੀਂ ਕੀ ਕਰਦੇ ਜੀ ਫਿਰਦੇ। ਅੱਜ ਨਾ ਚੱਲੂ, ਦੋਹਾਂ ਨੂੰ ਚੱਲੂ, ਚੌਹਾਂ ਨੂੰ ਚੱਲੂ, ਇਹ ਗੱਲ ਇੱਥੇ ਆਉਣੀ ਹੈਗੀ ਹੈ, ਭਾਵੇਂ ਅੱਜ ਆ ਜੇ ਭਾਵੇਂ ਕੱਲ੍ਹ ਆ ਜੇ। ਨਹੀਂ ਆਉਣੀ ਆ ਸੰਧਾਲੀਆ ਸਾਹਿਬ, ਉਹ ਤਾਂ ਪੱਕੀ ਗੱਲ ਹੈ। ਤੇ ਕਿਉਂਕਿ ਗੱਲ ਇੱਥੇ ਆਉਣੀ ਇਸੇ ਕਰਕੇ ਤਾਂ ਮੈਂ ਜਿਹੜੀ ਆਪਾਂ ਲੋਹੜੀ ਵਾਲੇ ਦਿਨ ਸ਼ਰਤ ਲਾਉਣੀ ਉਹ ਮੈਂ ਜਿੱਤਣੀ ਹੈ। ਨਹੀਂ ਉਹ ਤਾਂ ਟਾਈਮ ਦੱਸੋ, ਇਦਾਂ ਕਿਉਂਕਿ ਆ ਦੇਖੋ ਤੁਸੀਂ ਆਪਣੇ ਮਤਲਬ ਸ਼ਬਦ ਮੇਰੇ ਮੂੰਹ 'ਚ ਨਾ ਪਾਓ। ਨਹੀਂ ਮੈਂ ਨਹੀਂ ਪਾਉਂਦਾ, ਤੁਹਾਨੂੰ ਸਾਰਾ ਹੀ ਪਤਾ ਹੀ। ਜੇ ਨਹੀਂ ਪਤਾ ਤਾਂ ਪਿਛਲੇ ਤੋਂ ਪੁੱਛ ਲਓ। ਨਹੀਂ ਕੋਈ ਨਹੀਂ, ਤੇਰੀ ਗੱਲ ਸੁਣੋ ਸੰਧਾਲੀਆ ਸਾਹਿਬ, ਇੱਕ ਇੱਥੇ ਗੱਲ ਹੈਗੀ ਆ। ਇਹਦੇ ਤੋਂ ਪਹਿਲਾਂ ਕਿ ਆਪਾਂ ਹੋਰ ਗੱਲਾਂ ਕਰੀਏ, ਆਪਾਂ ਕਈ ਗੱਲਾਂ ਕਰੀਆਂ ਜੀ, ਅਕਾਲੀ ਦਲ 'ਚੋਂ ਛੱਡ ਕੇ ਚਲੇ ਗਿਆ, ਉਹ 'ਚੋਂ ਛੱਡ ਕੇ ਚਲੇ ਗਿਆ, ਕਾਂਗਰਸ ਪਾਰਟੀ 'ਚ ਸਭ ਅੱਛਾ ਨਹੀਂ। ਕਿਉਂਕਿ ਇੱਕ ਪਾਸੇ ਤੇ ਜਦੋਂ ਹਾਈ ਕਮਾਂਡ ਨੂੰ ਪੁੱਛਦੇ ਆ, ਉਹ ਕਹਿੰਦੇ ਜੀ ਜਾਖੜ ਸਾਹਿਬ, ਚੰਨੀ ਸਾਹਿਬ ਤੇ ਸਿੱਧੂ ਸਾਹਿਬ 3 ਸਾਹਿਬ ਨੇ, ਤੇ 3 ਸਾਹਿਬਾਂ ਦੇ 3 ਚਿਹਰੇ, ਉਹਨਾਂ ਦੇ ਸਿਰ ਤੇ ਇਲੈਕਸ਼ਨ ਲੜਾਂਗੇ। ਜਦੋਂ ਚੰਨੀ ਸਾਹਿਬ ਨੂੰ ਪੁੱਛਦੇ ਉਹ ਕਹਿੰਦੇ ਕੰਮ ਕਰ ਦਿੱਤਾ, ਮੌਕਾ ਦਿਓ। ਜਾਖੜ ਸਾਹਿਬ ਨੂੰ ਪੁੱਛਦੇ ਆ, ਉਹ ਕਹਿੰਦੇ ਜੀ ਦੇਖੋ ਤੁਹਾਡੇ ਸਾਹਮਣੇ ਹੀ ਆ। ਸਿੱਧੂ ਸਾਹਿਬ ਨੇ ਇਹਦੇ ਤੋਂ ਪਹਿਲਾਂ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਆਉਂਦੀ, ਟਿਕਟਾਂ ਵੰਡੀਆਂ ਜਾਂਦੀਆਂ, ਮੈਨੀਫੈਸਟੋ ਜਾਰੀ ਹੁੰਦਾ, ਯਾਨੀ ਇੱਕੋ ਦਿਨ 2 ਕੰਮ ਹੁੰਦੇ ਆ। ਕਾਂਗਰਸ ਪਾਰਟੀ 'ਚ ਕਿੰਨਾ ਕੁ ਕੁਛ ਅੱਛਾ ਹੈ, ਕਿੰਨਾ ਕੁ ਨਹੀਂ, ਘੜਾ ਤਿੜਕਿਆ ਕਿ ਨਹੀਂ, ਉਹ ਲੋਕਾਂ ਨੇ ਆਪ ਹਿਸਾਬ ਲਾਉਣਾ ਹੈ। ਇੱਕ ਪਾਸੇ ਤਾਂ ਮੈਨੀਫੈਸਟੋ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਜਾਂਦੇ ਆ ਕਿ ਭਾਈ ਤੁਸੀਂ ਮੈਨੀਫੈਸਟੋ ਬਣਾਉਣਾ ਹੈ। ਕੰਪੇਨ ਕਮੇਟੀ ਦੇ ਮੈਂਬਰ 40 50 60 70 80 ਬੰਦੇ ਐਡਜਸਟ ਕਰਤੇ, ਮੰਤਰੀ, ਵਿਧਾਇਕ, MP MLA ਸਭ।
ਉਸੇ ਹੀ ਦਿਨ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਦੇ ਆ, ਪਿੱਛੇ ਬਹੁਤ ਵੱਡਾ ਬੋਰਡ ਲੱਗਾ ਹੈ। ਬੋਰਡ ਦੇ ਵਿੱਚ ਮੰਨ ਲਓ ਕਿ ਤੁਹਾਡੇ ਵਾਂਗੂ ਸਿੱਧੂ ਸਾਹਿਬ ਬੈਠੇ ਆ, ਉਹਨਾਂ ਦੇ ਪਿੱਛੇ ਉਹਨਾਂ ਦੀ ਸਭ ਤੋਂ ਵੱਡੀ ਫੋਟੋ ਹੈ, ਉੱਪਰਲੇ ਪਾਸੇ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀ ਫੋਟੋ ਹੈ, ਤੇ ਲਿਖਿਆ ਪੰਜਾਬ ਮਾਡਲ। ਨਾ ਚੰਨੀ ਸਾਹਿਬ ਨੇ, ਨਾ ਜਾਖੜ ਸਾਹਿਬ ਨੇ, ਨਾ ਕੋਈ ਹੋਰ ਸਾਹਿਬ ਨੇ। ਤੇ ਉੱਥੇ ਉਹਨਾਂ ਨੇ ਕਲੀਅਰ ਕੀਤਾ ਕਿ ਆਹ ਚੀਜ਼ਾਂ ਨੇ ਸਾਰੀਆਂ ਜਿਹੜੀਆਂ ਆਪਾਂ ਦੱਸ ਕੇ ਹਟੇ ਹਾਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਕਿੱਦਾਂ ਫੋਟੋ ਤੁਸੀਂ ਕਾਂਗਰਸ 'ਚ, ਇਹ ਕਾਂਗਰਸ ਦਾ ਮਾਡਲ ਹੈ ਪੰਜਾਬ ਮਾਡਲ, ਉਹ ਕਹਿੰਦੇ ਉੱਪਰ ਫੋਟੋ ਲੱਗੀਆਂ ਦੇਖ ਲਓ। ਯਾਨੀ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਨਹੀਂ ਸੀ, ਇਹਦੇ ਤੋਂ ਸਾਫ਼ ਤੌਰ ਦੇ ਉੱਤੇ ਕਲੀਅਰ ਹੁੰਦਾ। ਉਹ ਉਹਨਾਂ ਨੂੰ ਪੁੱਛਿਆ ਜੀ ਮੁੱਖ ਮੰਤਰੀ ਫਿਰ ਕਿਹਨੇ ਬਣਨਾ, ਹਾਈ ਕਮਾਂਡ ਨੇ ਬਣਾਉਣਾ? ਕਹਿੰਦੇ ਹਾਈ ਕਮਾਂਡ ਨੇ ਕਿਉਂ, ਪੰਜਾਬ ਦੇ ਲੋਕ ਬਣਾਉਣਗੇ। ਉਹ ਕਹਿੰਦੇ ਐਮਐਲਏ ਨੇ ਮੁੱਖ ਮੰਤਰੀ ਬਣਾਉਣਾ, ਐਮਐਲਏ ਲੋਕਾਂ ਨੇ ਬਣਾਉਣੇ ਆ, ਤੇ ਲੋਕਾਂ ਨੇ ਫਿਰ ਪੰਜਾਬ ਮਾਡਲ ਦੇਖ ਕੇ ਬਣਾਉਣਾ। ਦੂਸਰੀ ਗੱਲ, ਉਹਨਾਂ ਨੂੰ ਪੁੱਛਿਆ ਗਿਆ ਜੀ ਫਿਰ ਜੇ ਤੁਹਾਡਾ ਮਾਡਲ ਫਿਰ ਮੈਨੀਫੈਸਟੋ ਹੋਰ ਹੋਊਗਾ? ਉਹ ਕਹਿੰਦੇ ਜਨਰਲ ਸਕੱਤਰ ਸਾਹਿਬ ਨਾਲ ਗੱਲ ਹੋ ਗਈ ਹੈ, ਮੈਨੀਫੈਸਟੋ ਇਦਾਂ ਦਾ ਹੀ ਹੋਏਗਾ। ਤੇ ਨਾਲ ਇੱਕ ਜਿਹੜੇ ਉਹਨਾਂ ਨੇ ਸ਼ਬਦ ਬੋਲੇ, ਉਹ ਕਹਿੰਦੇ ਜੀ ਸਿੱਧੂ ਦਾ ਭਵਿੱਖ ਆਹੀ ਪੰਜਾਬ ਮਾਡਲ ਹੈ, ਮੈਂ ਸਮਝੌਤਾ ਨਹੀਂ ਕਰਨਾ। ਇਹਦੇ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਕਿਤੇ ਨਾ ਕਿਤੇ ਕਈ ਵਾਰੀ ਨਾ ਜਦੋਂ ਬੱਲੇਬਾਜ਼ ਐਂ ਖੜਾ ਹੋਵੇ ਤੇ ਨਾ ਮੂਹਰਲਾ ਬੰਦਾ ਪਸੰਦ ਆਉਂਦਾ ਹੋਵੇ, ਐਂ ਛੱਕਾ ਵਾਂਝਾ ਬੰਦਾ ਬੈਟ ਵੀ ਛੱਡ ਦਿੰਦਾ ਕਈ ਵਾਰੀ ਲੱਤਾਂ। ਨਹੀਂ, ਇਹਦੇ 'ਚ ਇੱਕ ਅਸਾਰ ਹੋਰ ਦੇਖਣ ਵਾਲੀ ਹੈ, ਉਹ ਇਹ ਹੈ ਕਿ ਵੀ ਉਹ ਜਿਹੜਾ ਬੋਰਡ ਲੱਗਾ ਸੀ ਨਾ, ਉਹਦੇ ਤੇ ਇੱਕ ਜਿਹੜਾ ਪਿਛਲੇ ਸਮੇਂ ਜਦੋਂ ਤੋਂ ਸਿੱਧੂ ਸਾਹਿਬ ਚੁੱਪ ਸੀਗੇ, ਸਿੱਧੂ ਸਾਹਿਬ ਨੇ ਆਪਣਾ ਇੱਕ YouTube ਚੈਨਲ ਬਣਾਇਆ ਸੀ, ਉਹਦਾ ਨਾਂ ਰੱਖਿਆ ਸੀ ਜਿੱਤੇਗਾ ਪੰਜਾਬ ਜੀ, ਉਹ ਵੀ ਨਾਲ ਰੱਖਿਆ। ਉਹ ਜਿਹੜਾ ਬਾਜ ਵਾਲਾ ਲੋਗੋ ਉਹਨਾਂ ਨੇ ਰੱਖਿਆ, ਤੇ ਉਹ ਵੀ ਪੋਸਟਰ ਤੱਕ ਵੀ ਪਹੁੰਚ ਗਿਆ, ਇੱਕ ਪਾਸੇ ਕਾਂਗਰਸ ਦੀ ਗੱਲ, ਦੂਜੇ ਪਾਸੇ ਜਿੱਤੇਗਾ ਪੰਜਾਬ ਦੀ ਗੱਲ। ਇਹ ਨਾ ਹੋਵੇ ਕਿਉਂਕਿ ਇਹਨਾਂ ਇਲੈਕਸ਼ਨਾਂ 'ਚ ਆਪਾਂ ਇਹ ਵੀ ਦੇਖ ਰਹੇ ਹਾਂ ਵੀ ਪੋਲੀਟੀਕਲ ਪਾਰਟੀਆਂ ਨਹੀਂ, ਕੁਛ ਮੋਰਚੇ ਵੀ ਲੜ ਰਹੇ ਨੇ, ਤੇ ਇਹੋ ਜਿਹਾ ਕੋਈ ਨਾ ਕੋਈ ਮੋਰਚਾ ਜਿਹੜਾ ਉਹਦੇ ਜਿੱਤੇਗਾ ਪੰਜਾਬ ਮੋਰਚਾ ਵੀ ਹੋ ਸਕਦਾ ਸਿੱਧੂ ਸਾਹਿਬ ਆਖਣ ਵੀ ਆਹ ਲਓ ਜੀ ਮੇਰੇ ਵੱਲੋਂ ਜਿੱਤੇਗਾ ਪੰਜਾਬ, ਆਹ ਮੇਰੇ ਬੰਦੇ ਨੇ, ਤੁਸੀਂ ਪਾਓ ਵੋਟਾਂ। ਇਹ ਗੱਲ ਤੁਹਾਡੀ ਸੰਧਾਲੀਆ ਸਾਹਿਬ ਠੀਕ ਹੈ, ਕਿਉਂਕਿ ਉਧਰਲੇ ਪਾਸੇ ਸਿੱਧੂ ਸਾਹਿਬ ਚੰਡੀਗੜ੍ਹ ਦੇ ਵਿੱਚ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਸੀ, ਉਧਰ ਮੋਗੇ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਹੋਰੀ ਫਿਰ ਮੁੱਖ ਮੰਤਰੀ ਪੰਜਾਬ ਚੰਨੀ ਸਾਹਿਬ ਕੋਲ ਪਹੁੰਚ ਗਿਆ, ਨਾਲ ਉਹਨਾਂ ਦੇ ਮੋਗੇ ਦੇ ਮੇਅਰ, ਡਿਪਟੀ ਮੇਅਰ, ਕੌਂਸਲਰ, ਇਲਾਕੇ ਦੇ ਪੰਚ ਸਰਪੰਚ, ਉਹਨਾਂ ਦੇ ਸਮਰਥਕ। ਤੇ ਕਹਿੰਦੇ ਜੀ ਠੀਕ ਹੈ, ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਘਰ ਜਾ ਕੇ ਸ਼ਾਮਲ ਕਰਕੇ ਆਏ ਹੋ, ਇਤਰਾਜ਼ ਕੋਈ ਨਹੀਂ, ਕਾਂਗਰਸ ਪਾਰਟੀ ਜਿਹਨੂੰ ਮਰਜ਼ੀ ਸ਼ਾਮਲ ਕਰੋ, ਪਰ ਮੋਗਿਓਂ ਟਿਕਟ ਕਾਂਗਰਸ ਦੀ ਡਾਕਟਰ ਹਰਜੋਤ ਕਮਲ ਦੀ। ਤੇ ਫਿਰ ਚੰਨੀ ਸਾਹਿਬ ਨੇ ਪਹਿਲਾਂ ਕਿਹਾ ਜੀ 2-4 ਬੰਦੇ ਆਪਣੇ ਸਾਥੀ ਲੈ ਆਓ ਅੰਦਰ, ਕਹਿੰਦੇ ਨਾ ਇਕੱਠੇ ਆਏ ਆ, ਇਕੱਠੇ ਮਿਲਾਂਗੇ। ਅੱਧੇ ਘੰਟੇ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਨੇ ਸੱਦਿਆ ਤੇ 3.5 ਘੰਟੇ ਮੁਲਾਕਾਤ ਚੱਲੀ, 3.5 ਘੰਟੇ। ਫਿਰ ਉਹਨਾਂ ਨੇ ਕਹਿੰਦੇ ਆ ਕਿ ਉਹਨਾਂ ਨੇ ਫਿਰ ਗਣਾਤੇ ਜੀ ਆਹ ਮੋਗਾ ਸ਼ਹਿਰ ਹੈ, ਇੰਨੀ ਆਬਾਦੀ ਆ, ਆਹ ਮੇਅਰ ਨੇ, ਆਹ ਡਿਪਟੀ ਮੇਅਰ ਨੇ, 1 2 3 ਇੰਨੇ ਕੌਂਸਲਰ ਨੇ, ਹੋਰ ਵੀ ਸੀਗੇ, ਆਹ ਸਰਪੰਚ ਸਾਹਿਬ ਨੇ, ਆਹ ਪੰਚ ਸਾਹਿਬ ਨੇ, ਆਹ ਫਲਾਣੇ ਨੇ, ਆਹ ਫਲਾਣੇ ਨੇ। ਕਹਿੰਦੇ ਜੀ ਉਹਨਾਂ ਨੇ ਜਦੋਂ ਕੱਲੇ ਕਰਕੇ ਗਣਾਏ ਤਾਂ ਫਿਰ ਚੰਨੀ ਸਾਹਿਬ ਕਹਿੰਦੇ ਗੱਲ ਮੈਂ ਰੱਖਾਂਗਾ ਉੱਪਰ, ਮੈਂ ਰੱਖਾਂਗਾ, ਮੈਂ ਲੈ ਕੇ ਜਾਵਾਂਗਾ ਤੁਹਾਡੀ ਗੱਲ ਉੱਪਰ। ਤੇ ਉੱਪਰ ਇੱਕ ਗੱਲ ਕਹੇ ਆ, ਉਹ ਕਹਿੰਦੇ ਜੀ ਗੱਲ ਸੁਣੋ, ਤੁਸੀਂ ਜੋ ਮਰਜ਼ੀ ਕਹੋ ਨਾ ਕਹੋ, ਇਲੈਕਸ਼ਨ ਮੈਂ ਮੋਗੇ ਲੜਨੀ ਹੈ। ਇਹ ਉਹ ਤਾਂ ਕਹਿ ਇਹ ਨਾ, ਮੈਨੂੰ ਲੱਗਦਾ ਵੀ ਇਸ ਵਕਤ ਕਾਂਗਰਸ ਪਾਰਟੀ ਦਾ ਤੇ ਉਹ ਹਾਲ ਹੋਇਆ ਵੀ ਬਰਾਤ ਤੁਰਨ ਵਾਲੀ ਹੁੰਦੀ ਹੈ ਨਾ ਜੀ, ਗੱਡੀਆਂ ਥੋੜੀਆਂ ਕਹਿ ਲੀਆਂ ਤੇ ਬਰਾਤੀ ਜ਼ਿਆਦੇ ਆ ਜੀ। ਸਭ ਤੋਂ ਪਹਿਲਾ ਰੌਲਾ ਤੇ ਜਿਹੜਾ ਉਹ ਲਾੜੇ ਵਾਲੀ ਗੱਡੀ 'ਚ ਬਹਿਣ ਵਾਲਿਆਂ ਦਾ ਪੈ ਗਿਆ, ਉਹ ਕਹਿੰਦਾ ਨਾ ਮੈਂ ਇਹਦੇ 'ਚ ਬਹਿਣਾ ਹੀ। ਹੁਣ ਚਰਚਾ ਇਹ ਚੱਲਦੀ ਵੀ ਟੱਬਰ ਪਰਿਵਾਰ ਵਾਲਾ ਆਖਿਆ ਵੀ, ਉਹ ਕਹਿੰਦੇ ਨਹੀਂ ਫੁੱਫੜ ਨੂੰ ਬਾਉਣਾ ਨੇ, ਫੁੱਫੜ ਕੱਲਾ ਕਹਿੰਦਾ ਨਹੀਂ ਮਾਸੜ ਨਾਲ ਬਹਿਣਾ ਯਾਰ, ਕਹਿਣ ਲੈ ਦੱਸੋ। ਉਹ ਕਹਿੰਦੇ ਵੀ ਮਾਮੇ ਦਾ, ਨਹੀਂ ਮਾਮੇ ਦਾ ਤੇ ਕੰਮ ਹੀ ਉੱਥੇ ਆ ਨਾ, ਵੀ ਉਹਨੇ ਤੇ ਬਹਿਣਾ ਹੀ ਬਹਿਣਾ। ਇੱਕ ਤੇ ਅਜੇ ਤੱਕ ਉਹਨਾਂ ਦਾ ਉਹ ਸੈੱਟ ਨਹੀਂ ਆਉਣ ਡੇ ਵੀ ਲਾੜੇ ਵਾਲੀ ਸੋਮੋ 'ਚ ਕਿਹੜੀ ਬਾਉਣਾ ਹੀ। ਹੁਣ ਜਿਹਨੂੰ ਇਹ ਪਤਾ ਵੀ ਲਾੜੇ ਵਾਲੀ ਸੋਮੋ 'ਚ ਤਾਂ ਬਹਿਣਾ ਨਹੀਂ, ਉਹ ਪਿਛਲੇ ਪਾਸੇ ਗੇੜੇ ਮਾਰਦਾ ਫਿਰਦਾ ਫਿਰ ਵੈਨ 'ਚ, ਤੇ ਫਿਰ ਮੈਂ ਹੀ ਬਹਿਣਾ ਹੀ ਫਿਰ। ਨਹੀਂ ਕਈ ਵਾਰੀ ਹੁੰਦਾ ਨਾ ਕਿ ਸਟੇਜ ਦੇ ਉੱਤੇ ਉਹ ਕਹਿੰਦੇ ਜੀ ਇਨਾਮ ਦੇਣੇ ਆ, ਤੁਸੀਂ ਨਾਲ ਖੜਨਾ, ਤੁਸੀਂ ਵੀ ਭਾਜੀ ਤੁਸੀਂ ਵੀ, ਉਹ ਕਹਿੰਦੇ ਜੀ ਮੇਰਾ ਨਾਂ ਨਹੀਂ ਲਿਆ, ਤੁਸੀਂ ਤਾਂ ਅਨਾਊਂਸ ਕਰਨਾ ਹੀ, ਤੁਸੀਂ ਮਾਈਕ ਫੜੋ, ਤੁਸੀਂ ਤਾਂ ਸੰਧਾਲੀਆ ਸਭ ਇੱਕ ਗੱਲ ਹੈਗੀ ਆ। ਵੈਸੇ ਮੋਗੇ ਦੇ ਵਿੱਚ ਨਾ ਇਹਨਾਂ ਨੂੰ ਕਾਂਗਰਸੀਆਂ ਨੂੰ ਥੋੜ੍ਹਾ ਜਿਹਾ ਹਿਸਾਬ ਕਿਤਾਬ ਰੱਖਣਾ ਚਾਹੀਦਾ। ਤੁਹਾਨੂੰ ਯਾਦ ਹੋਣਾ ਜਦੋਂ ਜੋਗਿੰਦਰਪਾਲ ਜੈਨ ਹੋਰੀ ਅਚਾਨਕ ਰਾਤੋਂ ਰਾਤ ਹੀ ਅਕਾਲੀ ਬਣ ਗਿਆ ਸੀ, ਉਹਦੇ ਤੋਂ ਬਾਅਦ ਡਾਕਟਰ ਹਰਜੋਤ ਕਮਲ ਹੋਰਾਂ ਨੇ ਕੰਮ ਸ਼ੁਰੂ ਕੀਤਾ, ਮਾਲਤੀ ਥਾਪਰ ਹੋਰੀ ਨੇ, ਵਿਜੇ ਸਾਥੀ ਹੋਰੀ ਨੇ। ਅੱਜ ਜਦੋਂ ਨਿਗਮ ਦੀਆਂ ਚੋਣਾਂ ਹੋਈਆਂ 50 ਸੀਟਾਂ ਸੀ ਤੇ ਉਹਦੇ ਵਿੱਚੋਂ 20-22 ਇਹਨਾਂ ਨੂੰ ਕਾਂਗਰਸੀਆਂ ਨੂੰ ਮਿਲੀਆਂ। ਡਾਕਟਰ ਹਰਜੋਤ ਕਮਲ ਦੇ ਪਰਿਵਾਰ ਦੇ ਮੈਂਬਰ ਵੀ ਖੜ ਗਏ ਸੀ ਉਦੋਂ, ਪਰ ਉਹਦੇ ਤੋਂ ਬਾਅਦ ਉਹ 10-11 ਮੈਂਬਰ ਲੈ ਕੇ ਦੂਜੇ ਦਿਨ ਹੀ ਪਹੁੰਚ ਗਿਆ ਸੀ ਕਿ ਭਾਈ ਆਹ ਦੇਖੋ ਜਿਹੜੇ ਆਜ਼ਾਦ ਜਿੱਤੇ ਸੀ, ਦਰਅਸਲ ਆਜ਼ਾਦ ਨਹੀਂ ਸੀ। ਉਦੋਂ ਬੀਬੀ ਮਾਲਤੀ ਥਾਪਰ ਤੇ ਹੋਰ ਬਹੁਤ ਸਾਰੇ ਕਾਂਗਰਸ ਦੇ ਧੜੇ ਸੀ, ਉਹਨਾਂ ਨੇ ਕੁਝ ਸੀਟਾਂ ਆਪ ਲੈ ਲਈਆਂ ਸੀ ਤੇ ਉਹ ਬੰਦੇ ਲੁੜਕ ਗਏ ਸੀ। ਤੇ ਇਹਨਾਂ ਨੇ ਫਿਰ ਉਦੋਂ ਮੇਅਰ ਜਿਹੜਾ ਆਪਣਾ ਬਣਾ ਲਿਆ ਸੀ, ਨਾਲੇ ਕਹਿਤਾ ਸੀ ਜੀ ਮਾੜਾ ਮੋਟਾ ਸਾਡੇ ਕਹੇ ਤੇ ਵੀ ਕੰਮ ਕਰ ਦਿਆ ਕਰੋ, ਟਿਕਟਾਂ ਐਵੇਂ ਜਿੱਧਰਲੇ ਪਾਸੇ ਦੇਣੀਆਂ ਹੁੰਦੀਆਂ ਉੱਧਰ ਹੀ ਦਿਆ ਕਰੋ। ਤੇ ਜੇ ਕਾਂਗਰਸ ਦੇ ਵਿੱਚ ਆਹੀ ਫੁੱਟ ਪਈ ਰਹੀ, ਸੋਨੂ ਸੂਦ ਦੀ ਭੈਣ ਦੇ ਲਈ ਵੀ ਔਖਾ ਹੋ ਜਾਊਗਾ। ਜਾਣੀ ਬਾਕੀ ਜਦੋਂ ਤੁਹਾਡਾ ਇੱਕ ਕੁਨਬੇ ਦਾ ਕੁਨਬਾ ਨਿਕਲ ਕੇ ਦੂਜੇ, ਮੰਨ ਲਓ ਡਾਕਟਰ ਹਰਜੋਤ ਕਮਲ ਆਜ਼ਾਦ ਚੋਣ ਲੜਦੇ ਆ,
ਕੋਈ ਕਹੂਗਾ ਜੀ ਉਹਨਾਂ ਨੇ 1,02,000 ਵੋਟ ਲੈਣੀ, ਕੋਈ ਕਹੂਗਾ 2,000 ਵੋਟ ਲੈਣੀ, ਕੋਈ 52, 12, 22 ਜਿੰਨੀ ਵੀ, ਉਹ ਹੋਰ ਪਾਸਿਓਂ ਨਹੀਂ ਜਾਣੀ, ਸਾਰੀ ਇਧਰਲੇ ਪਾਸਿਓਂ ਨਿਕਲ ਕੇ ਉਧਰ ਜਾਣੀ ਹੈ। ਹਾਂ, ਤੇ ਉਹਦੇ ਤੋਂ ਵੀ ਵੱਡੀ ਗੱਲ, ਜਿੰਨੀਆਂ ਸਾਰੀਆਂ ਮੋਗੇ ਦੀਆਂ ਵੋਟਾਂ ਨੇ, ਅੱਧੀਆਂ ਸ਼ਹਿਰੀ ਨੇ, ਅੱਧੀਆਂ ਪੇਂਡੂ ਨੇ। ਤੇ ਸ਼ਹਿਰ ਦੇ ਵਿੱਚ ਹੋਰ ਕੁਝ ਹੋਇਆ ਨਾ ਹੋਵੇ, ਕਹਿੰਦੇ ਆ ਗਲੀਆਂ ਨਾਲੀਆਂ ਵਾਲੇ ਪਾਸਿਓਂ ਲੋਕ ਥੋੜ੍ਹਾ ਜਿਹਾ ਸੌਖੇ ਆ। ਹਾਂ, ਨਹੀਂ ਉਹ ਤੇ ਹੈਗਾ ਕੰਮ। ਦੇਖੋ ਇਹ ਗੱਲ ਫਿਰ ਉਹੀ ਬਰਾਤ ਵਾਲੀ ਆ ਜਾਣੀ ਜੀ ਵੀ ਹੁਣ ਜਿਹਨੂੰ ਤੇ ਸੀਟ ਮਿਲ ਗਈ ਉਹ ਤਾਂ ਠੀਕ ਆ, ਤੇ ਜਿਹੜਾ ਥੋੜਾ ਜਿਹਾ ਪ੍ਰਾਹੁਣਾ ਕਿਤੇ ਇੱਧਰ ਉੱਧਰ ਨਾਰਾਜ਼ ਹੋਇਆ, ਉਹ ਫਿਰ ਜਿਹੜਾ ਇੱਕ ਸ਼ਰੀਕੇ ਜੋ ਨਹੀਂ ਹੁੰਦਾ ਟੱਬਰ, ਵਿਆਹ ਵਾਲਿਆਂ ਦੇ ਜਮਾਂ ਸ਼ਰੀਕੇ ਵਾਲਾ ਟੱਬਰ, ਉਹਨਾਂ ਲਿਆਣ ਕੇ ਲਾਗੇ ਮਰੂਤੀ ਡੱਕ ਲੈਣੀ ਹੁੰਦੀ। ਹਾਂ ਫੁੱਫੜਾ ਕੀ ਗੱਲ ਬਾਹਰ ਹੀ ਤੁਰਿਆ ਫਿਰਦਾ ਯਾਰ, ਐਵੇਂ ਕੋਈ ਬੰਦੇ ਆ ਮੈਨੂੰ ਭਾਇਆ ਨੇ, ਤੂੰ ਇੱਧਰ ਆ ਯਾਰ, ਅੱਗੇ ਭਾਓ ਫੁੱਫੜ ਨੂੰ ਕੀ ਕਰਦਾ। ਉਹ ਮੈਨੂੰ ਇਹ ਜਾਪਦਾ ਵੀ ਜਿਹੜੀ ਇੱਧਰਲੇ ਪਾਸੇ ਸੈਟਲਮੈਂਟ ਹੋ ਗਈ ਤੇ ਠੀਕ ਆ, ਨਹੀਂ ਤੇ ਥੋੜੇ ਕੁ ਦਿਨ ਬ੍ਰੇਕ ਲਾਈ ਸੀ ਬੀਜੇਪੀ ਵਾਲਿਆਂ ਨੇ, ਹੁਣ ਉਹ ਦੁਬਾਰਾ ਸ਼ੁਰੂ ਹੋ ਗਏ ਬੰਦੇ। ਉਹ ਕਹਿੰਦੇ ਵੀ ਆ ਜਾਓ ਬਈ, ਕਿਹੜਾ ਬਈ, ਸਾਰੇ ਅੰਮ੍ਰਿਤਸਰ ਵਾਲੇ, ਅੰਮ੍ਰਿਤਸਰ ਵਾਲੇ, ਅੰਮ੍ਰਿਤਸਰ ਵਾਲੇ। ਜਦੋਂ ਬਹੁਤੀਆਂ ਕਾਰਾਂ ਪੰਜਾਬ 'ਚ ਨਹੀਂ ਸੀ ਨਾ ਹੁੰਦੀਆਂ, ਉਦੋਂ ਮੇਰੇ ਵਰਗਾ ਪਤਲਾ ਬੰਦਾ, ਜਾਣੀ ਇੱਕ ਤਾਂ ਤੁਹਾਡੇ ਵਰਗੇ, ਕਿਉਂਕਿ ਤੁਸੀਂ ਤਾਂ ਮਰੂਤੀ ਲੀਡਰ ਬੰਦੇ ਹੋ, ਤੁਹਾਡਾ ਸਟੀਅਰਿੰਗ ਵਾਲੀ ਸੀਟ ਪੱਕੀ ਆ ਨਾ, ਇੱਕ ਇੱਧਰਲੇ ਪਾਸੇ ਤੁਹਾਡੇ ਵਰਗਾ ਬੰਦਾ, ਪਲਿਆ ਬੰਦਾ ਇੱਧਰਲੇ ਪਾਸੇ ਵਾਲੀ, ਤੇ ਜੇ ਮੇਰੇ ਵਰਗਾ ਕੋਈ ਰਹਿ ਗਿਆ ਤਾਂ ਪਲੇ ਆ ਬੰਦੇ ਨੇ ਤੁਹਾਡੇ ਵਰਗੇ ਨੇ ਬਾਹਰ ਨਿਕਲਣਾ, ਤੇ ਮੈਨੂੰ ਕਹਿਣਾ ਵਿੱਚ ਵੜ ਜਾ, ਤੇ ਗੇਅਰ ਦੇ ਇੱਕ ਲੱਤ ਉੱਧਰ ਰੱਖ ਲਾ ਤੇ ਤੇ ਵਿਚਾਲੀ ਚਾਦਰੀ ਐਡਜਸਟਮੈਂਟ ਉਹ ਕਰ ਲੈਂਦੇ। ਨਹੀਂ ਹੁੰਦਾ ਸੀ ਕਿ ਨਹੀਂ ਹੁੰਦਾ? ਬਿਲਕੁਲ ਇਸ ਹਿਸਾਬ ਦੀ ਐਡਜਸਟਮੈਂਟ ਹੁਣ ਵੀ ਮੇਰੇ ਖਿਆਲ ਨਾਲ ਪੋਲੀਟੀਕਲ ਪਾਰਟੀਆਂ 'ਚ ਹੋਣ ਡਈ ਆ। ਹੁਣ ਐਡਜਸਟਮੈਂਟ ਦਾ ਤੇ ਸਿਰਾ ਦੇਖੋ ਉਦੋਂ ਲੱਗਾ ਫਿਰਦਾ, ਪਤਾ ਨਹੀਂ ਅੱਜ ਗੇਅਰ ਪੈ ਜੇ ਕਿ ਕੱਲ੍ਹ ਨੂੰ ਪੈ ਜਾਵੇ। ਕੱਲ੍ਹ ਵਾਲੀ ਮੈਂ ਨਾ ਜਿਹੜੀ ਉਹ ਥੋੜ੍ਹੀ ਜਿਹੀ ਸ਼ਮੂਲੀਅਤ ਹੋਈ, ਆਪਾਂ ਥੋੜ੍ਹੀ ਉਹਦੀ ਗੱਲ ਕਰ ਲਈਏ, ਫਿਰ ਆਪਾਂ ਦੂਸਰੇ ਪਾਸੇ ਚੱਲਦੇ ਹਾਂ। ਹੁਣ ਥੋੜ੍ਹੇ ਜਿਹੇ ਦਿਨ ਤੇ ਕੰਮ ਰਿਹਾ ਠੰਡ ਠੰਡੌਲਾ ਵੀ ਕੋਈ ਗੱਲ ਨਹੀਂ ਯਾਰ, ਪ੍ਰਧਾਨ ਮੰਤਰੀ ਸਾਹਿਬ ਨੂੰ ਰੋਕਤਾ, ਇੱਦਾਂ ਕਿੱਦਾਂ, ਫਲਾਨਾ ਦੋਸ਼ੀ, ਢੀਂਗੜਾ ਦੋਸ਼ੀ। ਪਰ ਹੁਣ ਜਿਹੜਾ ਉਹਨਾਂ ਨੇ ਦੁਬਾਰਾ ਫਿਰ ਸ਼ਮੂਲੀਅਤ ਸ਼ੁਰੂ ਕਰ ਦਿੱਤੀ ਹੈ, ਤੇ ਹਰਦੀਪ ਸਿੰਘ ਹੋਰੀ ਵੀ ਆਏ, ਉਹਨਾਂ ਨੇ ਜਿਹੜੀ ਲੁਧਿਆਣੇ ਸ਼ਮੂਲੀਅਤ ਕੀਤੀ ਗੋਸ਼ੀ ਹੋਰਾਂ ਦੀ, ਮੈਂ ਬੜਾ ਹੈਰਾਨ ਸੀ ਵੀ ਯਾਰ ਗੋਸ਼ੀ ਹੋਰੀ ਸ਼ਾਮਲ ਹੋ ਗਏ, ਤੇ ਜਿਨ੍ਹਾਂ ਦੇ ਨਾਲ ਉਦੋਂ ਆਪਾਂ ਅਜੇ ਵੀ ਵੀਡੀਓ ਕਿਤੇ ਫਿਰਦੀ ਹੋਣੀ, ਗਲੀ 'ਚ ਪੇਚਾ ਪਿਆ ਸੀਗਾ ਜਿਨ੍ਹਾਂ ਦੇ ਨਾਲ ਬੈਂਸ ਭਰਾਵਾਂ ਦੇ, ਉਹਨਾਂ ਦੀ ਮਗਰੇ ਮਗਰ ਚਰਚਾ ਤੁਰੀ ਜਾਂਦੀ ਵੀ ਕਹਿੰਦੇ ਜਾਂ ਪਤਾ ਨਹੀਂ ਉਹ ਚਲੇ ਜਾਣ, ਜਾਂ ਪਤਾ ਨਹੀਂ ਗੱਠਜੋੜ ਕਰ ਲੈਣ। ਦੇਖੋ ਕੋਈ ਮਤਲਬ ਇਸ ਲੈਵਲ ਤੱਕ ਦਾ ਤੁਸੀਂ ਭਰਾਤਰੀ ਭਾਵ ਜੇ ਕਰ ਸਕਦੀ, ਬੀਜੇਪੀ ਕਰ ਸਕਦੀ, ਪਤਾ ਨਹੀਂ ਕਿਹੜੀ ਦਵਾਈ ਉਹਨਾਂ ਕੋਲੇ। ਤੁਸੀਂ ਇਹ ਦੇਖੋ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਸਿਆਸਤ, ਤੁਸੀਂ ਤਾਂ ਵੱਧ ਸਿਆਣੇ ਹੋ, ਯਾਨੀ ਅੱਜ ਤੁਸੀਂ ਉਹਨਾਂ ਤੇ ਇਤਰਾਜ਼ ਕਰਦੇ ਹੋ। ਮੈਨੂੰ ਇਤਰਾਜ਼ ਕੋਈ ਨਹੀਂਗਾ, ਮੈਂ ਉਹ ਕਿਹੜਾ ਜੇ ਬ੍ਰਹਮਪੁਰਾ ਸਾਹਿਬ ਖੜੇ ਹੋ ਚਲੇ ਉੱਠ ਕੇ। ਤੁਸੀਂ ਇਹ ਗੱਲ ਦੇਖੋ, ਜੇ ਜਗਮੀਤ ਸਿੰਘ ਬਰਾੜ ਅਕਾਲੀ ਦਲ ਵੱਲੋਂ ਟਿਕਟ ਲੜ ਸਕਦੇ ਆ ਬ੍ਰਹਮਪੁਰਾ, ਮੈਨੂੰ ਯਾਦ ਆਇਆ, ਮੈਨੂੰ ਕਿਸੇ ਬੰਦੇ ਨੇ ਦੱਸਿਆ, ਕਹਿੰਦੇ ਸੰਘਾ ਸਾਹਿਬ ਢਿੱਲੇ ਆ। ਤੁਹਾਨੂੰ ਕਿਹੜੇ ਬੰਦੇ ਨੇ ਦੱਸਿਆ ਯਾਰ? ਮੈਨੂੰ ਲੱਗਦਾ ਸੰਘਾ ਸਾਹਿਬ ਦੇ ਫੋਨ ਆਇਆ ਤੁਹਾਨੂੰ, ਕਿਸੇ ਬੰਦੇ ਦਾ ਤੁਸੀਂ ਨਾਂ ਹੀ ਮੈਂ ਪਤਾ ਕੀਤਾ, ਮੈਂ ਕਿਹਾ ਵੀ ਯਾਰ ਉਹਦਾ ਨਾਮ ਬੜਾ, ਕਹਿੰਦੇ ਉਹ ਬੰਦਾ ਹਸਪਤਾਲ ਹੈ ਯਾਰ, ਉਦੋਂ ਦਾ ਕਿਤੇ ਢਿੱਲਾ ਹੋ ਗਿਆ ਇਸੇ ਗੱਲੋਂ ਹੀ। ਜੇ ਤੁਸੀਂ ਉੱਥੇ ਹੁੰਦੇ ਨਾ ਪੱਕਾ ਤੁਸੀਂ ਫਲੂਟ ਲੈ ਕੇ ਜਾਣਾ ਸੀ। ਮੈਂ ਪਤਾ ਲੈ ਗਿਆ, ਮੈਂ ਸੰਘਾ ਸਾਹਿਬ, ਚਲੋ ਸੰਘਾ ਸਾਹਿਬ ਕਿਹੜੇ ਕੰਮਾਂ 'ਚ ਪਏ ਹੋ। ਮੇਰੀ ਬੇਨਤੀ ਸੁਣੋ, ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਨੇ ਹੁਣ ਜਦੋਂ ਕਤਾਰ ਲਾਈ ਨਾ, ਉਹਦੇ ਵਿੱਚੋਂ ਗੋਸ਼ਾ ਸਾਹਿਬ ਦਾ ਮਸਲਾ ਕੀ ਸੀ? ਕਿਉਂਕਿ ਗੋਸ਼ਾ ਸਾਹਿਬ ਅੱਜ ਉਸ ਸਥਿਤੀ 'ਚ ਨੇ ਜਿਸ ਸਥਿਤੀ 'ਚ ਕਦੇ ਬੈਂਸ ਭਰਾ ਹੁੰਦੇ ਸੀ, ਉਹ ਕੌਂਸਲਰ ਹੁੰਦੇ ਸੀ, ਐਮਐਲਏ ਲੜਨਾ ਚਾਹੁੰਦੇ ਸੀ, 2 ਟਿਕਟਾਂ ਚਾਹੁੰਦੇ ਸੀ, ਹੌਲੀ ਹੌਲੀ ਉਹ ਉੱਪਰ ਪਹੁੰਚ ਗਏ। ਤੇ ਗੁਰਦੀਪ ਸਿੰਘ ਗੋਸ਼ਾ ਕਿਉਂਕਿ ਮਜੀਠੀਆ ਸਾਹਿਬ ਦੇ ਬਹੁਤ ਨੇੜੇ ਨੇ, ਐਵੇਂ ਤਾਂ ਨਹੀਂ ਬੈਂਸ ਭਰਾਵਾਂ ਦੇ ਨਾਲ ਪੰਗੇ ਲੈ ਜਾਂਦੇ, ਕਿ ਗੱਲ ਨੂੰ ਹੀ ਲੈ ਜਾਂਦੇ ਸੀ। ਉਹਨਾਂ ਨੂੰ ਲੱਗਦਾ ਸੀ ਇੱਕ ਪਿਛਲੀ ਵਾਰੀ ਵੀ ਟਿਕਟ ਮੰਗਦੇ ਸੀ, ਨਹੀਂ ਮਿਲੀ, ਐਤਕੀ ਫੇਰ ਮੰਗਦੇ ਸੀ, ਅਗਲਿਆਂ ਨੇ ਚੱਕ ਕੇ ਪੁਰਾਣੇ ਜੇਲ੍ਹ ਮੰਤਰੀ ਸਾਹਿਬ ਨੂੰ ਦੇਤੀ। ਫਿਰ ਉਹਨਾਂ ਨੇ ਦੇਖਿਆ ਕਿ ਭਾਈ ਕਿਸੇ ਨਾ ਕਿਸੇ ਪਾਸੋਂ ਤਾਂ ਟਿਕਟ ਲੈਣੀ ਆ ਨਾ, ਚੁੱਪ ਕਰਕੇ 15 ਮਿੰਟ ਪਹਿਲਾਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ, ਤੇ ਜਾ ਕੇ ਫਿਰ ਉਹ ਟਾਈਮਿੰਗ ਉਹਨਾਂ ਦੀ ਸਿਰਸਾ ਸਾਹਿਬ ਜਿੰਨੀ ਸੀ ਮੈਂ ਦੇਖਿਆ, ਤੇ ਉੱਥੇ ਜਾ ਕੇ ਸ਼ਾਮਲ ਹੋ ਗਿਆ। ਕੋਈ ਗੱਲ ਨਹੀਂ, ਪਰਮਿੰਦਰ ਸਿੰਘ ਬਰਾੜ ਜਿਹੜੇ ਕਿ ਅਕਾਲੀ ਦਲ 'ਚ ਹੁੰਦੇ ਸੀ, ਕਾਂਗਰਸ 'ਚ ਗਏ, ਮੁੜ ਕੇ ਭਾਜਪਾ ਚਲੇ ਗਏ, ਉਹਨਾਂ ਦੀ ਭੂਮਿਕਾ ਪਿੱਛੇ ਨਜ਼ਰ ਆਉਂਦੀ ਸੀ। ਮਨਜਿੰਦਰ ਸਿੰਘ ਸਿਰਸਾ ਬਿਲਕੁਲ ਠੁੱਕ ਦੇ ਕੇ ਨਾਲ ਖਲੋਤੇ ਸੀ। ਹੁਣ ਤਾਂ ਉਹ ਐਂ ਲੱਗਦਾ ਹੁੰਦਾ ਕਿ ਕਈ ਬੰਦੇ ਹੁੰਦੇ ਨਾ ਕਿ ਜਦੋਂ ਮਿਲਣੀ ਹੁੰਦੀ ਆ, ਉਹ ਇਹ ਨਹੀਂ ਪਤਾ ਲੱਗਦਾ ਮੁੰਡੇ ਵਾਲਿਆਂ ਨਾਲ ਕੁੜੀ ਵਾਲਿਆਂ ਨਾਲ, ਉਹ ਵਿਚਾਲੇ ਜਾ ਖੜੇ ਹੋ ਕੇ ਲਿਆਓ ਜੀ ਲਿਆਓ ਫੁੱਫੜ ਜੀ ਆਓ ਯਾਰ, ਆਓ ਤੁਸੀਂ ਹਾਰ ਫੜਾਓ, ਵੀ ਹਾਰ ਫੜਾਓ, ਕੱਢ ਕੇ ਰੱਖੋ ਗੁੰਝਣਾ ਹੀ ਆ, ਕੋਈ ਗੱਲ ਨਹੀਂ ਤੇ ਲਿਆਓ। ਤੇ ਜਦੋਂ ਜਾਂਦੇ ਵੀ ਆ ਲਾ ਕੇ ਫੜਾ ਦਿਓ, 3 ਹੀ ਆ ਬਾਰ-ਬਾਰ ਪਾਉਣੇ ਹੁੰਦੇ ਆ। ਸਿਰਸਾ ਸਾਹਿਬ ਦੀ ਭੂਮਿਕਾ ਐਨ, ਕਦੇ ਉਹ ਮਾਸਕ ਲਾ ਲੈਂਦੇ ਸੀ, ਕਦੇ ਉਹ ਲਾ ਲੈਂਦੇ ਸੀ। ਹੁਣ ਤੁਸੀਂ ਹੋਰ ਦੇਖੋ, ਅਰਵਿੰਦ ਖੰਨਾ ਹੋਰਾਂ ਨੂੰ ਵੀ ਸ਼ਾਮਲ ਕੀਤਾ, ਵੱਡੇ ਬੰਦੇ ਨੇ, ਕਾਰੋਬਾਰੀ ਬੰਦੇ ਨੇ, ਸਮਾਜ ਸੇਵੀ ਸੰਸਥਾ ਵੀ ਚਲਾਉਂਦੇ ਆ, ਕਾਂਗਰਸੀ ਬੰਦੇ ਸੀ, ਧੁਰੀਓਂ ਵੀ ਇਲੈਕਸ਼ਨ ਜਿੱਤੇ, ਸੰਗਰੂਰੋਂ ਵੀ ਜਿੱਤੇ, 2 ਵਾਰ ਦੇ ਐਮਐਲਏ, ਤਾਂ ਕੰਮਕਾਰੀ ਇਹਨਾਂ ਉਹ ਪਿਛਲੇ ਕਹਿੰਦੇ ਯਾਰ ਮੈਂ ਨਹੀਂ, ਬਸ ਹੁਣ ਬਹੁਤ ਹੋ ਗਿਆ, ਰਾਜਨੀਤੀ ਨਹੀਂ। ਪਰ ਹੁਣ ਭਾਰਤੀ ਜਨਤਾ ਪਾਰਟੀ ਚਲੇ ਗਏ, ਯਾਨੀ ਜਿੱਦਾਂ ਇੱਧਰਲੇ ਪਾਸੇ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਗੱਲ ਚੱਲਦੀ ਹੁੰਦੀ ਨਾ ਕਿ ਜਿਹੜੀ ਮਰਜ਼ੀ ਸੀਟ ਦੇ ਉੱਤੇ ਉਹਨਾਂ ਨੂੰ ਭੇਜ ਦਿਓ, ਤਕੜਾ ਮੁਕਾਬਲਾ ਦੇਣਗੇ, ਕਿਉਂਕਿ ਪੈਸੇ ਟਕੇ ਪੱਖੋਂ ਸੌਖੇ ਆ। ਇੱਦਾਂ ਹੀ ਅਰਵਿੰਦ ਖੰਨਾ ਹੋਰਾਂ ਦੇ ਕੋਲੇ ਵੀ ਕਾਡਰ ਵੀ ਹੈਗਾ, ਨਿੱਜੀ ਕਾਡਰ ਵੀ ਹੈਗਾ, ਰੁਪਈਏ ਵੀ ਹੈਗੇ ਆ। ਉਹਨਾਂ ਦਾ ਸਰਗਰਮ ਰਾਜਨੀਤੀ 'ਚ ਵਾਪਸ ਆਉਣਾ, ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣਾ, ਚਾਹੇ ਉਹ ਸੰਗਰੂਰੋਂ ਲੜਨ, ਚਾਹੇ ਧੁਰੀਓਂ ਲੜਨ, 3, 4, 5, 6 ਕੋਣਾ ਮੁਕਾਬਲਾ ਬਣਾ ਸਕਦੇ ਆ। ਭਾਵੇਂ ਟੌੜਾ ਪਰਿਵਾਰ ਕਹਿੰਦਾ ਹੈ ਨਹੀਂ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ, ਕਰਨਵੀਰ ਸਿੰਘ ਟੌੜਾ ਆਪ ਹੀ ਗਿਆ, ਦੋਤਾ ਉਹਨਾਂ ਦਾ, ਹਰਮੇਲ ਸਿੰਘ ਟੌੜਾ ਹੋਰਾਂ ਦਾ ਬੇਟਾ,
ਉਹ ਦੋਨੋਂ ਜਣੇ ਮੀਆਂ ਬੀਬੀ ਜਿਹੜੇ ਆ ਉਹ ਚਲੇ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ, ਤੇ ਉਹ ਕਹਿੰਦੇ ਵਿਜ਼ਨ ਦੇਖ ਕੇ ਆਏ ਆ ਭਾਈ। ਨਹੀਂ ਵਿਜ਼ਨ ਦੇਖਿਆ ਗਿਆ, ਦੇਖੋ ਇਹੀ ਤੇ ਗੱਲ ਹੈ। ਆਪਾਂ ਮੇਰਾ ਖਿਆਲ ਉਦੋਂ ਵੀ ਗੱਲ ਕਰਦੇ ਸੀ, ਉਦੋਂ ਟੌੜਾ ਪਰਿਵਾਰ ਨੇ ਉਦੋਂ ਇਤਰਾਜ਼ ਕੀਤਾ ਵੀ ਮਹਾਰਾਜ ਸਾਨੂੰ ਬਣਦਾ ਮਾਣ ਸਨਮਾਨ ਨਹੀਂ ਮਿਲਿਆ। ਹੁਣ ਦੇਖੋ ਜੇ ਹੌਲੀ ਹੌਲੀ ਮਤਲਬ ਜਿਹੜੇ ਕੱਟੜ ਕਹਿ ਲਓ ਕਿ ਵੀ ਟਕਸਾਲੀ ਅਕਾਲੀ ਪਰਿਵਾਰ ਨੇ ਉਹਨਾਂ ਤੱਕ ਵੀ ਸੰਨ ਲਾਉਣ ਦੇ ਵਿੱਚ ਬੀਜੇਪੀ ਕਾਮਯਾਬ ਆ, ਜੇ ਕਾਂਗਰਸੀ ਪਰਿਵਾਰ ਨੇ ਉਹਨਾਂ 'ਚ ਵੀ ਸੰਨ ਲਾਉਣ 'ਚ ਕਾਮਯਾਬ ਆ, ਅਕਾਲੀ ਵੀ ਉਹ ਨੇ ਜਿਹੜੇ ਕਹਿੰਦੇ ਵੀ ਕੋਈ ਗੱਲ ਨਹੀਂ ਪੱਗੋ ਹੱਥੀ ਹੋਣਾ ਪਿਆ ਤੇ ਆਪਾਂ ਹੋਵਾਂਗੇ, ਵੇਖਿਓ ਖੜੇ ਹਾਂ ਆਪਾਂ। ਉਹ ਬੰਦੇ ਵੀ ਕਹਿੰਦੇ ਨਹੀਂ ਵੀਰ ਤੁਹਾਡੇ ਨਾਲ ਨਹੀਂ, ਅਸੀਂ ਤੇ ਉੱਧਰ ਆ। ਹੁਣ ਇੱਥੋਂ ਇਹ ਅੰਦਾਜ਼ਾ ਹੁਣ ਜੇ ਅਜੇ ਤਾਂ ਚਲੋ ਬੈਂਸ ਭਰਾਵਾਂ ਨੇ ਐਲਾਨ ਕੀਤਾ ਨਹੀਂ ਅੱਜ ਕਰ ਦੇਣ ਕੱਲ੍ਹ ਕਰ ਦੇਣ, ਜੇ ਉਹ ਵੀ ਗੱਠਜੋੜ ਕਰ ਲੈਂਦੇ ਆ ਫਿਰ ਕੋਈ ਨਾ ਕੋਈ ਤੇ ਐਸੀ ਔਸ਼ਧੀ ਜਿਹੜੀ ਉਹ ਬਾਬੇ ਰਾਮਦੇਵ ਕੋਲੋਂ ਘੋਲ ਕੇ ਲਿਆਂਦੀ ਉਹਨਾਂ ਨੇ ਵੀ ਇੱਕ ਚਮਚਾ ਕਹਿੰਦੇ ਪੀ ਲਓ, ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਗੁਣਗਾਨ ਕਰਨਾ। ਨਹੀਂ ਠੀਕ ਹੈ ਜੀ, ਉਧਰੋਂ ਆਮ ਆਦਮੀ ਪਾਰਟੀ ਵਾਲੇ ਪਾਸੇ ਆਉਂਦੇ ਆ। ਇਹ ਨਹੀਂ ਪਤਾ ਕਿ ਅੱਜ ਅਰਵਿੰਦ ਕੇਜਰੀਵਾਲ ਆ ਕੇ ਪਿਛਲੇ ਸਮੇਂ ਦੇ ਕਿੰਨੇ ਮਾਡਲ ਜਿਹੜੇ ਆ ਉਹਨਾਂ ਨੂੰ ਇੱਕ ਥਾਂ ਕਰਕੇ ਦੱਸਣਗੇ। ਉਮੀਦ ਹੈ ਕਿ ਅੱਜ ਉਹਨਾਂ ਨੇ ਚੰਡੀਗੜ੍ਹ ਆਉਣਾ। ਪਿਛਲੇ ਸਮੇਂ 'ਚ ਕੋਵਿਡ ਹੋ ਗਿਆ ਸੀ, ਫਿਰ ਉਹ ਕੋਵਿਡ ਦੇ ਪ੍ਰਬੰਧਾਂ 'ਚ ਲੱਗ ਗਿਆ ਦਿੱਲੀ 'ਚ। ਹੁਣ ਕਈ ਦਿਨਾਂ ਦੇ ਬਾਅਦ ਆ ਰਹੇ ਆ ਤੇ ਅੱਜ ਬਹੁਤ ਵੱਡੀ ਚਰਚਾ ਕਿ ਭਗਵੰਤ ਮਾਨ ਹੋਰਾਂ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਆਮ ਆਦਮੀ ਪਾਰਟੀ ਵੱਲੋਂ ਰਸਮੀ ਤੌਰ ਦੇ ਉੱਤੇ ਐਲਾਨਿਆ ਜਾ ਸਕਦਾ, ਕਿਉਂਕਿ ਹੁਣ ਤਾਂ ਮਹੀਨਾ ਇੱਕ ਹੀ ਰਹਿ ਗਿਆ ਤੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਭਾਈ ਨੇੜੇ ਆ ਲੈਣ ਦਿਓ, ਚੋਣਾਂ ਨੇੜੇ ਆ ਲੈਣ ਦਿਓ, ਆਪਾਂ ਉਦੋਂ ਕਰ ਦਿਆਂਗੇ। ਹੁਣ ਜਦੋਂ ਬਹੁਤੀਆਂ ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤੇ ਆ, ਪ੍ਰਚਾਰ ਸਿਖਰ ਦੇ ਉੱਤੇ ਚੱਲ ਗਿਆ, ਵੱਡੀਆਂ ਰੈਲੀਆਂ ਬੰਦ ਹੋ ਗਈਆਂ ਤੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਭਾਈ ਅੱਛਾ ਮੌਕਾ ਹੈ, ਹੁਣ ਆਪਾਂ ਚੰਡੀਗੜ੍ਹ ਜਾ ਕੇ ਅੱਜ ਹੋ ਸਕਦਾ ਕਿ ਭਗਵੰਤ ਮਾਨ ਹੋਰਾਂ ਦੇ ਨਾਂ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਮੋਹਰ ਲੱਗ ਜਾਏ। ਪਰ ਇਹਦੇ ਤੋਂ ਪਹਿਲਾਂ ਕਿ ਮੋਹਰ ਲੱਗਦੀ, ਦੋ ਰੌਲੇ ਪੈ ਗਏ। ਇੱਕ ਤਾਂ ਕੁਲਵੰਤ ਸਿੰਘ ਹੋਰੀ ਜਿਹੜੇ ਕਿ ਮੋਹਾਲੀ ਤੋਂ 48 ਘੰਟਿਆਂ ਦੇ ਵਿੱਚ ਉਮੀਦਵਾਰ ਬਣੇ ਆਮ ਆਦਮੀ ਪਾਰਟੀ ਦੇ ਸਾਬਕਾ ਮੇਅਰ, ਅਕਾਲੀ ਦਲ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਵੀ ਲੜ ਚੁੱਕੇ ਸੀ। ਉਹਨਾਂ ਨੇ ਨਾ ਰਕਮ ਤੁਸੀਂ ਦੱਸਣੀ ਆ ਕਿਉਂਕਿ ਜਿੱਡੀ ਵੱਡੀ ਰਕਮ ਆ ਮੇਰੇ ਲਈ ਔਖਾ। ਉਹਨਾਂ ਨੇ 3 ਬੰਦਿਆਂ ਨੂੰ ਨੋਟਿਸ ਭਿਜਵਾਇਆ ਆਪਣੇ ਵਕੀਲ ਸਾਹਿਬ ਦੇ ਰਾਹੀਂ, ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਸੀ ਕਿ ਇਹਨਾਂ ਨੇ ਪੈਸੇ ਦਿੱਤੇ ਆ ਆਮ ਆਦਮੀ ਪਾਰਟੀ ਵਾਲਿਆਂ ਨੂੰ। ਇਸੇ ਕਰਕੇ ਸਾਡੇ ਵਰਗੇ ਕਹਿੰਦੇ ਪੁਰਾਣੇ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਨੇ ਇੱਕ ਦਿਨ ਦੇ ਵਿੱਚ ਬੰਦੇ ਨੂੰ ਟਿਕਟ ਦੇਤੀ ਆ ਤੇ ਹੁਣ ਨੋਟਿਸ ਚਲਾ ਗਿਆ। ਜਿਹੜੀ ਦੇਖੋ ਸ਼ਬਦ ਉਹਨਾਂ ਵਰਤਿਆ, ਉਹ ਕਹਿੰਦੇ ਵੀ ਟਿਕਟ ਇਹਨਾਂ ਨੇ ਮੁੱਲ ਖਰੀਦੀ, ਮੁੱਲ ਹੈ ਨਾ, ਵੀ ਇਹਨਾਂ ਨੇ ਮੁੱਲ ਲਈ ਹੈ ਟਿਕਟ। ਤੇ ਉਹ ਕਹਿੰਦੇ ਵੀ ਕੁਲਵੰਤ ਸਿੰਘ ਉਹਨਾਂ ਦਾ ਕਹਿਣਾ, ਉਹ ਕਹਿੰਦੇ ਵੀ ਇਦਾਂ ਕਿੱਦਾਂ ਮਹਾਰਾਜ, ਵੀ ਦੇਖੋ ਪਾਰਟੀ ਨੇ ਆਪ ਫੈਸਲਾ ਕੀਤਾ, ਪਾਰਟੀ ਨੇ ਟਿਕਟ ਦਿੱਤੀ ਹੈ ਤੇ ਇਹ ਤੇ ਮੇਰੀ ਬਦਨਾਮੀ ਕਰਨ ਦੇ ਬੰਦੇ 100 ਕਰੋੜ ਦਾ ਮਾਨਹਾਨੀ ਦਾ ਦਾਵਾ ਵੀਰ ਜੀ। ਉਧਰਲੇ ਪਾਸੇ ਇੱਕ ਨੋਟਿਸ ਹੋਰ ਗਿਆ, ਜੇ ਤੁਸੀਂ ਚੰਡੀਗੜ੍ਹੋਂ ਚੱਲੋ 1.25 ਘੰਟੇ ਦਾ ਸਫ਼ਰ ਆ, ਬੜੀ ਹੱਦ। ਤੁਹਾਡੇ ਲੀਡਰਾਂ ਲਈ ਸ਼ਾਇਦ ਉਹ ਵੀ 1 ਘੰਟੇ ਦੇ ਹੋਵੇ ਪਟਿਆਲੇ ਦਾ। ਨਹੀਂ ਤੁਸੀਂ ਹੈਲੀਕਾਪਟਰ ਤੋਂ 10 ਮਿੰਟ ਨਾਲ ਚਲੇ ਜਾਂਦੇ। ਠੀਕ ਹੈ ਜੀ, ਲੈ ਦੱਸ ਮਾਲ। ਉੱਥੇ ਇੱਕ ਸੌਰਭ ਜੈਨ ਸਾਹਿਬ ਨੇ, ਉਹਨਾਂ ਨੇ ਸਿੱਧਾ ਹੀ ਦੋਸ਼ ਲਾਇਆ ਸੀ ਪਿਛਲੇ ਦਿਨਾਂ 'ਚ ਇੱਕ ਪ੍ਰੈਸ ਕਾਨਫਰੰਸ ਕਰਕੇ। ਉਹ ਕਹਿੰਦੇ ਜੀ ਰਾਘਵ ਚੱਡਾ ਸਾਹਿਬ ਪਹਿਲਾਂ ਮੈਨੂੰ ਕਹਿੰਦੇ ਸੀ ਪਟਿਆਲੇ ਦੇ ਹਾਥੀ ਤੋਂ ਲੜ ਲਾ, ਮੈਨੂੰ ਕਹਿੰਦੇ ਵਾਅਦਾ ਕਰਕੇ ਲਿਆਏ ਪਹਿਲਾਂ ਤਾਂ ਵੀ ਆ ਜਾ, ਫਿਰ ਕਹਿੰਦੇ ਜੀ 2-3 ਕਰੋੜ ਦੀ ਜਾਣੀ ਆਹੋ, ਫਿਰ ਕਹਿੰਦੇ ਜੀ ਪਟਿਆਲੇ ਸ਼ਹਿਰੀ ਤੋਂ ਲੜ ਲਓ ਇੰਨੇ ਕੁ। ਇਹ ਮੈਂ ਨਹੀਂ ਕਹਿੰਦਾ, ਇਹ ਕਹਿੰਦਾ ਜਿਹੜੇ ਰਾਘਵ ਚੱਡਾ ਸਾਹਿਬ ਦਾ ਉਹਨਾਂ ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ ਕਿ ਭਾਈ ਤੁਸੀਂ ਮੇਰੀ ਮਾਣਹਾਨੀ ਕੀਤੀ ਹੈ, ਮੈਂ ਤੁਹਾਡੇ ਤੋਂ ਰੁਪਈਏ ਕਦ ਮੰਗੇ। ਪਰ ਪਹਿਲਾਂ ਜਲੰਧਰ 'ਚ ਰੌਲਾ ਪਿਆ, ਫਿਰ ਲੁਧਿਆਣੇ 'ਚ ਰੌਲਾ ਪਿਆ, ਫਿਰ ਪਟਿਆਲੇ 'ਚ ਰੌਲਾ ਪਿਆ, ਫਿਰ ਮੋਹਾਲੀ 'ਚ ਰੌਲਾ ਪਿਆ। ਉਹ ਬਾਕੀ ਪਾਸਿਆਂ ਤੋਂ ਵੀ ਕਈ ਵਲੰਟੀਅਰ ਜਿਹੜੇ ਨੇ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ। ਸਾਨੂੰ ਨਹੀਂ ਪਤਾ, ਸਾਡੇ ਕੋਲੇ ਕੋਈ ਸਬੂਤ ਨਹੀਂ, ਅਸੀਂ ਨਹੀਂ ਦੋਸ਼ ਲਾਉਂਦੇ, ਪਰ ਇਹਨਾਂ ਦੇ ਆਪ ਦੇ ਬੰਦੇ ਜਦੋਂ ਕਹਿੰਦੇ ਆ ਫਿਰ ਗੱਲ ਤਾਂ ਕਰਨੀ ਪਊ। ਹੋ ਸਕਦਾ ਜਦੋਂ ਅੱਜ ਅਰਵਿੰਦ ਕੇਜਰੀਵਾਲ ਆਉਣਗੇ ਤਾਂ ਭਾਈ ਜਿਹੜੇ ਰਾਘਵ ਚੱਡਾ ਸਾਹਿਬ ਨੂੰ ਘੇਰ ਸਕਦੇ ਆ। ਜੇ ਬੰਦੇ ਉੱਥੇ ਪਹੁੰਚ ਗਏ ਤਾਂ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਹੋਣੇ ਯਾਰ 4-5-6 ਮਹੀਨੇ ਹੋ ਗਏ ਉਡੀਕਦਿਆਂ ਨੂੰ, ਹੁਣ ਆ ਪੰਗਾ ਪੈ ਗਈ। ਨਹੀਂ ਉਹ ਤਾਂ ਹੈਗਾ ਹੀ ਇਹ ਗੱਲਬਾਤ। ਤੇ ਬਾਕੀ ਇਹ ਤਾਂ ਹੁਣ ਹੋ ਸਕਦਾ ਉਹ ਕਲੈਰਿਟੀ ਵੀ ਦੇ ਜਾਣੇ ਸਾਰੇ ਕੁਝ ਦੇ ਉੱਪਰ ਵੀ ਨਹੀਂ ਆਹ ਗੱਲ ਇੱਦਾਂ ਹੈ, ਆਹ ਗੱਲ ਇੱਦਾਂ ਹੈ। ਪਰ ਭਗਵੰਤ ਮਾਨ ਸਾਹਿਬ ਨੇ ਜਿਹੜਾ ਉਹ ਦੋਸ਼ ਲਾਇਆ ਸੀ, ਪਤਾ ਨਹੀਂ ਆਪਾਂ ਉਹ ਗੱਲ ਕਰ ਲਈ ਕਿ ਨਹੀਂ ਕਰ ਲਈ, ਭੁੱਲ ਗਏ ਨਾ ਆਪਾਂ ਉਹ ਕਰ ਲਈਏ, ਕਿਉਂਕਿ ਉਹਨਾਂ ਨੇ ਆਪਣੇ ਨਾਲੋਂ ਬੜੀ ਕਲੀਅਰ ਕੱਟ ਗੱਲ ਕੀਤੀ। ਉਹ ਕਹਿੰਦੇ ਵੀ ਬੇਸਿਕਲੀ ਬੰਦਾ ਅਹਿਸਾਨਮੰਦ ਤੇ ਹੁੰਦਾ ਹੀ ਹੈ ਨਾ, ਤੇ ਮਜੀਠੀਆ ਸਾਹਿਬ ਦੇ ਉੱਪਰ FIR ਕਰਕੇ ਤੇ ਉਹਨਾਂ ਨੂੰ ਜ਼ਮਾਨਤ ਦਵਾ ਕੇ ਕਲੀਅਰ ਕਰਨ ਦੇ ਵਿੱਚ ਚੰਨੀ ਸਾਹਿਬ ਨੇ ਤੇ ਅਹਿਸਾਨ ਲਾਇਆ, ਕਿਉਂਕਿ ਉਹੀ ਪਿਛਲਾ ਕੇਸ ਯਾਦ ਕਰਾਇਆ ਭਾਜੀ ਹੋਣ ਵਾਲਾ। ਉਹ ਕਹਿੰਦੇ ਵੀ ਉਹਨਾਂ ਦੇ ਭਾਜੀ ਜਿਹੜੇ ਉਹ ਕੇਸ ਦੇ ਵਿੱਚ ਫਸੇ ਸੀਗੇ, ਉਦੋਂ ਕਹਿੰਦੇ ਮਜੀਠੀਆ ਸਾਹਿਬ ਕੋਲ ਜਾਂਦੇ ਸੀ, ਕਹਿੰਦੇ ਮੈਂ ਨਹੀਂ ਕਹਿੰਦਾ, ਮਜੀਠੀਆ ਸਾਹਿਬ ਨੇ ਆਪ ਦੱਸਿਆ ਵੀ ਮੇਰੇ ਕੋਲ ਆਉਂਦੇ ਰਹੇ ਆ। ਉਹ ਕਹਿੰਦੇ ਵੀ ਉਦੋਂ ਬਾਅਦ ਜਿਹੜਾ ਅਸੀਂ ਤੁਹਾਨੂੰ ਸੈਟਿੰਗ ਕਹਿੰਦੇ ਸੀ ਵੀ ਅੰਦਰ ਖਾਤੇ ਸਿਰਫ ਇਹ ਰੌਲਾ ਜਿਹਾ ਪਿਆ ਵੀ ਗੋਂਗਲੂਆਂ ਤੋਂ ਮਿੱਟੀ ਆਪਾਂ ਝਾੜ ਦੇਣੀ ਆ, ਜਦੋਂ ਇੱਕ ਰਾਂ ਅਦਾਲਤ ਨੇ ਤੁਹਾਨੂੰ ਬਰੀ ਕਰਤਾ ਤੁਸੀਂ ਬਾਹਰ ਜਾ ਕੇ ਵੀ ਕਹਿਣ ਜੋਗੇ ਹੋ ਜਾਓਗੇ ਵੀ ਆਹ ਦੇਖੋ ਜੀ ਝੂਠੇ ਦੋਸ਼ ਸੀ। ਤੇ ਕਹਿੰਦੇ ਉਹ ਜਿਹੜਾ ਕਰਾਰ ਸੀਗਾ ਉਹ ਚੰਨੀ ਸਾਹਿਬ ਨੇ ਨਿਭਾਤਾ। ਇਹ ਮਤਲਬ ਭਗਵੰਤ ਮਾਨ ਸਾਹਿਬ ਦਾ ਦੋਸ਼। ਰਾਘਵ ਚੱਡਾ ਸਾਹਿਬ ਨੇ ਵੀ ਕਿਹਾ, ਉਹ ਬਾਅਦ 'ਚ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਜੀ ਦੇਖੋ
ਚੰਨੀ ਸਾਹਿਬ ਨੂੰ ਵੀ ਪਤਾ ਸੀ ਤੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਵੀ ਪਤਾ ਸੀ। ਉਹਨਾਂ ਨੇ ਨਹੀਂ ਸ਼ਬਦ ਵਰਤਿਆ। ਮੈਂ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ 2 ਵਾਰੀ ਸੁਣੀ, ਉਹਨਾਂ ਨਾਂ ਨਹੀਂ ਲਿਆ। ਉਹਨਾਂ ਰਾਹੂ ਕੇਤੂ ਸ਼ਬਦ ਵਰਤਿਆ। ਕਿਹਦੇ ਲਈ ਵਰਤਿਆ? ਉਹਨਾਂ ਨੇ ਪੁੱਛਿਆ ਸੀ ਜੀ ਉਹ ਕੌਣ? ਕਹਿੰਦੇ ਦੱਸ ਦਾਂਗੇ ਯਾਰ, ਇੱਕ ਅੱਧਾ ਦਿਨ ਰੁਕੋ। ਰਾਘਵ ਚੱਡਾ ਹੋਰਾਂ ਨੇ ਕਿਹਾ ਕਿ ਚੰਨੀ ਸਾਹਿਬ ਤੇ ਰੰਧਾਵਾ ਸਾਹਿਬ ਨੂੰ ਪਤਾ ਸੀ, ਇਹ ਮਜੀਠੀਆ ਸਾਹਿਬ ਨੇ ਕਿਹਾ, ਦੇ ਬਾਵਜੂਦ ਫੜਿਆ ਨਹੀਂ। ਆਮ ਆਦਮੀ ਪਾਰਟੀ ਵਾਲੇ ਇਹ ਗੱਲ ਤਾਂ ਪੱਕੀ ਆ ਕਿ ਪਹਿਲੇ ਦਿਨ ਤੋਂ ਕਹਿੰਦੇ ਸੀ ਕਿ ਕਮਜ਼ੋਰ ਹੈ FIR, ਬਿਲਕੁਲ ਕਮਜ਼ੋਰ ਹੈ, ਇਹਦੇ ਵਿੱਚੋਂ ਨਿਕਲਣਾ ਕੱਖ ਨਹੀਂ, ਰਲ ਮਿਲ ਕੇ ਮੈਚ ਖੇਡ ਰਹੇ ਆ। ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਸ਼ਾਇਦ ਭਾਰਤ ਦੇ ਕਾਨੂੰਨੀ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਿਹੜੇ ਬੰਦੇ ਦੇ ਉੱਤੇ ਤੁਸੀਂ ਪਰਚਾ ਦਰਜ ਕਰਦੇ ਹੋ, FIR ਦਰਜ ਕਰਦੇ ਹੋ, ਧੁੰਮਾਂ ਪਾ ਦਿੰਦੇ ਹੋ, ਉਹਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮੋਹਾਲੀ ਦੀ ਅਦਾਲਤ ਰੱਦ ਕਰ ਦੇਵੇ, ਤੁਸੀਂ ਬੰਦਾ ਹੀ ਨਹੀਂ ਫੜਦੇ, ਤੁਹਾਡੇ ਕੋਲ ਬੰਦਾ ਹੀ ਨਹੀਂ ਫੜ ਹੁੰਦਾ। ਉਹ ਕਹਿੰਦੇ ਕਿਵੇਂ ਹੋ ਸਕਦਾ ਕਿ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਵੀ ਬੰਦਾ, ਉਹਨੂੰ ਇੰਨੇ ਦਿਨ ਤੁਸੀਂ ਕਹਿੰਦੇ ਦਿੱਤੇ ਮਜੀਠੀਆ ਸਾਹਿਬ ਨੂੰ ਕਿ ਭਾਈ ਜਾਇਓ ਹਾਈ ਕੋਰਟ, ਕੋਈ ਗੱਲ ਨਹੀਂ, ਜ਼ਮਾਨਤ ਤੁਸੀਂ ਲੈ ਆਓ। ਉਹ ਕਹਿੰਦੇ ਰਲ ਮਿਲ ਕੇ ਖੇਡਿਆ। ਪਰ ਇਹ ਬਹੁਤ ਵੱਡਾ ਇਲਜ਼ਾਮ ਆ। ਮੈਨੂੰ ਲੱਗਦਾ ਸ਼ਾਇਦ ਮੁੱਖ ਮੰਤਰੀ ਸਾਹਿਬ ਇਸ ਮੁੱਦੇ ਤੇ ਅਜੇ ਤੱਕ ਬੋਲੇ ਨਹੀਂ। ਛੋਟਾ ਇਲਜ਼ਾਮ ਨਹੀਂ ਹੈ ਕਿ ਉਹ ਆਪਣੇ ਭਾਈ ਸਾਹਿਬ ਨੂੰ, ਜਦੋਂ ਲੁਧਿਆਣੇ ਵਾਲਾ ਕਾਂਡ ਸੀ ਕਿ ਲੈ ਕੇ ਮਜੀਠੀਆ ਸਾਹਿਬ ਕੋ ਗਏ, ਮਜੀਠੀਆ ਸਾਹਿਬ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਕੋ, ਅਹਿਸਾਨ ਦਾ ਮਤਲਬ ਕੀ ਉਹ ਦੋਸ਼ੀ ਸੀ ਤਾਂ ਉਹਨਾਂ ਨੇ ਫਿਰ ਨਿਰਦੋਸ਼ ਕਰਾਰ ਦਿੱਤਾ। ਜਾਨੀ ਸਵਾਲ ਇੱਕ ਹੈ ਕਿ ਜੇ ਰਾਘਵ ਚੱਡਾ ਸਾਹਿਬ ਮਾਣਹਾਨੀ ਦਾ ਕੇਸ ਕਰ ਸਕਦੇ ਆ, ਮਜੀਠੀਆ ਸਾਹਿਬ ਕੇਸ ਕਰ ਸਕਦੇ ਆ, ਕੁਲਵੰਤ ਹੋਰੀ ਕੇਸ ਕਰ ਸਕਦੇ ਆ, ਹੋਰ ਵੀ ਕਿੰਨਿਆਂ ਨੇ ਕੀਤੇ ਆ, ਜੇ ਉਹ ਸਾਰੇ ਬੰਦੇ ਮਾਣਹਾਨੀ ਦਾ ਕੇਸ ਕਰ ਸਕਦੇ ਆ, ਇੱਕ ਦਾ ਵਕੀਲ ਤਾਂ ਹੋ ਸਕਦਾ ਸਿਆਣਾ ਚੰਨੀ ਸਾਹਿਬ ਦੇ ਕੋਲੇ ਵੀ ਹੋਣਾ ਹੈ। ਜੇ ਕਿਉਂਕਿ ਜਦੋਂ ਪਹਿਲਾਂ ਵੀ ਦੋਸ਼ ਕਈ ਦਿਨ ਹਫ਼ਤੇ ਹੋ ਗਏ, ਉਹ ਕਹਿੰਦੇ ਸੀ ਮੇਰੇ ਕੋਲ ਆਉਂਦੇ ਹੁੰਦੇ ਸੀ, ਜੇ ਤਾਂ ਉਹ ਜਾਂਦੇ ਸੀ ਤਾਂ ਕਰਕੇ ਛੁਟਕਾਰਾ ਹੋਇਆ, ਕਿੱਡੀ ਮਾੜੀ ਗੱਲ ਹੈ। ਦੂਸਰੀ ਗੱਲ ਕਿ ਜੇ ਕਿਸੇ ਬੰਦੇ ਦਾ ਕਸੂਰ ਸੀ ਤਾਂ ਉਹਦਾ ਛੁਟਕਾਰਾ ਕਰ ਦਿੱਤਾ, ਉਹ ਵੀ ਕਿੱਡੀ ਮਾੜੀ ਗੱਲ ਹੈ। ਪਰ ਕੁੱਲ ਮਿਲਾ ਕੇ ਸੰਧਾਲੀਆ ਸਾਹਿਬ, ਆਹ ਜਿਹੜੇ ਇਲਜ਼ਾਮ ਲੱਗਣ ਲੱਗ ਪਏ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿ ਟਿਕਟਾਂ ਵਿਕਦੀਆਂ, ਕਿਸੇ ਨੇ ਆਪਣੇ ਭਰਾ ਨੂੰ ਬਰੀ ਕਰਾਇਆ, ਕਿਸੇ ਨੇ ਹੁਣ ਅਹਿਸਾਨ ਲਾਤਾ, ਪੰਜਾਬ ਦੇ ਲੋਕ ਵੱਟ ਤੇ ਬੈਠੇ ਦੇਖਦੇ ਜ਼ਰੂਰ ਹੋਣੇ ਆ ਕਿ ਭਾਈ ਆ ਕਹਾਣੀ ਹੋਈ ਕੀ ਜਾਂਦੀ ਹੈ। ਉਹੀ ਤਾਂ ਕਨਫਿਊਜ਼ਨ ਹੈ ਨਾ। ਕਨਫਿਊਜ਼ਨ ਤੇ ਦੇਖੋ ਇੱਥੋਂ ਤੱਕ ਆ ਵੀ ਕੱਲ ਦਾ ਦਿਨ ਇਦਾਂ ਲੰਘ ਗਿਆ, ਕਹਿੰਦੇ ਚੰਨੀ ਸਾਹਿਬ ਦਾ ਭਰਾ ਕਹਿੰਦੇ BJP ਚਲ ਗਿਆ ਹੋਈ। ਉਹ ਸਾਰੇ ਯਾਰ ਕਿੱਦਾਂ, ਕਿਉਂਕਿ ਲੋਕਾਂ ਨੂੰ ਇਹ ਲੱਗਦਾ ਸੀਗਾ ਵੀ ਯਾਰ ਪਿਛਲੇ ਸਮੇਂ ਦੇ ਵਿੱਚ ਚੰਨੀ ਸਾਹਿਬ ਦੇ ਭਰਾ ਨੇ ਜਿਹੜੇ ਡਾਕਟਰ ਸਾਹਿਬ ਸੀਗੇ, ਉਹਨਾਂ ਨੇ ਆਪਣੀ ਉਹ ਨੌਕਰੀ ਛੱਡ ਕੇ ਤੇ ਆਖਿਆ ਵੀ ਮੈਂ ਹੁਣ ਸਿਆਸਤ 'ਚ ਆਉਣਾ ਹੈ ਨਾ ਜੀ। ਹੁਣ ਜਦੋਂ ਚੰਨੀ ਸਾਹਿਬ ਦਾ ਭਰਾ ਕਹਿੰਦੇ BJP 'ਚ ਸ਼ਾਮਲ, ਖਬਰ ਆਪਣੇ ਵਾਲੇ ਵੀ ਉਨੀ ਕੀ ਲਾਉਂਦੇ, ਕਿਤੇ ਡਿਟੇਲ ਬਾਕੀ ਤੁਸੀਂ ਪੜ੍ਹ ਲਓ। ਹਰੇਕ ਬੰਦਾ ਸੋਚਦਾ ਵੀ ਯਾਰ ਕਮਾਲ ਹੋ ਗਈ, ਉਹ ਡਾਕਟਰ ਸਾਹਿਬ ਕਿੱਧਰ ਚਲ ਗਏ। ਫਿਰ ਹੌਲੀ ਹੌਲੀ ਗੱਲ ਖੁੱਲੀ ਵੀ ਨੇ ਉਹ ਤਾਂ ਕਜ਼ਨ ਬ੍ਰਦਰ ਨੇ ਜਸਵਿੰਦਰ ਧਾਲੀਵਾਲ ਹੋਣੀ, ਨੇੜਲੇ ਬੰਦੇ, ਹਾਂ ਰੀਅਲ ਬ੍ਰਦਰ ਨਹੀਂ ਹੈਗੇ ਉਹਨਾਂ ਦੇ। ਪਰ ਚਲੋ ਮੈਂ ਨਾ ਵੀ ਕਜ਼ਨ ਬ੍ਰਦਰ ਹੀ ਲਾ ਲਓ, ਵੀ ਭਰਾ ਕਜ਼ਨ ਮੁੱਖ ਮੰਤਰੀ ਹੋਵੇ ਤੇ ਉਸ ਪਾਰਟੀ ਦੇ ਵਿੱਚ ਅਗਲਾ ਬੰਦਾ ਦੂਸਰੀ ਪਾਰਟੀ ਚਲੇ ਜਾਵੇ, ਵੀ ਕਿਤੇ ਨਾ ਕਿਤੇ ਤੇ ਗੱਲ ਇਹਦਾ ਮਤਲਬ ਔਸ਼ਧੀ ਵਾਲੀ ਜਿਹੜੀ ਮੈਂ ਕਹੀ, ਉਹ ਚਮਚੇ 'ਚ ਕੁਛ ਤੇ ਕਰਾਮਾਤ ਹੈਗੀ ਹੈ। ਤੁਸੀਂ ਇਹ ਦੇਖੋ, ਆ ਜਿਹੜਾ ਨਾ ਮੈਂ ਤੁਹਾਡੇ ਪੱਖਪਾਤ ਤੋਂ ਮੈਂ ਨਿਰਾਸ਼ ਹੋਇਆ। ਅੱਛਾ, ਤੁਹਾਨੂੰ ਹੀ ਚਮਚਾ ਨਾ ਦਈਏ ਔਸ਼ਧੀ। ਜਦੋਂ ਕੈਪਟਨ ਸਾਹਿਬ ਦੇ ਸਗੇ ਭਰਾ ਮਾਲਵਿੰਦਰ ਸਿੰਘ ਹੋਰੀ ਚਲੇ ਗਿਆ ਸੀ, ਉਦੋਂ ਨਹੀਂ ਸੀ ਤੁਸੀਂ ਇੱਦਾਂ ਚੱਕਵੀਂ ਜੀ ਗੱਲ ਕੀਤੀ। ਵੈਸੇ ਗੱਲ ਹੀ ਕੀਤੀ ਮੈਂ, ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਮੁਕਾਬਲੇ ਗੁਰਦਾਸ ਸਿੰਘ ਬਾਦਲ ਹੋਰਾਂ ਨੇ ਚੋਣ ਲੜੀ, ਉਦੋਂ ਨਹੀਂ ਸੀ ਤੁਸੀਂ ਰੌਲਾ ਪਾਇਆ। ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਸਕੇ ਭਾਈ ਫਤਿਹ ਜੰਗ ਸਿੰਘ ਬਾਜਵਾ ਸਾਹਿਬ ਚਲੇ ਗਏ, ਉਦੋਂ ਤੁਸੀਂ ਦਬਮੀ ਜੀ ਗੱਲ ਕੀਤੀ ਸੀ। ਜਦੋਂ ਅਸ਼ਵਨੀ ਸੇਖੜੀ ਦੇ ਮੁਕਾਬਲੇ ਇੰਦਰ ਸੇਖੜੀ ਨੇ ਚੋਣ ਲੜੀ ਸੀ, ਉਦੋਂ ਨਾ ਬਹੁਤੀ ਗੱਲ ਕੀਤੀ। ਇਹ ਤਾਂ ਫਿਰ ਵੀ ਕਜ਼ਨ ਬ੍ਰਦਰ ਨੇ। ਨਹੀਂ, ਇੱਕ ਗੱਲ ਤਾਂ ਹੈਗੀ ਆ ਵੀ ਇੱਕ ਚੱਕਰ ਤਾਂ ਹੈਗਾ ਵੀ ਸਿਆਸਤ ਜਿਹੜੀ ਆ ਉਹਦੇ ਰੰਗਾਂ ਦਾ ਕੋਈ ਪਤਾ ਨਹੀਂ ਲੱਗਦਾ। ਹਰੇਕ ਬੰਦੇ ਨੂੰ ਇਹ ਜਾਪਦਾ ਵੀ ਵੀਰ ਕਿਹੜੀ ਗੱਡੀ 'ਚ ਕਿਹੜੀ ਸੀਟ ਮਿਲਦੀ ਹੈ, ਉੱਥੇ ਜਾ ਕੇ ਆਪਣੀ ਗੱਲ ਬਣਨੀ। ਹੁਣ ਜੇ ਮੰਨ ਲਓ ਅਗਲਾ ਬੰਦਾ ਆਖੇ ਵੀ ਨਹੀਂ ਨਹੀਂ ਵੀਰ ਤੂੰ 3 ਨੰਬਰ ਵਾਲੀ ਗੱਡੀ 'ਚ ਬਹਿ, ਕਿੱਥੇ ਪਾਓਗੇ ਵਿਚਕਾਰਲੀ ਸੀਟ ਤੇ ਵਿਚਾਲੇ, ਨਾ 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 ਇੱਦਾਂ ਕਿੱਦਾਂ, ਤੂੰ ਵੀਰ 5 ਨੰਬਰ ਵਾਲੀ ਗੱਡੀ ਜਾ, ਇੱਥੇ ਕਿੱਥੇ ਪਾਓਗੇ, ਇੱਥੇ ਤੈਨੂੰ ਪਿਛਲੀ ਸੀਟ ਤੇ ਜਮਾ ਸ਼ੀਸ਼ੇ ਦੇ ਨਾਲ, ਨਹੀਂ 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 ਨਹੀਂ, ਫਿਰ ਤੂੰ 7 ਨੰਬਰ ਵਾਲੀ ਗੱਡੀ 'ਚ ਵੇ, ਇਹਦੇ 'ਚ ਕੀ ਬਿਲਕੁਲ ਡਰਾਈਵਰ ਦੇ ਨਾਲ ਵਾਲੀ ਸੀਟ ਵੀਰ ਜੀ। ਉਦੋਂ ਬਾਅਦ ਵੀ ਕਿਸੇ ਵੇਲੇ ਗੱਡੀ ਹੁੰਦੀ ਇੱਕ ਕਦੀ ਕਹਿੰਦਾ ਯਾਰ ਐਚ, ਕਹਿੰਦਾ ਯਾਰ ਇਹਨੂੰ ਕੋਈ ਚਲਾਉਣ ਵਾਲਾ ਨਹੀਂ, ਤੈਨੂੰ ਭਾਈਏ ਡਰਾਈਵਰ ਸੀਟ ਤੇ ਨਹੀਂ। ਉਦੋਂ ਇਹ ਕਹਿੰਦਾ ਮੈਂ ਚਲਾ ਲਊਂਗਾ ਪਰ ਮੈਂ ਕੂਹਣੀ ਇੱਦਾਂ ਰੱਖਣੀ ਸ਼ੀਸ਼ਾ ਥੱਲੇ ਕਰਕੇ, ਐਂ ਚਲਾਉਣੀ ਐਂ ਚਲਾਉਣੀ। ਚਲੋ ਸੰਧਾਲੀਆ ਸਾਹਿਬ, ਇੱਥੇ ਨਾ ਇੱਕ ਗੱਲ ਆਪਾਂ ਹੋਰ ਕਰ ਲਈਏ। ਵੈਸੇ ਡਰਾਈਵਰ ਵਾਲੀ ਗੱਲ ਤੋਂ ਮੈਨੂੰ ਮਜੀਠੀਆ ਸਾਹਿਬ ਦੀ ਫੇਰ ਗੱਲ ਚੇਤੇ ਆ ਗਈ। ਉਹ ਕਹਿੰਦੇ ਯਾਰ ਮੈਨੂੰ ਸਮਝ ਨਹੀਂ ਆਈ ਵੀ 3 ਮੁੱਖ ਮੰਤਰੀ ਬਣਾਉਣੇ, ਕਹਿੰਦੇ ਵੀ ਕਲੀਅਰ ਕਰੋ ਵੀ ਕੁਰਸੀ ਤੇ ਮੁੱਖ ਮੰਤਰੀ ਦੀ ਹੈ, ਕਲੀਅਰ ਕਰ ਦਿਓ ਨਾ, ਕਲੀਅਰ ਕਰੋ। ਕਹਿੰਦੇ ਵੀ ਕੁਰਸੀ ਇੱਕ ਹੈ, ਬੰਦੇ 3 ਨੇ, ਤਿੰਨੇ ਤੁਸੀਂ ਪਾਉਣੇ ਆ। ਇਹ ਦੱਸੋ ਵੀ ਬੰਦਾ ਕੁਰਸੀ ਦੇ ਕਿਹੜਾ ਬੈਠੂਗਾ, ਕੁਰਸੀ ਦੇ ਥੱਲੇ ਕਿਹੜਾ ਵਾੜਨਾ, ਤੇ ਜਿਹੜਾ ਬੰਦਾ ਬੈਠਾ ਉਹਦੇ ਮੋਢਿਆਂ ਤੇ ਕਿਹਨੂੰ ਪਾਉਣਾ। ਅੱਛਾ ਜੀ, ਮਤਲਬ ਇਹ ਮਜੀਠੀਆ ਸਾਹਿਬ ਹੁਣ ਦੇਖੋ ਮਜ਼ਾਕ ਕਰਨਗੇ ਅਗਲੇ ਬੰਦੇ, ਕਿਉਂਕਿ ਪਹਿਲਾਂ 10-20 ਦਿਨ ਇਹ ਤੰਗ ਹੁੰਦੇ ਰਹੇ ਆ। ਹੁਣ ਜਦੋਂ ਅਗਲੇ ਨਿੱਤਰ ਕੇ ਸਾਹਮਣੇ ਆ ਗਏ, ਕਹਿੰਦੇ ਵੀ ਆਓ ਫਿਰ ਵੇਖੋ। ਹੁਣ ਚਲੋ ਇਸੇ ਹੀ ਅੱਜ ਵੈਸੇ ਬੁੱਧਵਾਰ ਹੋ ਗਿਆ ਨਾ,
ਹਾਂਜੀ ਕਿ ਵੀਰਵਾਰ ਹੋ ਗਿਆ? ਇਹ ਨਹੀਂ ਪਤਾ, ਇਹ ਤਾਂ ਤੁਹਾਨੂੰ ਪਤਾ। ਪਰ ਜਿਹੜਾ ਵੀ ਵਾਰ ਹੋ ਗਿਆ ਅੱਜ ਵੈਸੇ ਉਹਨਾਂ ਨੇ ਜਾਂਚ ਵੀ ਸ਼ਾਮਲ ਹੋਣਾ ਕਿ ਨਹੀਂ? ਹਾਂ, ਜਾਂਚ 'ਚ ਸ਼ਾਮਲ ਹੋ ਜਾਣਗੇ, ਕੋਈ ਗੱਲ ਨਹੀਂ। ਉਹ ਤਾਂ ਹੁਣ ਜੇ ਕਿਉਂਕਿ ਗ੍ਰਿਫਤਾਰੀ ਨਹੀਂ ਹੋ ਸਕਦੀ ਨਾ, ਹਾਂ। ਜਵਾਬ ਦਿੰਦੇ ਆ ਨਹੀਂ ਦਿੰਦੇ ਉਹ ਵੱਖਰੀ ਗੱਲ ਹੈ, ਕੀ ਸਵਾਲ ਪੁੱਛੇ ਜਾਂਦੇ ਉਹ ਵੀ ਨਹੀਂ ਪਤਾ। ਸੰਯੁਕਤ ਸਮਾਜ ਮੋਰਚੇ ਨੇ ਮੁਹਾਲੀ ਦਫ਼ਤਰ ਖੋਲ੍ਹਤਾ ਹੈ, ਪਹਿਲਾਂ ਲੁਧਿਆਣੇ ਖੋਲ੍ਹਿਆ ਸੀ, ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਭਾਈ 14 ਤਰੀਕ ਤੱਕ ਅਰਜ਼ੀਆਂ ਦੇ ਦਿਓ, ਅਸੀਂ ਪਹਿਲੀ ਲਿਸਟ ਜਾਰੀ ਕਰਨੀ ਹੈ। ਅਰਜ਼ੀਆਂ ਕਹਿੰਦੇ ਆ ਵੀ ਰਹੀਆਂ, ਅਸੀਂ ਜਾਂਚ ਪੜਤਾਲ ਸ਼ੁਰੂ ਕਰਤੀ ਆ। ਪਰ ਜਿਹੜਾ ਇੱਕ ਉਹਨਾਂ ਨੇ ਬਿਆਨ ਦਿੱਤਾ ਉਹ ਥੋੜ੍ਹਾ ਜਿਹਾ ਵੱਖਰਾ ਹੈ। ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਅਸੀਂ ਕੋਈ ਵੱਡੀ ਰੈਲੀ ਕਰਨ ਦੇ ਇੱਛੁਕ ਹੀ ਨਹੀਂ, ਰੈਲੀ ਕਰਨੀ ਨਹੀਂ, ਜੇ ਚੋਣ ਕਮਿਸ਼ਨ ਕਹੂਗਾ ਅਸੀਂ ਇਨ ਬਿਨ ਪਾਲਣਾ ਕਰਾਂਗੇ। ਦੂਸਰਾ ਉਹ ਕਹਿੰਦੇ ਜੀ ਟਿਕਟਾਂ ਤਾਂ ਨਵੇਂ ਬੰਦਿਆਂ ਨੂੰ ਹੀ ਦੇਣੀਆਂ, ਜਿਹੜੇ ਵੀ ਨਵੇਂ ਬੰਦੇ ਹੋਏ ਜਿਨ੍ਹਾਂ ਨੇ ਕੰਮ ਕੀਤਾ, ਚੰਗਾ ਸਮਾਜ ਸੁਧਾਰਕ ਹੋਣਗੇ, ਠੀਕ ਹੈ। ਤੀਸਰੀ ਗੱਲ ਕਹਿੰਦੇ ਮੁਫਤ ਵਾਲੀ ਆਸ ਸਾਡੇ ਤੋਂ ਨਾ ਕੋਈ ਵੋਟਰ ਰੱਖੇ। ਇਹ ਵੱਡੀ ਸਟੇਟਮੈਂਟ ਹੈ। ਕਈ ਕਹਿੰਦੇ ਕਹਾਉਂਦੇ ਪੰਜਾਬ ਦੇ ਲੀਡਰ ਜਿਹੜੇ ਕਹਿੰਦੇ ਸੀ ਕਿ ਭਾਈ ਮੁਫਤ ਵਾਲੀ ਗੱਲ ਨਹੀਂ ਚਾਹੀਦੀ, ਐਂਡ ਦੇ ਵਿੱਚ ਜਾ ਕੇ ਸਭ ਤੋਂ ਵੱਡਾ ਮੁਫਤ ਦਾ ਅੰਕੜਾ ਉਹਨਾਂ ਨੇ ਦਿੱਤਾ ਕਿ ਆ ਵੀ ਦੇ ਦਿਆਂਗੇ, ਆ ਵੀ ਦੇ ਦਿਆਂਗੇ। ਹੁਣ ਜਦੋਂ ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਉਹਨਾਂ ਨੇ ਇਹ ਕਹਿ ਦਿੱਤਾ ਕਿ ਭਾਈ ਅਸੀਂ ਮੁਫਤਖੋਰੀ ਪਾਲਿਸੀ ਪੰਜਾਬ ਨੂੰ ਕੋਈ ਨਹੀਂ ਦੇਣੀ, ਪੰਜਾਬ ਨੂੰ ਪੈਰਾਂ ਸਿਰ ਖੜਾ ਕਰਨਾ ਹੈ। ਇਹ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ ਨਿਰਭਰ ਕਰੂਗਾ ਕਿ ਇੱਕ ਪਾਸੇ ਉਹਨਾਂ ਦੇ ਹੋਣਾ ਕਿ 1000 ਆ ਜਾਊਗਾ ਜੀ, 2000 ਮਿਲਣਾ, 2100 ਮਿਲਣਾ, 3100 ਮਿਲਣਾ, 21 ਦੇ 31 ਮੋੜ ਨੇ ਕਿ 31 ਦੇ 21 ਮੋੜ ਨੇ, ਤੇ ਦੂਜੇ ਪਾਸੇ ਉਹ ਕਹਿਣਗੇ ਨਹੀਂ ਜੀ ਪੰਜਾਬ ਦੇ ਸਿਰ ਕਰਜ਼ਾ ਹੈ, ਪੰਜਾਬ ਦਾ ਪਾਣੀ ਜ਼ਮੀਨ ਤੋਂ ਇਦਾਂ ਤਾਂ ਚੱਕਣਾ ਹੈ, ਭ੍ਰਿਸ਼ਟਾਚਾਰ ਅਸੀਂ ਐਂ ਦੂਰ ਕਰਨਾ ਹੈ, ਅਸੀਂ ਨਸ਼ਾ ਪਿੰਡਾਂ 'ਚ ਨਹੀਂ ਵੜਨ ਦੇਣਾ। ਕੀ ਲੋਕਾਂ ਨੂੰ ਠੀਕ ਲੱਗਦਾ, ਕੀ ਗਲਤ ਲੱਗਦਾ? ਸਟੇਟਮੈਂਟ ਵੱਡੀ ਹੈ, ਲੋਕਾਂ ਦੇ ਉੱਤੇ ਨਿਰਭਰ ਕਰੂਗਾ। ਇਹ ਬਹੁਤ ਵੱਡੀ ਗੱਲ ਹੈ। ਮੈਂ ਤਾਂ ਕਹਿੰਦਾ ਵੀ ਲੋਕ ਹੋਰ ਕੁਛ ਨਹੀਂ, ਸ਼ੀਸ਼ੇ ਸਾਹਮਣੇ ਖਲੋ ਕੇ ਦੇਖਣ ਜੀ। ਸ਼ੀਸ਼ੇ ਸਾਹਮਣੇ ਜਦੋਂ ਖਲੋ ਕੇ ਦੇਖਣਗੇ ਤਾਂ ਇਹ ਵੀ ਹੋ ਸਕਦਾ ਵੀ ਹੱਥ 'ਚ ਸਮਾਰਟਫੋਨ ਹੋਵੇ ਜੀ, ਇੱਕ ਹੱਥ 'ਚ ਚਾਬੀ ਹੋਵੇ, ਜਾਂ ਸ਼ੀਸ਼ੇ ਦੇ ਪਿੱਛੇ ਸਕੂਟਰੀ ਖੜੀ ਕਰ ਲੈਣ ਜਿਹੜੀ ਮਿਲਣੀ ਹੈ। ਉਦੋਂ ਬਾਅਦ ਕੋਈ ਆਟਾ ਵੀ ਪਿਆ ਹੋਵੇ, ਦਾਲਾਂ ਵੀ ਪਈਆਂ ਹੋਣ, ਕੋਈ ਪੈਨਸ਼ਨ ਦੇ ਪੈਸੇ ਵੀ ਹੋਣ, ਕੋਈ ਇੱਧਰੋਂ ਬੇਰੁਜ਼ਗਾਰੀ ਭੱਤਾ ਵੀ ਆਉਂਦਾ ਹੋਵੇ। ਉਦੋਂ ਬਾਅਦ ਜੋ ਬੱਤੀ ਵਾਲਾ ਬਲਬ ਇਉਂ ਕਰੇ ਤਾਂ ਕੋਈ ਨਹੀਂ ਕਰੀ ਜਾਣਦੇ, ਕਿਹੜਾ ਇਹਦਾ ਬਿੱਲ ਆਉਣਾ ਹੀ ਹੈ ਨਾ। ਜਾਂ ਤਾਂ ਉਸ ਹਿਸਾਬ ਨਾਲ ਦੇਖ ਲੈਣ ਵੀ ਯਾਰ ਇਸ ਸ਼ੀਸ਼ੇ 'ਚ ਮੈਂ ਫਿੱਟ ਬਹਿਣਾ, ਜਾਂ ਫਿਰ ਦੁਬਾਰਾ ਸ਼ੀਸ਼ੇ ਨੂੰ ਵੇਖਣ ਵੀ ਯਾਰ ਮੈਂ ਆ ਜਾਂ ਮੇਰੇ ਪਰਿਵਾਰ ਦਾ ਕੋਈ ਪੜ੍ਹਿਆ ਲਿਖਿਆ ਮੈਂਬਰ ਆ, ਜਿੰਨੀ ਕੁ ਬੱਤੀ ਬਾਲਦੇ ਆ ਉਹਦਾ ਇੱਕ ਜਾਇਜ਼ ਜਿਹਾ ਰੇਟ ਆਪਾਂ ਉਹ ਵੀ ਦੇਣ ਜੋਗੇ ਹੋ ਜਾਵਾਂਗੇ। ਘਰੇ ਜੇ ਕੋਈ ਰੋਟੀ ਪਾਣੀ ਚਾਹੀਦਾ ਉਹ ਮੰਗਾਉਣ ਜੋਗੇ, ਖਾਣ ਜੋਗੇ ਹੋ ਜਾਵਾਂਗੇ। ਸਕੂਟਰ ਲੈ ਲਈਏ, ਮੋਟਰਸਾਈਕਲ ਲੈ ਲਈਏ, ਜੇ ਪਹੁੰਚ ਹੈ ਤੇ ਕਾਰ ਲੈ ਲਈਏ, ਉਹ ਸਾਰਾ ਕੁਝ ਅਸੀਂ ਆਪਣੀ ਮਿਹਨਤ ਨਾਲ ਕਰ ਲਵਾਂਗੇ। ਪਰ ਹਾਂ ਸਿਸਟਮ ਥੋੜ੍ਹਾ ਜਿਹਾ ਸਾਫ਼ ਹੋਵੇ, ਜਿੱਦਾਂ ਜਿਹੜਾ ਸਾਹਮਣੇ ਵਾਲਾ ਸ਼ੀਸ਼ਾ ਉਹਦੇ 'ਚ ਫੋਟੋ ਕਲੀਅਰ ਨਜ਼ਰ ਆਵੇ ਜੀ। ਇਹ ਮੇਰੇ ਖਿਆਲ ਨਾਲ ਹਰੇਕ ਬੰਦਾ ਜੇ ਸੋਚਣ ਲੱਗ ਪਵੇ ਤੇ ਫਿਰ ਭਾਵੇਂ ਸੁਧਰ ਜੇ। ਨਹੀਂ ਤੇ ਫਿਰ ਇੱਦਾਂ ਹੁੰਦਾ ਨਾ ਵੀ ਜਦੋਂ ਇੱਕ ਵਾਰ 14 ਨੂੰ ਵੋਟਾਂ ਪੈਣੀਆਂ ਨੇ, 10 ਨੂੰ ਜਦੋਂ ਨਤੀਜੇ ਆਉਣੇ ਤੇ 11 ਨੂੰ ਉਸੇ ਹੀ ਸ਼ੀਸ਼ੇ 'ਚ ਆਪਣਾ ਆਪ ਨਹੀਂ ਦਿਸਦਾ, ਯਾਰ ਤੂੰ 1000 ਰੁਪਈਆ ਦੇਣ ਵਾਲੇ 2000 ਦੇਣ ਵਾਲੇ ਕਿੱਧਰ ਗਏ ਯਾਰ। ਹੈਲੋ ਭਾਜੀ ਉਹ 51000 ਸ਼ਗਨ ਨਹੀਂ ਆਇਆ ਸਾਡਾ। ਬਾਕੀ ਸੰਧਾਲੀਆ ਸਾਹਿਬ ਦੇਖੋ, ਪੰਜਾਬ ਨੂੰ ਸੁਧਰਨਾ ਤਾਂ ਪੈਣਾ। ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਨਾਜਾਇਜ਼ ਕਲੋਨੀਆਂ ਬਣੀਆਂ। ਅਗਲਿਆਂ ਨੇ ਪਹਿਲਾਂ ਆਇਆ ਨਿਸ਼ਾਨਦੇਹੀ ਜੀ ਕਰ ਦਿੱਤੀ, ਉਹਦੇ ਤੋਂ ਬਾਅਦ ਪਲਾਟ ਵੇਚ ਦਿੱਤੇ, ਸਾਰਾ ਕੁਝ ਹੋ ਗਿਆ, ਰਜਿਸਟਰੀਆਂ ਹੋ ਗਈਆਂ, ਪੈਸੇ ਲੈ ਕੇ ਉਹ ਗਏ। ਉਹਦੇ ਤੋਂ ਬਾਅਦ ਜਦੋਂ ਘਰ ਬਣਾਉਣ ਲੱਗੇ, ਜਾ ਕੇ ਨਕਸ਼ੇ ਬਣਵਾਉਣੇ ਸੀ, ਤੇ ਉਹ ਕਹਿੰਦੇ ਜੀ ਉੱਥੇ ਤਾਂ ਸੀਵਰੇਜ ਦਾ ਪ੍ਰਬੰਧ ਨਹੀਂ, ਉਹ ਤਾਂ ਮਨਜ਼ੂਰਸ਼ੁਦਾ ਕਲੋਨੀ ਨਹੀਂ ਹੈ, ਪੁੱਡਾ ਵਾਲਿਆਂ ਨਾਲ ਸੰਪਰਕ ਕਰੋ, ਇੱਥੇ ਤਾਂ ਪਾਰਕ ਨਹੀਂ ਬਣਨਾ, ਇੱਥੇ ਪਾਰਕਿੰਗ ਨਹੀਂ ਬਣਨੀ, ਉਹ ਤੁਹਾਡੀ ਤਾਂ ਰਜਿਸਟਰਡ ਹੀ ਨਹੀਂ ਹੈ, ਜਦ ਕਿ ਉੱਥੇ ਵੱਡੇ ਵੱਡੇ ਬੋਰਡ ਲੱਗੇ ਹੁੰਦੇ ਸੀ। ਉਹਦੇ ਤੋਂ ਬਾਅਦ ਕੁਛ ਨਹੀਂ, ਰੌਲਾ ਰੱਪਾ ਪਿਆ, ਲੋਕਾਂ ਦੇ ਪੈਸੇ ਫਸ ਗਏ। ਮੁੜ ਕੇ ਸਰਕਾਰਾਂ ਕਹਿੰਦੇ ਕੋਈ ਗੱਲ ਨਹੀਂ, ਜੁਰਮਾਨਾ ਦੇ ਦਿਓ, ਥੋੜ੍ਹੀ ਜਿਹੀ ਫੀਸ ਦੇ ਦਿਓ। ਉਹ ਨਾਜਾਇਜ਼ ਚੀਜ਼ ਜਾਇਜ਼ ਹੋ ਗਈ। ਇਸੇ ਤਰ੍ਹਾਂ ਦਾ ਇੱਕ ਹੋਰ ਮਸਲਾ, ਇਹਦੇ ਨਾਲ ਅਕਲ ਨਹੀਂ ਆਈ ਕਿਸੇ ਨੂੰ, ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਹੋਏਗੀ, ਕਿਸੇ ਮੰਤਰੀ ਦੀ ਜ਼ਿੰਮੇਵਾਰੀ ਹੋਏਗੀ, ਉਹ ਆਪਣੀਆਂ ਤਨਖਾਹ ਲੈ ਕੇ ਢਿੱਡ ਤੇ ਹੱਥ ਫੇਰ ਕੇ ਹੋ ਗਏ। ਅਸੀਂ ਨਹੀਂ ਕਹਿੰਦੇ ਕਿ ਉਹ ਨਾਜਾਇਜ਼ ਦੀਆਂ ਨਾਜਾਇਜ਼ ਰਹਿਣ, ਪਰ ਇੱਕ ਵਾਰੀ ਮਾੜਾ ਮੋਟਾ ਕਾਂ ਮਾਰ ਕੇ ਇੱਧਰਲੇ ਪਾਸੇ ਟੰਗ ਦੇ, ਅੱਗੋਂ ਦਰੁਸਤ ਹੁੰਦਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਬੜਾ ਰੌਲਾ ਪਿਆ, ਲੱਖਾਂ ਵਿਦਿਆਰਥੀ ਪ੍ਰਭਾਵਿਤ ਹੋਏ ਕਿ ਭਾਈ ਪੈਸੇ ਖਾ ਲੈ, ਸਕੀਮ ਰੋਕ ਦਿੱਤੀ ਗਈ, ਬੱਚਿਆਂ ਦੀਆਂ ਡਿਗਰੀਆਂ ਡਿਪਲੋਮੇ ਰੁਕ ਗਏ, ਬੱਚਿਆਂ ਦੇ ਪੇਪਰ ਦੇਣ ਦੇ ਸਾਹਮਣੇ ਅੜਕੇ ਖੜੇ ਹੋ ਗਏ, ਦਾਖਲੇ ਨਹੀਂ ਸੀ ਮਿਲਦੇ। ਹੁਣ ਸਰਕਾਰ ਦੀ ਸਕੀਮ ਹੈ, ਪੈਸੇ ਕੌਣ ਖਾ ਗਿਆ? ਫਿਰ ਪਤਾ ਲੱਗਾ ਜੀ ਇੰਨੇ 100 ਕਰੋੜ ਐਜੂਕੇਸ਼ਨਲ ਇੰਸਟੀਚਿਊਸ਼ਨ ਹੀ ਦੱਬ ਗਏ, ਜਾਲੀ ਦਾਖਲੇ ਦੂਖਲੇ ਕਰਕੇ, ਇੱਧਰ ਉੱਧਰ ਕਰਕੇ। ਫਿਰ ਬਹੁਤ ਵੱਡਾ ਰੌਲਾ ਪਿਆ। ਤੁਸੀਂ ਇਹ ਦੇਖੋ, ਉਹਦੇ ਤੋਂ ਬਾਅਦ ਹੋਇਆ ਪਹਿਲਾਂ ਜੀ ਅੰਕੜਾ ਇੰਨਾ, ਇਸ ਕਾਲਜ ਨੇ ਇੰਨੇ, ਇਸ ਯੂਨੀਵਰਸਿਟੀ ਨੇ ਦੱਬ ਲਿਆ। ਨਹੀਂ ਜੀ ਰਿਵਿਊ ਕਰੋ, ਫਿਰ ਉਹ ਅੱਧੇ ਰਹਿ ਗਏ। ਰਿਵਿਊ ਕਰਨ ਤੇ ਅੱਧੇ ਕਿੱਦਾਂ ਰਹਿ ਗਏ? ਤੇ ਹੁਣ ਪਤਾ ਲੱਗਾ ਕਿ ਚੁੱਪ ਚਪੀਤੇ ਬਹੁਤ ਸਾਰੇ ਵਿੱਦਿਅਕ ਅਦਾਰਿਆਂ ਤੋਂ ਪੈਸਿਆਂ ਦੀ ਰਿਕਵਰੀ ਕਰ ਲਈ ਆ। ਕਹਿੰਦੇ ਜੀ ਕੋਈ ਗੱਲ ਨਹੀਂ, ਸਜ਼ਾ ਸੁਜਾ ਤਾਂ ਕੀ ਦੇਣੀ ਹੈ, ਜਿੰਨੇ ਕੁ ਪੈਸੇ ਤੁਸੀਂ ਖਾਦੇ ਸੀ ਮੋੜ ਦਿਓ। ਕੀ ਇੱਦਾਂ ਹੁੰਦਾ ਹੈ? 4-5 ਸਾਲ ਐਸਸੀ ਭਾਈਚਾਰੇ ਦੇ ਲੱਖਾਂ ਬੱਚੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਏ, ਕਈਆਂ ਦੀਆਂ ਪੜ੍ਹਾਈਆਂ ਅੱਧ ਵਾਟੇ ਛੁੱਟ ਗਈਆਂ, ਕਈ ਬੱਚੇ ਜਿਹੜੇ ਉਹ ਪੇਪਰ ਦੇਣੋਂ ਰਹਿ ਗਏ, ਕਈਆਂ ਦਾ ਭਵਿੱਖ ਖਰਾਬ ਹੋ ਗਿਆ, ਜ਼ਿੰਦਗੀ ਤਬਾਹ ਹੋ ਗਈ। ਤੇ ਹੁਣ ਤੁਸੀਂ ਚੁੱਪ ਚਪੀਤੇ ਜੀ ਪੈਸਿਆਂ ਦੀ ਰਿਕਵਰੀ ਕਰ ਲਈ ਹੈ ਤੇ ਮੁੜ ਕੇ ਕੋਈ ਨਹੀਂ। ਇਹਦਾ ਮਤਲਬ ਕੀ ਹੋਇਆ?
ਕਿ ਤੁਸੀਂ ਕੋਈ ਵੀ ਘਪਲਾ ਪੰਜਾਬ ਦੇ ਵਿੱਚ ਕਰ ਲਓ, ਜੇ ਨਾ ਫੜੇਗਾ ਤਾਂ ਪੈਸੇ ਤੁਹਾਡੇ, ਜੇ ਫੜੇਗਾ ਤਾਂ ਪੈਸੇ ਵਾਪਸ ਕਰ ਦਿਓ, ਕਿਹੜਾ ਕੋਈ ਸਜ਼ਾ ਮਿਲਣੀ ਹੈ। ਪੈਸੇ ਵੀ ਕਿਹੜਾ ਸਾਰੇ ਵਾਪਸ ਕਰਨੇ ਹੁੰਦੇ ਆ, ਰਿਵਿਊ ਕਰਾ ਲਈਦਾ। ਇਹਦੇ ਤੁਸੀਂ ਦੇਖੋ ਨਾ, ਇਹ ਇਕੱਲੇ ਪੰਜਾਬ ਦੀ ਕਹਾਣੀ ਨਹੀਂ, ਆਲ ਓਵਰ ਇੰਡੀਆ ਹੀ ਆ। ਵੀ ਜੇ ਕੋਈ ਵੱਡਾ ਧਨਾੜ ਹੈ, ਉਹ ਕਹਿੰਦਾ ਵੀ ਮੈਂ ਇੰਨੇ 1000 ਕਰੋੜ ਰੁਪਏ ਖਾਦਾ ਜੀ, ਜੇ ਤੁਸੀਂ ਰੌਲਾ ਪਾਓਗੇ ਵਿੱਚੋਂ ਥੋੜੇ ਜਿਹੇ ਮੋੜ ਦਿਆਂਗੇ, ਨਹੀਂ ਤੇ ਫਿਰ ਇੱਧਰੋਂ ਉੱਧਰੋਂ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਨੂੰਨ ਬਣਾ ਕੇ ਤੇ ਫਿਰ ਮਾਫ ਕਰਾ ਲਓ। ਵਨ ਟਾਈਮ ਸੈਟਲਮੈਂਟ ਮਤਲਬ ਮੈਂ ਇਹ ਬੜਾ ਹੈਰਾਨ ਆ ਵੀ ਜੇ ਕਿਸੇ ਮਹੱਤਵ ਬੰਦੇ ਨੇ 10,000 ਰੁਪਈਆ ਵੀ ਕਿਸੇ ਕੋਲੋਂ ਫੜਿਆ ਹੋਵੇ ਨਾ, ਵਿਆਜੀ ਉਹ ਨਹੀਂ ਮੁੜਦਾ, ਨਾ ਉਹਦਾ ਵਿਆਜ ਹੀ ਮਾਫ ਹੁੰਦਾ। ਤੇ ਜਿਹੜੇ ਵੱਡੇ ਵੱਡੇ ਲੋਕ ਨੇ ਜਾਂ ਵੱਡੇ ਵੱਡੇ ਕਾਰੋਬਾਰੀ ਨੇ, ਉਹਨਾਂ ਦੀ ਸੈਟਲਮੈਂਟ, ਉਹਨਾਂ ਦਾ ਸਾਰਾ ਕੁਝ ਉੱਥੇ ਲੀਡਰ ਬਹਿ ਕੇ ਕਰ ਦਿੰਦੇ ਆ। ਉਹਨਾਂ ਦੀਆਂ ਤਾਂ ਫੋਟੋ ਵੀ ਲੱਗ ਜਾਂਦੀਆਂ ਛੋਟੇ ਬੰਦਿਆਂ ਦੀਆਂ, ਉੱਥੇ ਜੀ ਨੋਟਿਸ ਬੋਰਡ ਤੇ ਲਾ ਦਿਓ ਜੀ, ਉਹਦੇ ਘਰੇ ਜਾ ਕੇ ਦਬਕੇ ਮਾਰਿਆ ਨੂੰ, ਪੇ ਆਪਣੇ ਨੂੰ ਭੇਜੀ, ਮਾਂ ਆਪਣੇ ਨੂੰ ਦੱਸ ਦੇਈਂ, ਭਰਾ ਆਪਣੇ ਨੂੰ ਦੱਸਦੇ ਨੇ। ਤੁਹਾਨੂੰ ਪਤਾ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ, ਦੂਜੀ ਵਾਰੀ ਉਹ ਪਤਾ ਨਹੀਂ ਕਿਹੜੇ ਦਸਤਾਨੇ ਪਾ ਲੈਂਦੇ, ਹੱਥ ਦਿਸਣੀ, ਫਿਰ ਠਾਕੁਰ ਦੇ ਹੱਥ ਬਣ ਜਾਂਦੇ, ਮੈਨੂੰ ਲੱਗਦਾ ਉਹ ਜਿਹੜੇ ਹੁੰਦੇ ਹੀ ਨਹੀਂ। ਦੇਖੋ ਇਹ ਤੇ ਹੁਣ ਰੱਬ ਜਾਣੇ ਵੀ ਜਾਂ ਤਾਂ ਜਾਂਚ ਕਰਨ ਵਾਲੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਘੁੰਡੀ ਆ, ਜਾਂ ਫਿਰ ਅਗਲਿਆਂ ਨੂੰ ਪਤਾ ਵੀ ਨਹੀਂ ਯਾਰ ਚੱਲਦਾ ਇਦਾਂ ਹੀ ਆ, 100 ਮੈਂ ਖਾਦਾ ਜਦੋਂ ਬਾਠ ਹੋਣੀ ਪੁੱਛਣਗੇ 25 ਇਹਨੂੰ ਦੇ ਦਿਆਂਗੇ, ਫਿਰ ਰੌਲਾ ਪਊਗਾ 35 ਦੇ ਦਿਆਂਗੇ, ਫਿਰ 45 ਦੇ ਦਿਆਂਗੇ, ਅਖੀਰ 50 ਦੇ ਤੇ ਮੰਨ ਹੀ ਜਾਣੀ ਹੈ ਨਾ। ਜਾਣੀ ਤੁਸੀਂ ਮੰਨ ਕੇ ਹੀ ਚੱਲਦੇ ਹੋ ਨਾ। ਅੱਛਾ ਨਾ ਫਿਰ ਮੇਰਾ ਹੀ ਨਹੀਂ ਤੁਸੀਂ ਵੀ ਮੰਨ ਕੇ ਹੀ ਚੱਲਦੇ ਹੋ। ਸੌਦਾ ਦੇਖੋ ਜੀ ਬੰਦੇ ਨੂੰ ਕਰਨਾ ਆਉਂਦਾ ਹੀ, ਇਹ ਗੱਲ ਤਾਂ ਅੱਜ ਕਲੀਅਰ ਹੋ ਗਈ ਨਾ ਕਿ 25 ਤੋਂ ਸ਼ੁਰੂ ਕਰਕੇ 50 ਤੇ ਮਨਾ ਲੈਣੀ ਹੁੰਦਾ ਹੀ ਆ। ਹੋਰ ਉਹਦੇ 'ਚ ਕੀ ਹੈ, ਜਾਂ ਤੇ ਨਾ ਹੁੰਦਾ ਹੋਵੇ ਫਿਰ ਤੇ ਪੰਜਾਬ ਦੇ ਪੈਸੇ ਮੁੜਨ, ਜੇ ਨਹੀਂ ਮੁੜਦੇ ਤੇ ਮਤਲਬ ਇਦਾਂ ਹੈਗਾ। ਪਰ ਇੱਕ ਗੱਲ ਆਪਾਂ ਜਾਂਦੇ ਜਾਂਦੇ ਕਰ ਜਾਈਏ, ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਉਹੀ ਇੰਚਾਰਜ ਨੇ ਬੀਜੇਪੀ ਦੇ ਜੀ ਪ੍ਰਚਾਰ ਦੇ ਪ੍ਰਚਾਰ ਦੇ, ਸ਼ਾਮਲ ਵੀ ਤਾਂ ਉਹੀ ਕਰਾ ਰਹੇ ਨੇ ਸਾਰੇ ਬੰਦਿਆਂ ਨੂੰ। ਉਹਨਾਂ ਨੇ ਕਿਹਾ ਕਿ ਵੀ ਮਹਾਰਾਜ ਤੁਸੀਂ ਸੁਪਰੀਮ ਕੋਰਟ ਨੇ ਜਿਹੜੀ ਉਹ ਜਾਂਚ ਕਮੇਟੀ ਬਣਾਈ ਹੈ ਨਾ, ਉਹਦੀ ਰਿਪੋਰਟ ਆ ਲੈਂਦੇ ਉਹ ਪ੍ਰਧਾਨ ਮੰਤਰੀ ਵਾਲੇ ਕੇਸ ਦੇ ਵਿੱਚ ਵੀ ਕਿਹੜੇ ਕਿਹੜੇ ਬੰਦੇ ਨੇ ਕਿੱਥੋਂ ਕਿੱਥੋਂ ਕੀ ਘੁੰਡੀ ਕੀਤੀ ਹੈ। ਹੈਰਾਨੀਜਨਕ ਨਤੀਜੇ ਆ ਜਾਣੇ। ਨਹੀਂ ਉਹ ਵੀ ਆ, ਤੇ ਉਹ ਵੀ ਕਹਿੰਦੇ ਕਈ MLA ਤੇ ਚੇਅਰਮੈਨ ਬਸ ਆਏ ਖੜੇ ਆ। ਹੁਣ ਤੁਸੀਂ ਰੋਜ਼ ਆਪਣੀ ਕਲਮ ਕੈਮਰੇ ਤਿਆਰ ਰੱਖਿਆ ਕਰੋ, ਅਸੀਂ ਇੱਧਰਲੇ ਪਾਸੇ ਸ਼ਾਮਲ ਕਰਨ ਨੂੰ ਤਿਆਰ ਆ। ਮੈਨੂੰ ਤਾਂ ਇਹ ਜਾਪਦਾ ਵੀ ਇਹ ਨਾ ਹੋਵੇ, ਇਹ ਜ਼ਰੂਰ ਗਿਣਤੀ ਕਰ ਲੈਣ ਵੀ 117 ਬੰਦੇ ਹੀ ਚਾਹੀਦੇ ਆ ਪੰਜਾਬ 'ਚ ਯਾਰ, ਮੁੜ ਕੇ ਜ਼ਿਆਦਾ ਭਰਤੀ ਕਰ ਲਏ ਤੇ ਫਿਰ ਮੁੜ ਕੇ ਮਗਰੋਂ ਆਖੇ ਜੀ ਤੁਸੀਂ ਤਾਂ ਮੈਨੂੰ ਕਿਹਾ ਸੀ ਟਿਕਟ ਦਿਆਂਗੇ, ਯਾਰ ਤੈਨੂੰ ਵੀ ਕਿਹਾ ਸੀ ਟਿਕਟ ਦਿਆਂਗੇ, ਹੋਰ ਕਿਹਨੂੰ ਕਹਿਤਾ ਸੀ ਟਿਕਟ ਦਿਆਂਗੇ ਯਾਰ। ਉਹ ਤਰੀਕਾ ਹੈਗਾ ਹੀ, ਉਹ ਆਪਾਂ ਬੰਗਾਲ 'ਚ ਦੇਖਿਆ, ਨਹੀਂ ਤਾਂ ਮੁੜ ਜਾਂਦੇ ਹੁੰਦੇ ਬੰਦੇ ਵੈਸੇ ਹੈਗਾ ਉਹ ਵੀ ਗੱਲ ਹੈਗੀ। ਚਲੀਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।